ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟਲਾਈਨ ਵਿੱਚ ਬਹੁਤ-ਬਹੁਤ ਸਵਾਗਤ। ਦੋਸਤੋ, ਕੋਵਿਡ ਦੇ ਕੇਸਿਸ ਵਿੱਚ ਲਗਾਤਾਰ ਵਾਧਾ ਜਾਰੀ ਹੈ। ਜਿੱਥੇ ਇਹ ਇਕੋਨਮੀ ਨੂੰ ਪ੍ਰਭਾਵਿਤ ਕਰ ਰਿਹਾ, ਉੱਥੇ ਸਾਡੀ ਸਿਹਤ ਦੇ ਉੱਤੇ ਸਿੱਧਾ ਇਹਦਾ ਅਸਰ ਪੈ ਰਿਹਾ। ਲੋਕ ਡਰੇ ਪਏ ਨੇ। ਜਿੱਥੇ ਸਾਡੇ ਸਰੀਰ ਨੂੰ ਇਹਦਾ ਅਸਰ ਪੈ ਰਿਹਾ, ਉੱਥੇ ਸਾਡੇ ਮਨ ਦੇ ਉੱਤੇ ਦਾ ਬਹੁਤ ਡੂੰਘਾ ਅਸਰ ਪੈ ਰਿਹਾ। ਬਹੁਤ ਸਾਰੇ ਲੋਕ ਕੰਮ ਛੱਡ ਕੇ ਘਰਾਂ ਦੇ ਵਿੱਚ ਬੈਠੇ ਆ, ਆਲੇ ਦੁਆਲੇ ਜਾਣ ਤੋਂ ਡਰਦੇ ਆ। ਸਕੂਲ ਉਨੀ ਚੰਗੀ ਤਰ੍ਹਾਂ ਨਹੀਂ ਖੁੱਲ੍ਹੇ। ਕਈ ਕਿਸਮ ਦੀਆਂ ਸਮੱਸਿਆਵਾਂ ਜਿਹੜੀਆਂ ਸਾਹਮਣੇ ਆ ਰਹੀਆਂ, ਲੋਕਾਂ ਦੇ ਮਨ ਦੇ ਵਿੱਚ ਇਹਨੂੰ ਲੈ ਕੇ ਇੱਕ ਡਰ ਆ। ਉਸ ਡਰ ਦੇ ਨਾਲ ਕੁਝ ਮਾਨਸਿਕ ਸਮੱਸਿਆਵਾਂ ਪੈਦਾ ਹੋ ਰਹੀਆਂ। ਅੱਜ ਅਸੀਂ ਇਸ ਪ੍ਰੋਗਰਾਮ ਵਿੱਚ ਉਹਨਾਂ ਕੁਝ ਸਮੱਸਿਆਵਾਂ ਬਾਰੇ ਗੱਲਬਾਤ ਕਰਨੀ ਹੈ ਕਿ ਕਿਹੜੀਆਂ ਮਾਨਸਿਕ ਸਮੱਸਿਆਵਾਂ ਜਿਹੜੀਆਂ ਇਹਦੇ ਨਾਲ ਪੈਦਾ ਹੋ ਰਹੀਆਂ, ਕੀ ਉਹਦਾ ਹੱਲ ਹੋ ਸਕਦਾ। ਇਸ ਵੇਲੇ ਜਦੋਂ ਸਾਰੇ ਪਾਸੇ ਡਰ ਦਾ ਮਾਹੌਲ ਆ, ਕੋਈ ਬਾਹਰ ਨਹੀਂ ਨਿਕਲ ਰਿਹਾ। ਖਾਸ ਕਰਕੇ ਜਿਹੜੇ ਬਜ਼ੁਰਗ ਆ ਉਹ ਡਰ ਰਹੇ ਨੇ ਬਾਹਰ ਜਾਣੋਂ। ਬੱਚਿਆਂ ਨੂੰ ਲੋਕ ਬਾਹਰ ਜਾਣੋਂ ਥੋੜ੍ਹਾ ਜਿਹਾ ਇਸ ਚੀਜ਼ ਤੋਂ ਜਕ ਰਹੇ ਨੇ। ਸੋ ਇਹਦੇ ਨਾਲ ਉਹ ਮਾਨਸਿਕ ਸਮੱਸਿਆਵਾਂ ਕਿਹੜੀਆਂ ਨੇ ਅਤੇ ਉਹਨਾਂ ਦੇ ਨਾਲ ਕਿੱਦਾਂ ਅਸੀਂ ਸਿੱਝ ਸਕਦੇ ਹਾਂ, ਉਹਨਾਂ ਦਾ ਹੱਲ ਕੀ ਆ। ਇਹਦੇ ਲਈ ਅੱਜ ਅਸੀਂ ਬੇਨਤੀ ਕੀਤੀ ਆ ਵਿਜੇ ਸਿੰਘ ਮਾਨ ਜੀ ਨੂੰ, ਜਿਹੜੇ ਕਾਉਂਸਲਰ ਨੇ, ਕਿ ਉਹ ਸਾਡੇ ਪ੍ਰੋਗਰਾਮ ਦੇ ਵਿੱਚ ਆਉਣ ਅਤੇ ਸਾਡੇ ਨਾਲ ਇਹਦੇ ਸੰਬੰਧੀ ਵਿਚਾਰ ਸਾਂਝੇ ਕਰਨ, ਸਾਨੂੰ ਜਾਣਕਾਰੀ ਦੇਣ। ਵਿਜੇ ਸਿੰਘ ਮਾਨ ਜੀ, ਬਹੁਤ ਬਹੁਤ ਸਵਾਗਤ ਹੈ ਜੀ। ਜੀ ਆਇਆਂ। ਥੈਂਕ ਯੂ ਜੀ। ਸਾਨੂੰ ਦੱਸਿਓ ਜੀ, ਮਾਨਸਿਕ ਕਿਹੜੀਆਂ ਸਮੱਸਿਆਵਾਂ ਇਹਦੇ ਨਾਲ ਆ ਰਹੀਆਂ ਕੋਵਿਡ-19 ਦੇ ਦੌਰਾਨ? ਜਿਹੜੀ ਮੇਨ ਹੈਗੀਆਂ ਪ੍ਰੋਬਲਮਸ ਹੈਗੀਆਂ ਐਂਗਜ਼ਾਇਟੀ ਤੇ ਸਟ੍ਰੈਸ, ਇਹ ਡਰ ਤੋਂ ਸ਼ੁਰੂ ਹੁੰਦੀ ਆ। ਜਿਵੇਂ ਤੁਸੀਂ ਕਿਹਾ ਸੀ ਕਿ ਲੋਕ ਹੁਣ ਸਹੀ ਡਰੇ ਫਿਰਦੇ ਆ ਜੀ। ਡਰ ਨਾਲ ਫਿਰ ਘਬਰਾਹਟ ਵੱਧਦੀ ਆ, ਇਹਨੂੰ ਕਹਿੰਦੇ ਐਂਗਜ਼ਾਇਟੀ। ਤੇ ਦੂਜੀ ਪ੍ਰੋਬਲਮ ਹੈਗੀ ਹੈ ਡਿਪਰੈਸ਼ਨ। ਉਹ ਜਿਵੇਂ ਅਸੀਂ ਉਦਾਸੀ ਕਹਿ ਸਕਦੇ ਹਾਂ, ਜਿਵੇਂ ਲੋਕ ਉਦਾਸ ਮਹਿਸੂਸ ਕਰਦੇ ਆ, ਉਦਾਸੀ ਮਹਿਸੂਸ ਕਰਦੇ ਆ। ਅਤੇ ਇਹ ਦੋ ਮੇਨ ਪ੍ਰੋਬਲਮ ਹੈਗੀਆਂ ਜਿਹੜੇ ਉਹ ਡਰ ਤੋਂ ਸ਼ੁਰੂ ਹੁੰਦੀਆਂ। ਹੁਣ ਸਾਰੇ ਲੋਕ ਡਰੇ ਫਿਰਦੇ ਆ ਕਿ ਹੁਣ ਕੰਮ ਦਾ ਕੀ ਬਣੂਗਾ, ਬੱਚਿਆਂ ਦਾ ਕੀ ਬਣੂਗਾ। ਹੁਣ ਸਕੂਲ ਹੁਣ ਬੰਦ ਰਹਿੰਦੇ ਨੇ ਕਿ ਹੁਣ ਕੇਸ ਹੋ ਜਾਂਦੇ, ਵਧੀ ਜਾਂਦੇ ਨੇ। ਲੋਕਾਂ ਦੇ ਕੰਮ ਦੇ ਡਰਦੇ ਕਿ ਕੰਮ ਬੰਦ ਸਕਦੇ, ਫਿਰ ਉਹ ਤੋਂ ਡਰ ਹੁੰਦਾ ਅਤੇ ਘਬਰਾਹਟ ਬਹੁਤ ਹੁੰਦੀ ਹੈ। ਅਤੇ ਇਹਦਾ ਵੱਖ-ਵੱਖ ਏਜ ਗਰੁੱਪਸ ਦੇ ਉੱਤੇ ਵੱਖ-ਵੱਖ ਅਸਰ ਪੈਂਦਾ, ਵੀ ਬਜ਼ੁਰਗਾਂ 'ਤੇ ਹੋਰ ਤਰ੍ਹਾਂ ਡਰ ਪੈਦਾ ਹੋ ਰਿਹਾ, ਬੱਚਿਆਂ 'ਚ ਹੋਰ ਅਤੇ ਅਡਲਟਸ ਦੇ ਵਿੱਚ ਹੋਰ? ਸਾਰਿਆਂ ਦਾ ਹੁੰਦਾ, ਪਰ ਹਰੇਕ ਜਿਵੇਂ ਏਜ ਗਰੁੱਪ ਦੇ ਆਪਦੇ ਇਸ਼ੂ ਹੁੰਦੇ ਨੇ। ਬੱਚਿਆਂ ਦੇ ਹੈਗਾ ਹੁਣ ਜਿਵੇਂ ਸਕੂਲ ਨਹੀਂ ਜਾ ਸਕਦੇ, ਕਾਫੀ ਬੱਚੇ ਘਰੇ ਕਿਸੇ ਦੀ ਪ੍ਰੋਬਲਮ ਹੁੰਦੀ ਹੈ ਹੈਲਥ ਦੀ, ਫਿਰ ਉਹ ਡਰ ਕੇ ਉਹ ਸਕੂਲ ਨਹੀਂ ਭੇਜਦੇ। ਬੱਚਿਆਂ ਦਾ ਹੁੰਦਾ ਕਿ ਉਹ ਆਈਸੋਲੇਸ਼ਨ ਮਹਿਸੂਸ ਕਰਦੇ ਆ ਕਿ ਉਹ ਇਕੱਲੇ ਹੁਣ ਘਰੇ ਬੈਠੇ ਨੇ, ਆਪਦੇ ਫਰੈਂਡ ਨਹੀਂ ਦੇਖ ਸਕਦੇ, ਆਪਦੇ ਮਿੱਤਰ ਸਹੇਲੀਆਂ ਨਾਲ ਨਹੀਂ ਖੇਡ ਸਕਦੇ ਅਤੇ ਜ਼ਿਆਦਾ ਟਾਈਮ ਸਪੈਂਡ ਕਰਦੇ ਆ ਜਿਵੇਂ ਸੋਸ਼ਲ ਮੀਡੀਆ 'ਤੇ, ਕੰਪਿਊਟਰ 'ਤੇ। ਉਹ ਫਿਰ ਮਾੜੀਆਂ ਗੱਲਾਂ ਦੇਖਦੇ ਆ, ਮਾੜੀ ਚੀਜ਼ ਦੇਖਦੇ ਆ, ਫਿਰ ਉਹਨਾਂ 'ਤੇ ਪ੍ਰੋਬਲਮ ਹੁੰਦੀ ਹੈ। ਉਹਦੀਆਂ ਗੇਮਾਂ ਸਪੋਰਟਸ ਸਾਰੀਆਂ ਬੰਦ ਨੇ ਹੁਣ, ਫਿਰ ਉਹ ਵੀ ਕਰ ਸਕਦੇ। ਫਿਰ ਇਹਦੇ ਨਾਲ ਜ਼ਿਆਦਾ ਫਿਰ ਡਿਪਰੈਸ਼ਨ ਐਂਗਜ਼ਾਇਟੀ ਵੱਧ ਸਕਦੀ ਆ। ਬਜ਼ੁਰਗਾਂ ਦਾ ਹੈਗਾ ਕਿ ਹੁਣ ਉਹ ਵੀ ਬਾਹਰ ਹੁਣ ਵਿਹਲੇ ਹੁੰਦੇ ਨੇ ਕਿ ਉਹ ਬਾਹਰ ਜਾ ਨਹੀਂ ਸਕਦੇ। ਹੁਣ ਗੁਰਦੁਆਰੇ ਅੱਧੇ ਹੁਣ ਬੰਦ ਨੇ, ਉਹ ਅਤੇ ਮਸੀਤ ਬਾਕੀਆਂ ਉਹ ਫੇਸ ਵਰਸ਼ਿਪ ਉਹ ਸਾਰੇ ਬੰਦ ਨੇ। ਅਤੇ ਉਹਨੂੰ ਡਰ ਆ ਕਿ ਹੁਣ ਸਾਰੀ ਜ਼ਿੰਦਗੀ ਵਧੀਆ ਲੰਘ ਗਈ, ਹੁਣ ਇਹ ਫਾਈਨਲ ਟਾਈਮ 'ਤੇ ਹੁਣ ਇਹ ਕੁਛ ਹੋ ਗਿਆ। ਇਹ ਬਹੁਤ ਮਹਿਸੂਸ ਕਰਦੇ ਆ। ਜਿਹੜੇ ਆਮ ਅਡਲਟ ਹੈਗੇ ਨੇ ਉਹਨਾਂ ਦੇ ਹੁਣ ਕੰਮ 'ਤੇ ਜਾ ਸਕਦੇ ਆ, ਕੰਮ ਹੁਣ ਬੰਦ ਨੇ ਅੱਧੇ ਕੰਮ। ਬਾਕੀ ਇਹਨਾਂ ਤੋਂ ਹੁਣ ਕਿ ਹੁਣ ਮੋਰਗੇਜ ਪੇ ਕਰਨਗੇ, ਬਾਕੀ ਇਹ ਵੀ ਹੁੰਦਾ ਅਤੇ ਬਹੁਤ ਇਹਨਾਂ ਦਾ ਸਟ੍ਰੈਸ ਹੁੰਦਾ ਇਹਦੇ ਕਰਕੇ। ਕਰਨਾ ਕੀ ਚਾਹੀਦਾ ਜੀ? ਮੰਨ ਲਓ ਇੱਕ ਬਜ਼ੁਰਗ ਆ, ਹੁਣ ਘਰ ਦੇ ਵਿੱਚ ਫਸ ਗਿਆ, ਬਾਹਰ ਤਾਂ ਨਹੀਂ ਜਾ ਸਕਦੇ। ਹਾਂਜੀ, ਕੀ ਕਰਨ ਜਿਹਦੇ ਨਾਲ ਡਿਪਰੈਸ਼ਨ ਐਂਗਜ਼ਾਇਟੀ ਤੋਂ ਬਚਿਆ ਜਾ ਸਕਦਾ? ਕੋਈ ਤਰੀਕੇ ਬਹੁਤ ਨੇ ਜੀ। ਪਹਿਲੀ ਗੱਲ ਸੀ ਡਾਕਟਰ ਨਾਲ ਗੱਲ ਕਰੋ, ਅਤੇ ਡਾਕਟਰ ਨਾਲ ਕਿ ਸ਼ਾਇਦ ਕੋਈ ਐਂਗਜ਼ਾਇਟੀ ਡਿਪਰੈਸ਼ਨ ਨਾ ਹੋਵੇ, ਕੋਈ ਹੋਰ ਸੀ ਕੋਈ ਪ੍ਰੋਬਲਮ ਹੋਵੇ, ਕੋਈ ਸਰੀਰਕ ਸਿਹਤ ਦੀ ਪ੍ਰੋਬਲਮ ਹੋਵੇ। ਪਹਿਲੀ ਗੱਲ ਤਾਂ ਡਾਕਟਰ ਨਾਲ ਅਸੀਂ ਗੱਲ ਕਰੋ। ਸ਼ਾਇਦ ਤੁਹਾਡੀ ਕੋਈ ਇਮਿਊਨ ਸਿਸਟਮ ਦੀ ਪ੍ਰੋਬਲਮ ਹੁੰਦੀ, ਕੋਈ ਜਿਵੇਂ ਤੁਹਾਡੀ ਆਇਰਨ ਡਿਫੀਸ਼ੀ ਹੁੰਦੀ ਹੈ, ਕਦੇ ਸਾਡੀ ਕਮਿਊਨਿਟੀ 'ਚ ਬਹੁਤ ਹੁੰਦੀ ਹੈ ਪ੍ਰੋਬਲਮ ਆਇਰਨ ਡਿਫੀਸ਼ੈਂਸੀ ਦੀ। ਪਹਿਲਾਂ ਅਸੀਂ ਇਹ ਕੁਛ ਚੈੱਕ ਕਰੋ। ਦੂਸਰੀ ਗੱਲ, ਅਸੀਂ ਕਿਸੇ ਨਾਲ ਗੱਲ ਕਰ ਲਓ, ਕੋਈ ਕਾਉਂਸਲਰ ਨਾਲ। ਸੀ ਦੱਸ ਦਿਓ ਕਿ ਮੇਰੀ ਪ੍ਰੋਬਲਮ ਕੀ ਹੈ ਅਤੇ ਮੈਨੂੰ ਕਿਉਂ ਘਬਰਾਹਟ ਹੁੰਦੀ ਹੈ ਅਤੇ ਮੈਨੂੰ ਕਿਉਂ ਇਹ ਡਰ ਹੁੰਦਾ ਚੀਜ਼ਾਂ ਨਾਲ, ਅਤੇ ਸਾਨੂੰ ਸਿਖਾ ਸਕਦੇ ਆ ਤੁਹਾਡੀ ਪ੍ਰੋਬਲਮ ਕੀ ਹੈ ਅਤੇ ਸਾਨੂੰ ਅਸੀਂ ਕਿਵੇਂ ਹੈਲਪ ਕਰ ਸਕਦੇ ਹਾਂ। ਅਤੇ ਇਹ ਪਤਾ ਕਿੱਦਾਂ ਲੱਗੇ ਕਿ ਹੁਣ ਬਿਮਾਰੀ ਹੈਗੀ ਆ ਜਾਂ ਵੈਸੇ ਹੀ ਹੈ ਜੀ? ਡਿਪਰੈਸ਼ਨ ਜਾਂ ਐਂਗਜ਼ਾਇਟੀ ਹੋ ਚੁੱਕਾ, ਇਸ ਗੱਲ ਦੇ ਕੋਈ ਸਾਈਨਸ ਹੁੰਦੇ? ਸਾਈਨਸ ਹੁੰਦੇ ਹਾਂ ਜੀ। ਜਿਹੜੀ ਹੁਣ ਡਿਪਰੈਸ਼ਨ ਦੀ ਮੇਨ ਸਾਈਨਸ ਹੈਗੀ ਇਹ ਹੁੰਦਾ ਜਿਵੇਂ ਜ਼ਿਆਦਾ ਉਦਾਸੀ, ਤੁਹਾਡੀ ਨੀਂਦ ਵਿੱਚ ਉਹ ਖਰਾਬੀ ਹੁੰਦੀ ਹੈ, ਅਸੀਂ ਜ਼ਿਆਦਾ ਸੌਂ ਜਾਂਦੇ ਹਾਂ ਜਾਂ ਸਾਨੂੰ ਨੀਂਦ ਨਹੀਂ ਆਉਂਦੀ, ਤੁਹਾਡੀ ਖੁਰਾਕ ਵਿੱਚ ਅਸੀਂ ਖਾਂਦੇ ਨਹੀਂ ਜਾਂ ਜ਼ਿਆਦਾ ਭੁੱਖ ਲੱਗਦੀ ਆ, ਅਤੇ ਇਹ ਗੱਲਾਂ ਮਹਿਸੂਸ ਹੁੰਦੀਆਂ। ਜਿਹੜੀ ਐਂਗਜ਼ਾਇਟੀ ਹੁੰਦੀ ਆ ਉਹ 'ਚ ਜਿਹੜਾ ਦਿਲ ਧੜਕਦਾ, ਤੁਹਾਨੂੰ ਘਬਰਾਹਟ ਅਸੀਂ ਹਟ ਨਹੀਂ ਸਕਦੇ, ਅਸੀਂ ਘਬਰਾਉਂਦੇ ਰਹਿੰਦੇ ਹਾਂ ਸਾਰਾ ਦਿਨ, ਜਿਵੇਂ ਇਹ ਨਾ ਹੋ ਜਾਵੇ, ਇਹ ਨਾ ਹੋ ਜਾਵੇ, ਸਾਨੂੰ ਡਰ ਲੱਗਦਾ 24 ਘੰਟੇ। ਇਹ ਹੁੰਦੀ ਹੈ ਪ੍ਰੋਬਲਮ ਜੀ। ਅਤੇ ਇਹ ਨੋਰਮਲ ਤਾਂ ਸਾਰਿਆਂ ਨੂੰ ਡਰ ਲੱਗਦਾ ਹੀ ਰਹਿੰਦਾ, ਕਈ ਵਾਰੀ ਇਹਦਾ ਫਰਕ ਕਿੱਦਾਂ ਕਰੀਏ? ਸਾਰਿਆਂ ਨੂੰ ਹੁੰਦਾ, ਇਹ ਸਾਨੂੰ ਹੁੰਦੀ ਹੈ। ਅਤੇ ਪ੍ਰੋਬਲਮ ਦੀ ਜਦੋਂ ਕਲੀਨਿਕਲ ਪ੍ਰੋਬਲਮ ਹੁੰਦੀ, ਜਦੋਂ ਸਾਨੂੰ ਸਾਡੇ ਕੰਮਾਂ 'ਚ, ਤੁਹਾਡੇ ਰਿਸ਼ਤੇਦਾਰੀਆਂ 'ਚ ਸਾਡੇ ਪ੍ਰੋਬਲਮ ਬਚ ਜਾਂਦੀ ਆ, ਜਦੋਂ ਸਾਨੂੰ 24 ਘੰਟੇ ਇਹ ਤੁਹਾਡੇ ਦਿਮਾਗ 'ਚ ਰਹਿੰਦੀ ਆ। ਵੀ ਕੰਮ ਕਰਦੇ ਉੱਤੇ ਅਸਰ ਪੈਂਦਾ ਉਹਦਾ? ਹਾਂਜੀ, ਕੰਮ ਕਰਦੇ ਅਸਰ ਹੁੰਦਾ ਜੀ। ਤੁਹਾਡੇ ਰਿਸ਼ਤੇਦਾਰ 'ਚ ਗੱਲਾਂ ਬਾਤਾਂ 'ਚ ਅਸਰ ਹੁੰਦੀ ਆ, ਅਤੇ ਸਿਹਤ 'ਤੇ ਵੀ ਤੁਹਾਡੀ ਦਿਲ ਧੜਕਦਾ ਰਹਿੰਦਾ, ਤੁਹਾਡਾ ਉਹ ਹਟਦਾ ਨਹੀਂ, ਤੁਹਾਡੀ ਨੀਂਦ ਖਰਾਬ ਹੁੰਦੀ ਆ, ਤੁਹਾਡੀ ਉਹ ਖੁਰਾਕ ਵਿੱਚ ਉਹ ਅਸਰ ਹੁੰਦਾ ਜੀ, ਮਾੜਾ ਅਸਰ ਹੁੰਦਾ। ਅਤੇ ਇਹ ਚੀਜ਼ਾਂ ਬੰਦੇ ਨੂੰ ਆਪ ਨੋਟਿਸ ਹੁੰਦੀਆਂ ਜਾਂ ਦੂਜਾ ਬੰਦਾ ਵੀ ਦੇਖ ਸਕਦਾ, ਘਰ ਦਾ ਮੈਂਬਰ ਵੀ ਇਸ ਬੰਦੇ ਨੂੰ ਕੋਈ ਪ੍ਰੋਬਲਮ? ਦੋਨੇ ਜੀ, ਦੋਨੇ। ਤੁਹਾਨੂੰ ਆਪ ਨੂੰ ਸਕਦਾ ਕਿ ਮੈਨੂੰ ਨੀਂਦ ਨਹੀਂ ਆਉਂਦੀ, ਮੈਂ ਥੱਕਿਆ ਰਹਿੰਦਾ, ਜਾਂ ਮੈਂ ਘਬਰਾਉਣਾ ਰਹਿੰਦਾ, ਜਾਂ
ਤੇ ਤੁਹਾਡੇ ਪਰਿਵਾਰ ਨੂੰ ਦੱਸ ਸਕਦੇ ਆ ਕਿ ਤੂੰ ਹੁਣ ਘੱਟ ਖਾਣਾ, ਤੂੰ ਥੱਕਿਆ ਰਹਿਣਾ, ਤੂੰ ਐਵੇਂ ਦੱਸ ਸਕਦੇ ਵੀ। ਤੇ ਬੱਚਿਆਂ ਦੇ ਵਿੱਚ ਵੀ ਸੇਮ ਪ੍ਰੋਬਲਮ, ਉਹਨਾਂ ਦੇ ਕੀ ਸਿੰਪਟਮਸ ਨੇ? ਹਾਂਜੀ, ਸਿੰਪਟਮਸ ਉਹ ਸੇਮ ਹੁੰਦੇ ਆ। ਉਹ ਵੀ ਹੁਣ ਜ਼ਿਆਦਾ ਅੱਕੇ ਰਹਿੰਦੇ ਨੇ ਕਿਉਂਕਿ ਉਹ ਘਰੇ ਫਸੇ ਪਏ ਨੇ, ਹੁਣ ਉਹ ਘਰੇ ਬਾਹਰ ਜਾ ਨਹੀਂ ਸਕਦੇ, ਤੇ ਉਹ ਸੇਮ ਅਸਰ ਹੁੰਦਾ ਹੈ ਬੱਚਿਆਂ ਤੇ ਡਾਕਟਰਸ ਤੇ। ਤੇ ਜਿਹੜੇ ਕਾਉਂਸਲਰ ਜਾਂ ਤੁਹਾਡੇ ਕੋਲ ਲੋਕ ਹੁਣ ਫਿਜ਼ੀਕਲੀ ਆਉਂਦੇ ਆ ਜਾਂ ਜਿਹੜਾ ਆਨਲਾਈਨ ਕੁਛ ਹੁੰਦਾ? ਦੋਨੇ ਕਰਦੇ ਆ। ਹੁਣ ਆਨਲਾਈਨ ਤੇ ਲੋਕ ਜ਼ਿਆਦਾ ਉਹ ਚਾਹੁੰਦੇ ਆ ਕਿਉਂਕਿ ਹੁਣ ਇਨ ਪਰਸਨ ਤੋਂ ਡਰਦੇ ਆ, ਮਾਸਕ ਪਾਉਣਾ ਪੈਂਦਾ, ਸਾਨੂੰ ਗੱਲ ਪੂਰੀ ਉਹ ਸੁਣੀ ਸਕਦੇ ਅਸੀਂ ਦੋਨੇ ਆਫਰ ਕਰਦੇ ਹਾਂ ਜੀ, ਫੋਨ ਤੇ ਵੀ ਆਫਰ ਕਰ ਸਕਦੇ ਹਾਂ। ਜਿਹੜਾ ਆਨਲਾਈਨ ਹੈ ਕੀ ਉਹਨਾਂ ਹੀ ਇਫੈਕਟਿਵ ਆ ਜਿੰਨਾ ਕੋਈ ਪਰਸਨਲੀ ਜਾਂਦਾ? ਨਹੀਂ ਜੀ, ਇੰਨਾ ਜਿਹੜਾ ਪਰਸਨ ਵਿੱਚ ਉਹ ਜ਼ਿਆਦਾ ਇਫੈਕਟਿਵ ਹੈਗਾ ਕਿਉਂਕਿ ਅਸੀਂ ਫਿਰ ਸਾਰੇ ਥੋੜੀ ਬਾਡੀ ਲੈਂਗੁਏਜ, ਤੁਹਾਡਾ ਸੁਭਾਅ ਅਸੀਂ ਦੇਖ ਸਕਦੇ ਹਾਂ। ਕੰਪਿਊਟਰ ਤੇ ਸਿਗਨਲ ਟੁੱਟ ਜਾਂਦਾ, ਕਦੇ ਕਿਸੇ ਨੂੰ ਤੁਹਾਡੀ ਪੂਰੀ ਸਮਝ ਨਹੀਂ ਆਉਂਦੀ, ਜਾਂ ਫੋਨ ਤੇ ਵੀ ਤੁਹਾਡਾ ਸਿਗਨਲ ਟੁੱਟ ਜਾਂਦਾ। ਵੀ ਕੈਨਟ ਹੀਅਰ ਐਵਰੀਥਿੰਗ ਸਮਟਾਈਮਸ, ਸੋ ਇਨ ਪਰਸਨ ਇਜ਼ ਬੈਸਟ। ਪਰ ਲੋਕ ਫਿਰ ਵੀ ਉਹ ਡਰਦੇ ਆ। ਡਾਕਟਰ ਕੋਲ ਕਦੋਂ ਚਲੇ ਜਾਣਾ ਚਾਹੀਦਾ, ਜਦੋਂ ਇਹ ਨਾਰਮਲ ਤੋਂ ਕਿੰਨਾ ਘੱਟ ਜਾਵੇ ਚੀਜ਼? ਤੁਸੀਂ ਰਾਈਟ ਅਵੇ ਦੇਖ ਲਓ ਕਿਉਂਕਿ ਡਾਕਟਰ ਹੁਣ ਅਵੇਲੇਬਲ ਹੁੰਦੇ ਨੇ, ਤੁਸੀਂ ਫੋਨ ਤੇ ਜਾਂ ਜ਼ੂਮ ਕਾਲ ਤੇ ਹੁੰਦੇ ਆ। ਬਟ ਆਈ ਥਿੰਕ ਦ ਬੈਸਟ ਥਿੰਗ ਇਜ਼ ਰਾਈਟ ਅਵੇ ਤੁਸੀਂ ਡਾਕਟਰ ਨਾਲ ਗੱਲ ਕਰ ਲਓ, ਉਸ ਨੂੰ ਸਲਾਹ ਦੇ ਸਕਦੇ ਆ ਕਿ ਅਸੀਂ ਆਪਦੀ ਆਦਤਾਂ ਜੋ ਚੇਂਜ ਕਰ ਲਓ, ਆਪਦਾ ਖੁਰਾਕ ਚੇਂਜ ਕਰ ਲਓ, ਦੀ ਨੀਂਦ ਦਾ ਅਸੀਂ ਚੇਂਜ ਕਰੋ, ਜਾਂ ਅਸੀਂ ਕਾਉਂਸਲਰ ਕਿ ਜੀ ਹੋਰ ਡੂੰਘੀ ਸਮੱਸਿਆ ਹੈਗੀ, ਅਸੀਂ ਕਾਉਂਸਲਰ ਨਾਲ ਗੱਲ ਕਰ ਲਓ। ਘਰ ਦੇ ਕੋਈ ਮਦਦ ਕਰ ਸਕਦੇ ਇਹਦੇ ਵਿੱਚ ਕਿਸੇ ਵਿਅਕਤੀ ਦੀ ਜਿਹਨੂੰ ਹੋਇਆ? ਘਰ ਵਾਲੇ ਕਰ ਸਕਦੇ ਜੀ, ਉਹ ਵੀ ਤੁਹਾਡੀ ਗੱਲ ਸੁਣ ਸਕਦੇ ਆ। ਪਰ ਪ੍ਰੋਬਲਮ ਇਹ ਹੈ ਕਿ ਹੁਣ ਜਿਹੜੇ ਘਰ ਦੇ ਆ ਉਹ ਤੁਹਾਡੀ ਗੱਲ ਸੁਣ ਕੇ ਉਹ ਗੁੱਸਾ ਕਰ ਸਕਦੇ ਆ, ਉਹ ਤੁਹਾਡੀ ਗੱਲ ਬਾਹਰ ਕਿਸੇ ਨਾਲ ਕਰ ਸਕਦੇ ਆ, ਅਤੇ ਤੁਹਾਡੀ ਉਹ ਜਿਵੇਂ ਜੱਜਮੈਂਟ ਜਾਂ ਅਸੀਂ ਕਹਿੰਦੇ ਹਾਂ ਉਹ ਜੱਜਮੈਂਟ ਹੀ ਤੁਹਾਡੇ ਕਰ ਸਕਦੇ ਆ ਕਿ ਇਹ ਬੰਦਾ ਇਹ ਉਹਦੇ ਦਿਮਾਗ 'ਚ ਕਮੀ ਆ ਜਾਂ ਕੁਛ ਹੋਰ, ਤੁਹਾਡੀ ਉਹਦੀ ਪ੍ਰੋਬਲਮ ਪੈ ਜਾਂਦੀ ਆ। ਜਿਹੜੇ ਕਾਉਂਸਲਰ ਨੇ ਉਹ ਤੁਹਾਡੀ ਗੱਲ ਕਿਸੇ ਨਾਲ ਕਰ ਨਹੀਂ ਕਰਦੇ, ਉਹ ਤੁਹਾਡੀ ਗੱਲ ਸਿਰਫ ਗੁਪਤ ਹੁੰਦੀ ਆ ਉਹਨਾਂ ਨਾਲ, ਅਤੇ ਉਹ ਤੁਹਾਡੀ ਜੱਜਮੈਂਟ ਨਹੀਂ ਕਰਦੇ। ਹਾਂਜੀ, ਅਤੇ ਜਿਹੜਾ ਉਹਨੂੰ ਹੌਸਲਾ ਦੇਣਾ ਚਾਹੀਦਾ। ਕਈ ਲੋਕ ਕਹਿੰਦੇ ਕਿ ਜੇ ਉਹਨੂੰ ਤੁਸੀਂ ਇਹ ਕਹੀ ਜਾਓ ਵੀ ਨਹੀਂ ਤਕੜਾ ਹੋ, ਕੁਛ ਨਹੀਂ ਹੋਇਆ, ਤੈਨੂੰ ਐਵੇਂ ਕਰੀ ਜਾਂਦਾ, ਉਹਦਾ ਫਾਇਦਾ ਕੋਈ ਨਹੀਂ ਹੈ। ਕਈ ਲੋਕ ਕਹਿੰਦੇ ਵੀ ਇਹ ਅਸਲ ਦੇ ਵਿੱਚ ਉਹਨੂੰ ਬੂਸਟ ਕਰਦੀ ਹੈ, ਇਹ ਗੱਲ ਠੀਕ ਹੈ? ਇਹ ਬੂਸਟ ਕਰ ਸਕਦੀ ਹੈ, ਪਰ ਨੁਕਸਾਨ ਵੀ ਕਰ ਸਕਦੀ ਹੈ ਜੀ, ਕਿਉਂਕਿ ਹੁਣ ਅਸੀਂ ਬੰਦੇ ਨੂੰ ਕਹਿੰਦੇ ਹਾਂ ਬਾਰ-ਬਾਰ ਤੂੰ ਤਕੜਾ ਹੋ, ਤੂੰ ਐਵੇਂ ਕਰ, ਉਹ ਫਿਰ ਮਹਿਸੂਸ ਕਰ ਕੇ ਉਹ ਨਕੰਮਾ ਜਾਂ ਉਹ ਕਮਜ਼ੋਰ ਹੈਗਾ। ਰਾਈਟ, ਪਹਿਲਾਂ ਅਸੀਂ ਕਹਿ ਸਕਦੇ ਹਾਂ ਤੂੰ ਤਕੜਾ ਹੋ, ਤੂੰ ਇਹ ਟਰਾਈ ਕਰ, ਪਰ ਅਸੀਂ ਬਾਰ-ਬਾਰ ਅਸੀਂ ਉਹ ਤੋਂ ਬਾਅਦ ਬੰਦੇ ਤੋਂ ਮਾੜਾ ਅਸਰ ਹੋ ਜਾਂਦਾ। ਕਈ ਲੋਕ ਮੈਡੀਟੇਸ਼ਨ ਕਰਦੇ ਆ, ਉਹ ਹੈਲਪਫੁਲ ਹੁੰਦੀ ਆ ਕਿ ਉਹ ਵੀ ਵੈਸੇ ਗੱਲ ਹੀ ਹੈ? ਬਹੁਤ ਜੀ, ਅਭਿਆਸ ਬਹੁਤ ਹੈਲਪ ਕਰ ਸਕਦੀ ਹੈ। ਹੁਣ ਰਿਸਰਚ ਬਹੁਤ ਕਹਿੰਦਾ ਕਿ ਜੀ ਮੈਡੀਟੇਸ਼ਨ ਹੈਗੀ, ਸਪੈਸ਼ਲੀ ਕਿ ਉਹ ਕਹਿੰਦੇ ਮਾਈਂਡਫੁਲਨੈਸ, ਆਪ ਦਾ ਦਿਮਾਗ ਉਹਨੂੰ ਟੇਕ ਕਰਨਾ, ਉਹ ਬਹੁਤ ਹੈਲਪਫੁਲ ਹੁੰਦੀ ਹੈ ਜੀ। ਕਿਉਂਕਿ ਹੁਣ ਸਾਰੇ ਸਾਡਾ ਅਸੀਂ ਖਬਰਾਂ ਸੁਣਦੇ ਹਾਂ ਕਿ ਉਹ ਹੋ ਗਿਆ, ਸਾਰੇ ਆਲੇ ਦੁਆਲੇ ਉਹ ਜਿਵੇਂ ਮਾੜੇ ਉਹ ਖਬਰਾਂ ਆਉਂਦੀ ਰਹਿੰਦੀਆਂ। ਥੋੜ੍ਹਾ ਅਸੀਂ ਬੰਦ ਕਰਾਂਗੇ ਅਤੇ ਆਪਦੇ ਆਲੇ ਬੈਠਾਂਗੇ ਅਸੀਂ, ਫਿਰ ਥੋੜ੍ਹੀ ਜਿਹੀ ਅਭਿਆਸ ਕਰਾਂਗੇ, ਉਹ ਹੈਲਪ ਹੋ ਸਕਦੀ ਹੈ। ਫਿਰ ਜਿਹਨੂੰ ਡਿਪਰੈਸ਼ਨ ਜਾਂ ਐਂਗਜ਼ਾਇਟੀ ਆ, ਉਹਨੂੰ ਲੋਕਾਂ ਦੇ ਵਿੱਚ ਜ਼ਿਆਦਾ ਰਹਿਣਾ ਚਾਹੀਦਾ ਪਰਿਵਾਰ ਦੇ, ਜਾਂ ਇਕੱਲੇ ਰਹਿਣਾ ਚਾਹੀਦਾ ਠੀਕ ਹੋਣ ਲਈ? ਦੋਨੇ, ਜਿਵੇਂ ਤੁਹਾਡੀ ਮੂਡ ਹੁੰਦੀ ਆ ਉਹ ਵਧੀਆ ਹੁੰਦੀ ਹੈ। ਜੇ ਤੁਹਾਡੀ ਭਾਵਨਾ ਦੱਸਦੀ ਆ ਕਿ ਹੁਣ ਮੈਂ ਇਕੱਲਾ ਬਹਿਣਾ ਚਾਹੁੰਦਾ, ਉਹ ਵੀ ਠੀਕ ਹੈਗੀ ਆ, ਪਰ ਬਾਹਲਾ ਟਾਈਮ ਨਹੀਂ। ਜੇ ਤੁਹਾਡੇ ਘਰੇ ਅਸੀਂ ਬਾਕੀ ਨਾਲ ਬਹਿਣਾ ਚਾਹੁੰਦੇ, ਉਹ ਵੀ ਠੀਕ ਹੈ। ਜੇ ਤੁਹਾਡੀ ਭਾਵਨਾ ਦੱਸਦੀ ਆ, ਉਹ ਭਾਵਨਾ ਨਹੀਂ ਸੁਣਨੀ ਚਾਹੀਦੀ ਆ। ਕਈ ਜਿਹੜੇ ਬੱਚੇ ਬਜ਼ੁਰਗਾਂ ਤੋਂ ਇਲਾਵਾ ਅਡਲਟਸ ਨੇ, ਖਾਸ ਕਰ ਇੱਥੇ ਇੰਟਰਨੈਸ਼ਨਲ ਸਟੂਡੈਂਟਸ ਨੇ, ਜਾਂ ਉਹ ਲੋਕ ਨੇ ਜਿਨ੍ਹਾਂ ਦੇ ਨਾਲ ਕੋਈ ਹੈ ਨਹੀਂ, ਇਕੱਲੇ ਹੁੰਦੇ ਆ ਪਰਿਵਾਰ ਤੋਂ ਬਾਹਰ, ਉਹਨਾਂ ਦੀਆਂ ਵੀ ਕੋਈ ਯੂਨੀਕ ਪ੍ਰੋਬਲਮਸ ਹੁੰਦੀਆਂ? ਬਹੁਤ ਨੇ ਜੀ। ਉਹਨਾਂ ਨੂੰ ਘਬਰਾਹਟ ਰਹਿੰਦੀ ਹੈ ਕਿ ਜੇ ਉਹ ਇੰਡੀਆ 'ਚ ਕਿੱਥੋਂ ਵੀ ਆਉਂਦੇ ਆ, ਉਹਦੇ ਪਰਿਵਾਰ ਨੂੰ ਕੀ ਹੋ ਜਾਂਦਾ, ਉਹ ਦਿਮਾਗ 'ਤੇ ਰਹਿੰਦਾ, ਅਤੇ ਉਹਦੇ ਪੜ੍ਹਾਈ 'ਤੇ ਅਸਰ ਹੁੰਦੀ ਹੈ। ਰਾਈਟ, ਉਹ ਪੜ੍ਹਾਈ ਕਰਨ ਲਈ ਆਏ ਨੇ, ਫਿਰ ਉਹ ਪੜ੍ਹਾਈ 'ਤੇ ਅਸਰ ਹੁੰਦਾ। ਜੇ ਆਲਸੋ ਸਟ੍ਰੈਸ ਹੁੰਦਾ ਕਿ ਉਹ ਪਾਰਟ ਟਾਈਮ ਜੋਬ ਕਰਦੇ, ਕਾਫੀ ਜੋਬ ਬੰਦ ਹੁੰਦੇ ਆ, ਫਿਰ ਉਹਨੂੰ ਵੀ ਹੁਣ ਪਤਾ ਨਹੀਂ ਕਿ ਉਹ ਆਪਦੇ ਉਹ ਖਰਚਾ ਕਿਵੇਂ ਚੱਕਣਗੇ, ਬਹੁਤ ਸਟ੍ਰੈਸ ਨੇ। ਉਹਨਾਂ ਦੇ ਲਈ ਕੋਈ ਇਹ ਸਰਵਿਸਿਜ਼ ਅਵੇਲੇਬਲ ਹੁੰਦੀ? ਬਹੁਤ ਨੇ ਜੀ, ਹੁਣ ਰਿਸੋਰਸ ਬਹੁਤ ਹੈਗੇ ਨੇ। ਮੇਨ ਵਨ ਹੈਗੇ ਨੇ ਜਿਵੇਂ ਮੂਵਿੰਗ ਫੋਰਵਰਡ ਫੈਮਿਲੀ ਸਰਵਿਸਿਜ਼, ਉਹ ਜਿਵੇਂ ਫ੍ਰੀ ਕਾਉਂਸਲਿੰਗ ਪ੍ਰੋਵਾਈਡ ਕਰਦੇ ਆ। ਪਿਕਸ ਵੀ ਹੈਗੇ ਨੇ, ਮੋਜ਼ੇਕ ਬਹੁਤ ਹੈਗੇ ਨੇ ਸਰਵਿਸਿਜ਼, ਉਹਨੂੰ ਉਹ ਫ੍ਰੀ ਮਿਲਦੀ ਹੈ ਸਰਵਿਸ। ਕਈ ਲੋਕ ਜਿਹੜਾ ਸਬਸਟੈਂਸ ਅਬਿਊਜ਼ ਆ, ਇਹਨੂੰ ਤੁਸੀਂ ਕਿੱਦਾਂ ਦੇਖਦੇ ਹੋ? ਸਬਸਟੈਂਸ ਅਬਿਊਜ਼ ਜਿਵੇਂ ਕੋਈ ਸ਼ਰਾਬ ਜਾਂ ਨਸ਼ਾ 'ਚ ਸ਼ਾਂਤੀ ਲੱਭਦਾ, ਉਹ ਸ਼ਾਂਤੀ ਮਿਲਦੀ ਨਹੀਂ, ਕਿਉਂਕਿ ਉਹ ਲੰਬੇ ਸਮੇਂ 'ਚ ਤੁਹਾਡੇ ਸਰੀਰ ਨੂੰ, ਤੁਹਾਡੇ ਦਿਮਾਗ ਦੇ ਉੱਤੇ ਮਾੜਾ ਅਸਰ ਹੋਊਗਾ। ਸਬਸਟੈਂਸ ਅਬਿਊਜ਼ ਬਹੁਤ ਵਧਿਆ ਹੋਇਆ ਹੁਣ ਕੋਵਿਡ ਕਰਕੇ, ਕਿ ਲੋਕ ਘਰੇ ਬੈਠੇ ਨੇ, ਵਿਹਲੇ ਬੈਠੇ ਨੇ, ਜਿਮ ਬੰਦ ਨੇ, ਗੁਰਦੁਆਰੇ ਬੰਦ ਨੇ, ਫਿਰ ਉਹੀ ਕੁਛ ਲੱਭਦਾ ਕਿ ਮੇਰਾ ਮਸਲਾ ਹੱਲ ਹੋ ਜਾਊਗਾ ਸ਼ਰਾਬ ਪੀ ਕੇ ਜਾਂ ਨਸ਼ੇ ਕਰਕੇ, ਮੈਨੂੰ ਸ਼ਾਂਤੀ ਮਿਲ ਜੂਗੀ। ਪਰ ਇਹ ਹੁੰਦਾ ਜੀ, ਜਿਹੜੇ ਨਸ਼ਿਆਂ ਨਾਲ ਫਿਰ ਤੁਹਾਡੇ ਕੰਮ 'ਚ ਅਸਰ ਪੈ ਸਕਦਾ, ਤੁਹਾਡੀ ਸਿਹਤ 'ਤੇ ਅਸਰ ਪੈ ਸਕਦਾ, ਤੁਹਾਡੇ ਰਿਸ਼ਤੇਦਾਰੀ 'ਚ ਅਸਰ ਪੈ ਸਕਦਾ ਜੀ। ਕਈ ਲੋਕ ਰਿਕਮੈਂਡ ਕਰਦੇ ਆ ਵੀ ਥੋੜ੍ਹੀ ਜਿਹੀ ਸ਼ਰਾਬ ਰਾਤ ਨੂੰ ਜੇ ਪੀ ਲਈ ਜਾਵੇ, ਉਹਦੇ ਨਾਲ ਨੀਂਦ ਆ ਜਾਂਦੀ ਅਤੇ ਬੰਦਾ ਰਿਲੈਕਸ ਹੋ ਕੇ ਡਿਪਰੈਸ਼ਨ, ਐਂਗਜ਼ਾਇਟੀ ਤੋਂ ਬਚ ਜਾਂਦਾ। ਇਹ ਮਿੱਥ ਆ? ਨਹੀਂ, ਹੋ ਜਾਂਦੀ ਜੀ, ਬਾਡੀ ਤੁਹਾਡੀ ਯੂਜ਼ ਹੋ ਜਾਂਦੀ ਹੈ ਸ਼ਰਾਬ ਨਾਲ, ਚਾਹੇ ਕੁਛ ਹੁੰਦਾ, ਪਰ ਜਦੋਂ ਸਾਡੀ ਬਾਡੀ ਉਹ 'ਤੇ ਉਹ ਡਿਪੈਂਡ ਕਰਦੀ ਹੈ ਰੋਜ਼, ਉਹ ਐਡਿਕਸ਼ਨ ਕਹਿੰਦੇ ਅਸੀਂ, ਐਡਿਕਸ਼ਨ ਬਣ ਜਾਂਦੀ ਹੈ ਫਿਰ, ਸੋ ਉਹਦੇ ਬਿਨਾਂ ਬੰਦਾ ਰਹਿ ਨਹੀਂ ਸਕਦਾ ਫਿਰ।
ਤੇ ਉਹ ਫਿਰ ਲੰਬੇ ਸਮੇਂ ਤੁਹਾਡੇ ਲਿਵਰ ਕਿਡਨੀਜ਼ ਹਾਰਟ ਨੂੰ ਥੋੜੀ ਬਹੁਤ ਪ੍ਰੋਬਲਮ ਆਉਂਦੀ ਹੈ। ਜਿਹੜਾ ਬੰਦਾ ਦਵਾਈ ਤੇ ਲੱਗ ਜਾਂਦਾ ਇਹਨਾਂ ਬਿਮਾਰੀਆਂ ਦੇ ਲਈ, ਕੀ ਉਹਨੂੰ ਸਾਰੀ ਉਮਰ ਦਵਾਈ ਖਾਣੀ ਪੈਂਦੀ ਹੈ? ਕਦੇ ਕਦੇ ਜੀ ਹੁਣ ਜੇ ਦਵਾਈ ਹੁਣ ਕੋਈ ਲਿਵਰ ਦੀ ਹੈਗੀ ਆ, ਕੋਈ ਬੰਦੇ ਕੋਈ ਸੀਰੀਅਸ ਪ੍ਰੋਬਲਮ ਹੈਗੀ ਆ, ਫਿਰ ਉਹ ਲਾਈਫ ਟਾਈਮ ਵਾਸਤੇ ਲੈਣੀ ਪੈਂਦੀ ਆ। ਆਮ ਦਵਾਈ ਡਾਕਟਰ ਕਹਿੰਦੇ ਕਿ ਅਸੀਂ ਹੁਣ ਟਰਾਈ ਕਰ ਲਓ ਕਿ ਜਦੋਂ ਥੋੜੀ ਇੰਪਰੂਵ ਹੁੰਦੀ ਆ, ਫਿਰ ਉਹ ਡੋਜ਼ ਘਟਾ ਦਿੰਦੇ ਆ ਕਦੇ ਕਦੇ, ਜਾਂ ਪੂਰੀ ਬੰਦ ਕਰ ਦਿੰਦੇ 1-2 ਸਾਲਾਂ 'ਚ। ਇਹਦਾ ਮੈਂਟਲ ਹੈਲਥ ਦਾ ਕੋਈ ਫਿਜ਼ੀਕਲ ਹੈਲਥ ਦੇ ਨਾਲ ਵੀ ਸੰਬੰਧ ਹੁੰਦਾ? ਬਹੁਤ ਵਧੀਆ, ਬਹੁਤ ਪੂਰਾ ਸੰਬੰਧ ਹੈ ਜੀ ਇਹਨਾਂ ਦਾ, ਕਿਉਂਕਿ ਜਿਵੇਂ ਅਸੀਂ ਖਾਂਦੇ ਹਾਂ, ਜੇ ਐਕਸਰਸਾਈਜ਼ ਕਰਦੇ ਹਾਂ, ਉਹਦੇ ਸਾਡੇ ਬ੍ਰੇਨ ਕੈਮੀਕਲਸ ਉਹਦੇ ਅਸਰ ਹੁੰਦਾ। ਜਿਹੜੀ ਹੁੰਦੀ ਹੈ ਸੈਰੋਟੋਨਿਨ, ਆਕਸੀਟੋਸਿਨ ਤੇ ਹੋਰ ਵੀ ਹੁੰਦੇ ਨੇ। ਜੇ ਅਸੀਂ ਗਲਤ ਖਾਂਦੇ ਹਾਂ, ਅਸੀਂ ਗਲਤ ਚੀਜ਼ਾਂ ਉਹ ਆਪਦੇ ਬਾਡੀ 'ਚ ਪਾਉਂਦੇ ਹਾਂ, ਜਾਂ ਅਸੀਂ ਆਪਦੀ ਐਕਸਰਸਾਈਜ਼ ਨਹੀਂ ਕਰਦੇ, ਫਿਰ ਸਾਡੇ ਦਿਮਾਗ 'ਤੇ ਇਹ ਕੈਮੀਕਲਸ ਅਸਰ ਹੁੰਦਾ, ਤੇ ਇਹ ਕੈਮੀਕਲਸ ਨਾਲ ਸਾਡੀ ਭਾਵਨਾ ਨਾਲ ਬਹੁਤ ਅਸਰ ਹੁੰਦੀ ਹੈ ਜੀ। ਤੇ ਜੇ ਬਿਮਾਰ ਬੰਦਾ ਆ, ਕੀ ਜੇ ਕਿਸੇ ਬੰਦੇ ਨੂੰ ਕੋਈ ਫਿਜ਼ੀਕਲ ਪ੍ਰੋਬਲਮ ਜ਼ਿਆਦਾ ਨੇ, ਕੋਈ ਕਿਡਨੀ ਦੀ ਪ੍ਰੋਬਲਮ ਆ, ਕਿਸੇ ਨੂੰ ਬਲੱਡ ਪ੍ਰੈਸ਼ਰ ਆ, ਸ਼ੂਗਰ ਆ, ਹਾਂਜੀ, ਇਹਦੇ ਨਾਲ ਵੀ ਮੈਂਟਲ ਹੈਲਥ ਦਾ ਸੰਬੰਧ ਹੁੰਦਾ ਕਿ ਜਿਹੜਾ ਬੰਦਾ ਤੰਦਰੁਸਤ ਆ ਉਹਨੂੰ ਮਾਨਸਿਕ ਸਮੱਸਿਆਵਾਂ ਘੱਟ ਹੋਣਗੀਆਂ ਜਾਂ ਨਹੀਂ ਹੋਣਗੀਆਂ, ਜਾਂ ਇਹਦਾ ਕੋਈ ਸੰਬੰਧ ਨਹੀਂ? ਜਿਹਨੂੰ ਮਾਨਸਿਕ ਸਮੱਸਿਆ ਹੋਣੀ ਆ, ਉਹ ਫਿਜ਼ੀਕਲੀ ਜਿੰਨਾ ਮਰਜ਼ੀ ਸਟਰੋਂਗ ਹੋ ਗਿਆ ਉਹਨੂੰ ਹੋਈ ਜਾਣੀ? ਉਹ ਹੋ ਜਾਣੀ ਹੈ ਜੀ। ਜੇ ਬੰਦਾ ਹੈਲਥੀ ਹੈਗਾ, ਉਹਨੂੰ ਫਿਰ ਵੀ ਹੋ ਸਕਦੀ ਹੈ, ਕਿਉਂਕਿ ਘਬਰਾਹਟ ਜਿਹੜੀ ਹੁੰਦੀ ਆ, ਜਦੋਂ ਘਬਰਾਹਟ ਆਊਟ ਆਫ ਕੰਟਰੋਲ ਹੁੰਦੀ ਆ, ਜਦੋਂ ਜ਼ਿਆਦਾ ਤੋਂ ਜ਼ਿਆਦਾ ਹੁੰਦੀ ਆ, ਤੇ ਉਹ ਫਿਰ ਰਿਸ਼ਤੇਦਾਰੀਆਂ 'ਚ ਕੰਮਾਂ 'ਚ ਉਹ ਗਲਤ ਅਸਰ ਹੁੰਦਾ, ਉਹ ਸਾਰੀਆਂ ਹੋ ਜਾਂਦੀ ਹੈ ਜੀ। ਕੋਵਿਡ-19 ਦੇ ਇਸ ਸਮੇਂ ਦੌਰਾਨ ਕੀ ਤੁਹਾਡੇ ਕੋਲ ਇੱਦਾਂ ਦੇ ਲੋਕਾਂ ਦੀ ਗਿਣਤੀ ਵਧੀ ਆ ਜਾਂ ਉਨੀ ਹੈ ਜੀ? ਬਹੁਤ ਵਧੀਆ ਜੀ, ਹੁਣ ਬਹੁਤ ਇਹ ਗਿਣਤੀ ਵਧੀ ਹੋਈ ਹੈ, ਕਿਉਂਕਿ ਹੁਣ ਲੋਕ ਹੁਣ ਆਪਦੇ ਆਪ ਨੂੰ ਨਾਲ ਬਹਿਣਾ ਪੈਂਦਾ ਹੁਣ, ਰਾਈ ਆਪਦੇ ਜਿਹੜੇ ਪੁਰਾਣੇ ਉਹ ਪ੍ਰੋਬਲਮ ਹੁੰਦੀਆਂ ਉਹ ਸਾਹਮਣੇ ਆਉਂਦੀਆਂ, ਕਿਉਂਕਿ ਹੁਣ ਉਹ ਬਿਜ਼ੀ ਰੱਖ ਨਹੀਂ ਸਕਦੇ ਆਪ ਨੂੰ। ਹੁਣ ਕੰਮ ਬੰਦ ਨੇ, ਸਕੂਲ ਬੰਦ ਨੇ, ਜਿਹੜੀਆਂ ਪ੍ਰੋਬਲਮ ਹੈਗੀਆਂ ਪੁਰਾਣੀਆਂ, ਉਹ ਦਿਲ ਦੀਆਂ ਗੱਲਾਂ ਉਹ ਸਾਹਮਣੇ ਆਉਂਦੀਆਂ। ਫਿਰ ਪੰਜਾਬੀ ਕਮਿਊਨਿਟੀ ਦੇ ਵਿੱਚ ਆਮ ਤੌਰ 'ਤੇ ਸਾਡੇ ਬਹੁਤਾ ਇਸ ਚੀਜ਼ ਨੂੰ ਜਾਣਾ ਠੀਕ ਨਹੀਂ ਸਮਝਦੇ ਵੀ ਬੰਦੇ ਨੇ ਆਪਣੇ ਆਪ ਹੀ ਠੀਕ ਹੋ ਜਾਣਾ। ਕੀ ਇਹ ਗੱਲ ਹੈਗੀ ਹੈ ਇੱਦਾਂ? ਹੁੰਦੀ ਹੈ ਜੀ। ਅਸੀਂ ਕਮਿਊਨਿਟੀ 'ਚ ਅਸੀਂ ਗੱਲਾਂ ਨੂੰ ਬਹੁਤ ਪਰਦਾ ਰੱਖਦੇ ਹਾਂ, ਕਿ ਅਸੀਂ ਸ਼ਰਮ ਮਹਿਸੂਸ ਕਰਦੇ ਹਾਂ, ਅਸੀਂ ਡਰਦੇ ਹਾਂ ਕਿ ਕਿਸੇ ਨੂੰ ਪਤਾ ਲੱਗ ਗਿਆ ਅਸੀਂ ਢਿੱਲੇ ਹਾਂ, ਜਾਂ ਉਸ ਨੂੰ ਕਮਜ਼ੋਰ ਸਮਝਣਗੇ। ਪਰ ਇਹ ਕੋਈ ਗੱਲ ਨਹੀਂ ਜੀ। ਜਿਹੜੇ ਕਾਉਂਸਲਰ ਹੁੰਦੇ ਨੇ ਉਹ ਸਾਰੀ ਗੱਲ ਉਹ ਗੁਪਤ ਰੱਖਦੇ ਨੇ। ਅਸੀਂ ਕਹਿੰਦੇ ਕੌਨਫੀਡੈਂਸ਼ੀਅਲਿਟੀ ਸਾਡਾ ਅਸੂਲ ਹੈਗਾ, ਤੇ ਅਸੀਂ ਕੋਈ ਕਿਸੇ ਨਾਲ ਗੱਲ ਨਹੀਂ ਕਰਦੇ। ਜਾਂ ਅਸੀਂ ਚਾਹੁੰਦੇ ਕਿਸੇ ਡਾਕਟਰ ਨਾਲ ਕਰ ਸਕਦੇ, ਤੁਹਾਡੇ ਡਾਕਟਰ ਨਾਲ ਅਸੀਂ ਕਰ ਸਕਦੇ ਹਾਂ ਨਾਲ ਕੋਈ ਸਾਂਝੀ ਗੱਲ, ਪਰ ਐਵੇਂ ਨਹੀਂ ਜੀ। ਜੇ ਕਿਸੇ ਨੂੰ ਇਹ ਲੱਗੇ ਕਿ ਹੁਣ ਮੈਨੂੰ ਸਮੱਸਿਆ ਆ ਗਈ ਆ, ਉਹਨੂੰ ਪਹਿਲਾਂ ਫੈਮਿਲੀ ਡਾਕਟਰ ਦੇ ਤੋਂ ਫਿਰ ਕਾਉਂਸਲਰ ਤੱਕ ਜਾਣਾ ਪੈਂਦਾ, ਜਾਂ ਡਾਇਰੈਕਟ ਅਪਰੋਚ ਕਰ ਸਕਦੇ ਹੋ? ਦੋਨੇ ਕਰ ਸਕਦੇ ਆ, ਪਰ ਮੇਰਾ ਆਈਡੀਆ ਹੈ ਕਿ ਤੁਸੀਂ ਡਾਕਟਰ ਨਾਲ ਗੱਲ ਕਰੋ, ਕਿਉਂਕਿ ਸ਼ਾਇਦ ਕੋਈ ਹੋਰ ਕੋਈ ਸਰੀਰਕ ਪ੍ਰੋਬਲਮ ਹੁੰਦੀ ਆ, ਕਦੇ ਲੋ ਆਇਰਨ ਨਾਲ ਹੁੰਦਾ ਨਾ, ਬ੍ਰੇਨ ਕੈਮੀਕਲਸ ਨਾਲ ਪ੍ਰੋਬਲਮ ਹੋ ਜਾਂਦੀ ਆ, ਜਾਂ ਕੋਈ ਹਾਰਟ ਪ੍ਰੋਬਲਮ ਹੁੰਦੀ ਆ, ਉਹਦੇ ਨਾਲ ਵੀ ਦਿਲ ਧੜਕਦਾ ਕਦੇ ਕਈ ਬੰਦਾ ਮਹਿਸੂਸ ਕਰਦਾ ਮੈਨੂੰ ਐਂਗਜ਼ਾਇਟੀ ਹੋਈ ਪਈ ਆ, ਪਰ ਉਹ ਐਂਗਜ਼ਾਇਟੀ ਨਹੀਂ, ਉਹਦੇ ਦਿਲ ਦੀ ਪ੍ਰੋਬਲਮ ਹੁੰਦੀ ਆ ਕਦੇ। ਅਸੀਂ ਦੋਨੇ ਕਰ ਸਕਦੇ ਹਾਂ, ਡਾਕਟਰ ਨਾਲ ਸਿੱਧਾ ਕਰ ਸਕਦੇ ਹਾਂ, ਜਾਂ ਅਸੀਂ ਕਾਉਂਸਲਰ ਨਾਲ ਵੀ ਡਾਇਰੈਕਟ ਕਰ ਸਕਦੇ ਹਾਂ। ਤੇ ਹੋਰ ਕਮਿਊਨਿਟੀ ਰਿਸੋਰਸਿਸ ਕਿਹੜੇ ਹੁੰਦੇ ਆ ਇਸ ਸਮੱਸਿਆ ਨੂੰ ਹੈਂਡਲ ਕਰਨ ਲਈ? ਬਹੁਤ ਸੋਰਸ ਹੈਗੇ ਨੇ ਜੀ ਇੱਥੇ। ਜਿਵੇਂ ਕਿਹਾ ਸੀ, ਮੂਵਿੰਗ ਫੋਰ ਫੈਮਿਲੀ ਸਰਵਿਸਿਜ਼, ਉਹ ਹਰੇਕ ਭਾਸ਼ਾ ਵਿੱਚ ਉਹ ਕਾਉਂਸਲਿੰਗ ਆਫਰ ਕਰਦੇ ਨੇ, ਹਿੰਦੀ, ਪੰਜਾਬੀ, ਉਰਦੂ, ਸਾਰਾ ਕੁਛ। ਉਹਦੀ ਫ੍ਰੀ ਕਾਉਂਸਲਿੰਗ ਹੈਗੀ ਆ, ਅਤੇ ਉਹਨਾਂ ਦੀ ਬਹੁਤ ਲੋ ਵੇਟ ਲਿਸਟ ਹੈਗੀ ਆ। ਬਾਕੀ ਡਿਵਰਸਿਟੀ ਕਮਿਊਨਿਟੀ ਰਿਸੋਰਸ ਹੁੰਦੀ ਨੇ, ਉਹ ਵੀ ਪੰਜਾਬੀ ਕਾਉਂਸਲਰ ਉਹ ਆਫਰ ਕਰਦੇ ਨੇ। ਪਿਕਸ ਵੀ ਹੈਗੇ ਨੇ ਜੀ, ਬਹੁਤ ਹੈਗੇ ਨੇ ਜੀ। ਜਿਹੜੇ ਕਈ ਸਾਡੇ ਕੋਲ ਸੀਨੀਅਰ ਹੋਮਸ ਹੁੰਦੇ ਆ, ਉੱਥੇ ਜਿਹੜੇ ਪਰਿਵਾਰ ਦੇ ਨਾਲ ਰਹਿੰਦੇ ਨਹੀਂ, ਕੀ ਉਹਨਾਂ ਨੂੰ ਵੀ ਇਹ ਸਮੱਸਿਆ ਆਉਂਦੀ ਆ ਐਂਗਜ਼ਾਇਟੀ, ਡਿਪਰੈਸ਼ਨ ਦੀ? ਬਹੁਤ ਹੁੰਦੀ ਹੈ ਜੀ, ਕਿਉਂਕਿ ਉਹ ਲੋਨਲੀ ਹੈਗੇ ਨੇ। ਹੁਣ ਸਾਡੇ ਸਕੂਲ ਹੈਗੇ, ਅਸੀਂ ਘੱਟ ਵਿਜ਼ਿਟ ਕਰ ਸਕਦੇ ਹਾਂ, ਫਿਰ ਉਹ ਜਿਵੇਂ ਇਕੱਲਤਾ ਉਹ ਮਹਿਸੂਸ ਕਰਦੇ ਆ ਕਿ ਕੋਈ ਤੋਂ ਪਿਆਰ ਨਹੀਂ ਕਰਦੇ, ਕੋਈ ਉਹਨੂੰ ਦੇਖਣਾ ਚਾਹੁੰਦੇ ਨਹੀਂ, ਉਹ ਫਿਰ ਬਹੁਤ ਵੱਧਦੀ ਹੈ ਪ੍ਰੋਬਲਮ ਦੀ। ਇਹ ਸਿਰਫ ਕਾਉਂਸਲਿੰਗ ਹੀ ਤੁਸੀਂ ਕਰਦੇ ਹੋ ਜਾਂ ਮੈਡੀਸਨ ਵੀ ਪ੍ਰਸਕ੍ਰਾਈਬ ਕਰਦੇ ਹੋ? ਜਿਹੜੇ ਕਾਉਂਸਲਰ ਨੇ ਉਹ ਸਿਰਫ ਉਹ ਕਾਉਂਸਲਿੰਗ ਕਰਦੇ ਨੇ। ਜਿਹੜੀ ਮੈਡੀਸਨ ਹੁੰਦੀ ਹੈ ਉਹ ਡਾਕਟਰ ਜਾਂ ਜੇ ਸਾਈਕਾਇਟਰਿਸਟ ਨੇ ਉਹ ਕਰ ਸਕਦੇ ਆ ਜੀ। ਪਰ ਜਿਹੜੇ ਕਾਉਂਸਲਰ ਨੇ ਉਹ ਸਿਰਫ ਕਾਉਂਸਲਿੰਗ ਕਰਦੇ ਆ, ਉਸ ਨੂੰ ਸਮਝਾ ਸਕਦੇ ਆ, ਉਸ ਨੂੰ ਸਿਖਾ ਸਕਦੇ ਆ ਚੀਜ਼ਾਂ, ਕੋਈ ਤੁਹਾਨੂੰ ਹੁਨਰ ਦੇ ਸਕਦੇ, ਤੁਹਾਨੂੰ ਸਕਿੱਲ ਦੇ ਸਕਦੇ ਆ। ਪਰ ਜਿਹੜੀ ਪ੍ਰਸਕ੍ਰਿਪਸ਼ਨ ਹੁੰਦੀ ਆ ਉਹ ਡਾਕਟਰ ਜਾਂ ਸਾਈਕਾਇਟਰਿਸਟ ਕਰ ਸਕਦੇ ਆ। ਅਤੇ ਇਹ ਕਈ ਵਾਰੀ ਲੋਕ ਡਰ ਜਾਂਦੇ, ਜਿੱਦਾਂ ਤੁਸੀਂ ਪਹਿਲਾਂ ਵੀ ਕਿਹਾ ਕਿ ਤੁਸੀਂ ਉਸ ਗੱਲ ਨੂੰ ਗੁਪਤ ਰੱਖਦੇ ਹੋ, ਕੋਈ ਵੀ ਆ ਜਾਂਦਾ, ਇਹ ਗੱਲ ਕਿਸੇ ਵੀ ਹਾਲਤ 'ਚ ਨਹੀਂ ਦੱਸੀ ਜਾਂਦੀ, ਇਸ ਗੱਲ ਦਾ ਯਕੀਨ ਹੁੰਦਾ ਜੀ, ਕਿਸੇ ਨਾਲ ਸ਼ੇਅਰ ਨਹੀਂ ਕੀਤੀ ਜਾਂਦੀ? ਹਾਂਜੀ, ਜੇ ਚਾਹੁੰਦੇ ਆ ਕਲਾਇੰਟ ਕਿਸੇ ਸ਼ੇਅਰ ਕਰਾਂਗੇ ਡਾਕਟਰ ਨਾਲ, ਜਿਸ ਕੋਈ ਹੋਰ ਅਸੀਂ ਕਰ ਸਕਦੇ ਹਾਂ, ਪਰ ਜਿਹੜੀ ਗੱਲ ਪੂਰੀ ਗੁਪਤ ਹੁੰਦੀ ਹੈ। ਜੇ ਸਾਨੂੰ ਕੋਈ ਫਿਕਰ ਆ ਕਿ ਇਹ ਮਰੀਜ਼ ਆਪਦੇ ਆਪ ਨੂੰ ਹਾਰਮ ਕਰੂਗਾ, ਕਿਸੇ ਨੂੰ ਹੋਰ ਹਾਰਮ ਕਰਕੇ ਅਸੀਂ ਕਰ ਸਕਦੇ ਹਾਂ ਗੱਲ ਪੁਲਿਸ ਨਾਲ, ਪਰ ਆਪ ਜਿਹੜੀ ਆਮ ਗੱਲ ਹੁੰਦੀ ਹੈ ਅਸੀਂ ਕਿਸੇ ਨੂੰ ਦੱਸਦੇ ਨਹੀਂ। ਜਿਹੜੇ ਕਮਿਊਨਿਟੀ ਰਿਸੋਰਸਿਸ ਆ ਉਹਨਾਂ ਤੋਂ ਤੁਸੀਂ ਸੈਟਿਸਫਾਈਡ ਹੋ ਵੀ ਠੀਕ ਆ, ਲੋਕਾਂ ਦੇ ਲਈ ਸਫੀਸ਼ੀਐਂਟ ਆ, ਇਹਦੇ ਤੋਂ ਹੈਲਪ ਹੁੰਦੀ ਹੈ? ਸਫੀਸ਼ੀਐਂਟ ਹੈਗੇ ਨੇ, ਪਰ ਉਹਨਾਂ ਦੀ ਹੁਣ ਵੇਟ ਲਿਸਟ ਬਹੁਤ ਹੈਗੀ ਆ। ਹੁਣ ਲੋਕਾਂ ਨੂੰ ਕਦੇ 3-4 ਮਹੀਨੇ ਵੇਟ ਕਰਨੀ ਪੈਂਦੀ, ਆਮ ਸਰਵਿਸ ਹੁੰਦੀਆਂ ਰਾਈਟ। ਜਿਹੜੇ ਹੁਣ ਤਾਂ ਹੀ ਫਿਰ ਜੋ ਕੋਈ ਅਫੋਰਡ ਕਰ ਸਕਦੇ, ਉਹ ਪ੍ਰਾਈਵੇਟ ਕਾਉਂਸਲਰ ਮਿਲ ਸਕਦੇ ਰਾਈਟ ਅਵੇ, ਉਹ ਜਿਵੇਂ ਹਫ਼ਤੇ 2 ਹਫ਼ਤੇ 'ਚ ਮਿਲ ਸਕਦੇ ਕਾਉਂਸਲਰ, ਜੇ ਅਸੀਂ ਪੇ ਕਰਨਾ ਚਾਹੁੰਦੇ ਹਾਂ। ਜਿਹੜੇ ਡਰੱਗ ਓਵਰਡੋਜ਼ ਦੇ ਨਾਲ ਜਿੰਨੀਆਂ ਡੈਥਸ ਹੋ ਰਹੀਆਂ ਕੋਵਿਡ ਨਾਲ ਉਹ ਤੋਂ ਘੱਟ ਹੋਈਆਂ, ਇਹਦਾ ਮੈਂਟਲ ਇਸ਼ੂਜ਼ ਦੇ ਨਾਲ ਤੇ ਕੋਵਿਡ ਦੇ ਨਾਲ ਕੋਈ ਰਿਲੇਸ਼ਨ ਹੈਗਾ? ਡਰੱਗ ਓਵਰਡੋਜ਼ ਦਾ ਬਹੁਤ ਜਿਵੇਂ ਹੁਣ ਲੋਕ ਸ਼ਾਂਤੀ ਲੱਭਦੇ ਆ ਔਖੇ ਸਮੇਂ 'ਚ, ਉਹ ਫਿਰ ਡਰੱਗ 'ਚ ਲੱਭਦੇ ਆ।
ਓਪੀਡ ਯੂਸ ਜ਼ਿਆਦਾ ਵੱਧ ਗਿਆ, ਉਹਦੇ ਨਾਲ ਓਵਰਡੋਜ਼ ਜ਼ਿਆਦਾ ਵੱਧ ਗਏ। ਪਰ ਇਹਦੀ ਜਿਹੜੀ ਮੇਨ ਪ੍ਰੋਬਲਮ ਹੈਗੀ ਆ, ਡੂੰਘੀ ਪ੍ਰੋਬਲਮ, ਇਹ ਇਮੋਸ਼ਨਲ ਪ੍ਰੋਬਲਮ ਹੁੰਦੀ ਆ ਜੀ। ਇਹ ਮੈਂਟਲ ਹੈਲਥ ਦੀ ਪ੍ਰੋਬਲਮ ਹੈ, ਐਡਿਕਸ਼ਨ ਦੀ। ਇਮੋਸ਼ਨਲ ਕਿਸ ਤਰ੍ਹਾਂ ਜੀ, ਥੋੜ੍ਹੇ ਦੱਸੋਗੇ ਇਹਨੂੰ? ਜਿਵੇਂ ਕੋਈ ਪਹਿਲਾਂ ਕੋਈ ਡੂੰਘੀ ਦੀ ਸੱਟ ਹੁੰਦੀ ਆ ਦਿਲ ਤੇ, ਜਾਂ ਕੋਈ ਪੁਰਾਣੀ ਗੱਲ ਹੁੰਦੀ ਆ, ਅਬਿਊਸ ਦੀ ਹਿਸਟਰੀ ਵਿੱਚ, ਚਾਈਲਡ ਅਬਿਊਸ ਜਾਂ ਕੋਈ ਘਰੇਲੂ ਹਿੰਸਾ ਹੁੰਦਾ, ਉਹਦੇ ਨਾਲ ਲੋਕ ਫਿਰ ਉਹ ਸ਼ਾਂਤੀ ਲੱਭਦੇ ਆ ਉਹ ਡਰੱਗਸ ਵਿੱਚ। ਫਿਰ ਉਹਦਾ ਜਿਹੜਾ ਰੂਟ ਹੁੰਦਾ, ਉਹਦੀ ਜੜ ਹੁੰਦੀ ਆ, ਉਹ ਮੈਂਟਲ ਹੈਲਥ ਪ੍ਰੋਬਲਮ ਹੁੰਦੀ ਹੈ, ਐਡਿਕਸ਼ਨ ਨਹੀਂ ਹੁੰਦੀ। ਐਡਿਕਸ਼ਨ ਤਾਂ ਉਹਦਾ ਕੋਈ ਸਿੰਪਟਮ ਹੁੰਦਾ ਜੀ ਮੈਂਟਲ ਹੈਲਥ ਦਾ, ਜਿਹੜਾ ਉਹ ਪ੍ਰੋਬਲਮ ਨਹੀਂ ਹੈ। ਨਹੀਂ, ਉਹ ਪ੍ਰੋਬਲਮ ਹੈਗੀ ਆ, ਪਰ ਉਹ ਜਿਵੇਂ ਜਿਹੜੀ ਮੇਨ ਪ੍ਰੋਬਲਮ ਹੁੰਦੀ ਹੈ, ਐਡਿਕਸ਼ਨ ਸ਼ੁਰੂ ਹੁੰਦੀ ਹੈ ਮੈਂਟਲ ਹੈਲਥ ਨਾਲ। ਹਾਂਜੀ, ਇੰਗਜ਼ਾਇਟੀ ਜਾਂ ਡਿਪਰੈਸ਼ਨ ਨਾਲ, ਅਬਿਊਜ਼ ਕਰਕੇ ਜਾਂ ਕੁਛ ਹੋਰ ਕੋਈ ਪ੍ਰੋਬਲਮ ਕਰਕੇ। ਤੇ ਇਹ ਇੱਕ ਤਾਂ ਹੁੰਦਾ ਕਿ ਬੰਦਾ ਡਿਪਰੈਸ਼ਨ ਜਾਂ ਐਂਗਜ਼ਾਇਟੀ ਦੇ ਵਿੱਚ ਹੈਗਾ, ਉਹ ਘਰ ਦੇ ਵਿੱਚ ਠੀਕ ਠਾਕ ਆ, ਉਹਨਾਂ ਦੀ ਬਿਹੇਵੀਅਰ ਦੇ ਵਿੱਚ ਕੁਛ ਇੱਦਾਂ ਦੀਆਂ ਪ੍ਰੋਬਲਮਸ ਵੀ ਆਉਂਦੀਆਂ ਜਿਹੜੀਆਂ ਕਿਸੇ ਨੂੰ ਹਾਰਮ ਕਰ ਸਕਦੀਆਂ? ਹਾਂਜੀ, ਕਦੇ ਕਦੇ ਡਿਪਰੈਸ਼ਨ ਵਿੱਚ ਵੀ ਲੋਕ ਪੂਰੇ ਉਦਾਸ ਰਹਿੰਦੇ ਨੇ ਆਲਵੇਜ਼, ਪਰ ਉਹ ਕਿਤੇ ਇੱਕਦਮ ਗੁੱਸਾ ਵੀ ਆ ਸਕਦਾ, ਜਿੱਦਾਂ ਵਾਇਲੈਂਟ ਹੋ ਜਾਂਦੇ। ਹਾਂਜੀ, ਵਾਇਲੈਂਟ ਹੋ ਸਕਦੇ ਜੀ, ਗੁੱਸਾ ਆ ਸਕਦਾ ਇੱਕਦਮ, ਤੇ ਗੁੱਸਾ ਫਿਰ ਕੰਟਰੋਲ ਨਹੀਂ ਕਰ ਸਕਦੇ, ਕਿਸੇ ਸੱਟ ਮਾਰ ਸਕਦੇ, ਕਿਸੇ ਦੇ ਜਿਵੇਂ ਘਰ ਵਾਲੇ ਦੇ ਜਾਂ ਬਜ਼ੁਰਗ ਦੇ ਜਾਂ ਬੱਚਿਆਂ ਦੇ ਹੋ ਸਕਦਾ ਜੀ। ਤੇ ਇਦਾਂ ਵੀ ਹੁੰਦਾ ਕਦੇ ਕਿ ਤੁਹਾਨੂੰ ਉਹਨਾਂ ਨੂੰ ਹਸਪੀਟਲਾਈਜ਼ ਕਰਨ ਦੀ ਲੋੜ ਪੈਂਦੀ ਹੋਵੇ ਇਹਨਾਂ? ਹਾਂਜੀ, ਜਿਹੜੇ ਐਕਸਟ੍ਰੀਮ ਕੇਸ ਹੁੰਦੇ ਆ ਉਹ ਲੋਕ ਹਸਪਤਾਲ ਕਰਦੇ। ਜੇ ਆਪਦੇ ਆਪ ਨੂੰ ਉਹ ਜਿਵੇਂ ਸੁਸਾਈਡ ਦਾ ਖਤਰਾ ਹੈਗਾ ਜਾਂ ਕਿਸੇ ਹੋਰ ਨੂੰ ਮਾਰਨ ਦਾ ਖਤਰਾ ਹੈਗਾ, ਫਿਰ ਉਹਨੂੰ ਪੁਲਿਸ ਲੈ ਕੇ ਉਹ ਹਸਪਤਾਲ ਦਾਖਲ ਕਰ ਸਕਦੇ ਆ ਜੀ। ਡਿਪਰੈਸ਼ਨ ਐਂਗਜ਼ਾਇਟੀ ਤੋਂ ਬਿਨਾਂ ਵੀ ਕੋਈ ਮੈਂਟਲ ਪ੍ਰੋਬਲਮ ਹੁੰਦੀ ਆ ਇਸ ਕੋਵਿਡ-19 ਦੇ ਦੌਰਾਨ? ਜਿਹੜੀ ਮੇਨ ਪ੍ਰੋਬਲਮ ਡਿਪਰੈਸ਼ਨ ਐਂਗਜ਼ਾਇਟੀ ਹੁੰਦੀ ਹੈ, ਪਰ ਜਿਹੜੀ ਪਹਿਲਾਂ ਪ੍ਰੋਬਲਮ ਹੋ ਸਕਦੀ ਹੈ ਜਿਵੇਂ ਬਾਈਪੋਲਰ ਡਿਸਆਰਡਰ ਜਾਂ ਕੁਛ ਹੋਰ, ਉਹ ਵੀ ਵੱਧ ਸਕਦੀ ਹੈ ਜਿਵੇਂ ਆਈਸੋਲੇਸ਼ਨ ਨਾਲ ਜਾਂ ਡਿਪਰੈਸ਼ਨ ਨਾਲ। ਤੁਸੀਂ ਇਹਦੀ ਡੈਫੀਸ਼ੀਐਂਸੀ ਕਿਸੇ ਚੀਜ਼ ਦੀ ਵੀ ਮੈਂਟਲ ਪ੍ਰੋਬਲਮ ਪੈਦਾ ਕਰ ਸਕਦੀ ਹੈ? ਡਿਫੀਸ਼ੀਐਂਸੀ ਕਿਵੇਂ? ਜਿਵੇਂ ਕਿਸੇ ਨਿਊਟ੍ਰੀਐਂਟ ਦੀ, ਕਿਸੇ ਵਿਟਾਮਿਨ ਦੀ? ਬਿਲਕੁਲ ਜੀ, ਹਾਂਜੀ। ਸਾਡੀ ਕਮਿਊਨਿਟੀ ਵਿੱਚ ਆਇਰਨ ਦੀ ਬਹੁਤ ਡਿਫੀਸ਼ੀਐਂਸੀ ਪ੍ਰੋਬਲਮ ਹੈਗੀ ਆ। ਆਇਰਨ ਸਾਡੇ ਲੋਕਾਂ 'ਚ ਘੱਟ ਹੁੰਦੀ ਆ, ਪਤਾ ਨਹੀਂ ਕਾਰਨ ਦਾ ਕੀ ਆ, ਪਰ ਇਹਦੇ ਨਾਲ ਵੀ ਡਿਪਰੈਸ਼ਨ ਵੱਧ ਸਕਦੀ। ਜਿਵੇਂ ਆਇਰਨ ਡਿਫੀਸ਼ੀਐਂਸੀ ਦੇ ਤੇ ਡਿਪਰੈਸ਼ਨ ਦੇ ਜਿਹੜੇ ਸਿੰਪਟਮ ਹੈਗੇ ਬਹੁਤ ਸਿਮਿਲਰ ਹੁੰਦੇ ਨੇ, ਕਿ ਲੋਕ ਥੱਕੇ ਮਹਿਸੂਸ ਕਰਦੇ ਆ, ਨੀਂਦ ਜ਼ਿਆਦਾ ਆਉਂਦੀ ਜਾਂ ਘੱਟ ਆਉਂਦੀ ਆ ਵੀ ਹੋ ਸਕਦਾ। ਮੈਂ ਕਹਿੰਦਾ ਸੀ ਡਾਕਟਰ ਨਾਲ ਪਹਿਲਾਂ ਗੱਲ ਕਰ ਲਓ, ਡਾਕਟਰ ਨੂੰ ਫਿਰ ਇਸ ਨੂੰ ਸਲਾਹ ਦੇ ਸਕਦੇ, ਸਹੀ ਸਲਾਹ। ਜਿਹੜੀ ਤੁਹਾਡੀਆਂ ਸਰਵਿਸਿਜ਼ ਹੁੰਦੀਆਂ ਇਹ ਕਵਰਡ ਹੁੰਦੀਆਂ ਇਹਦੇ ਦੌਰਾਨ ਜਾਂ ਪੇ ਕਰਨਾ ਪੈਂਦਾ? ਜੇ ਤੁਹਾਡੀ ਕੋਈ ਕੰਮ ਤੋਂ ਜਾਂ ਸਕੂਲ ਤੋਂ ਕਵਰੇਜ ਹੈਗੀ ਆ, ਜਿਵੇਂ ਸਨ ਲਾਈਫ ਤੋਂ ਜਾਂ ਕੋਈ ਪ੍ਰੋਵਾਈਡਰ ਤੋਂ, ਉਹ ਫਿਰ ਕਵਰ ਕਰ ਸਕਦੇ ਆ ਅਪ ਟੂ ਕਦੇ 6 ਸੈਸ਼ਨ, ਕਦੇ 10 ਸੈਸ਼ਨ। ਜੇ ਕੋਈ ਕਵਰ ਨਹੀਂ ਹੁੰਦੀ ਫਿਰ ਉਹ ਪੇ ਕਰਦੇ ਡਾਇਰੈਕਟਲੀ ਆਊਟ ਆਫ ਪਾਕਟ। ਤੇ ਇਹ ਕਿੰਨਾ ਚਿਰ ਕਿਸੇ ਬੰਦੇ ਨੂੰ ਨਾਰਮਲੀ ਆਉਣਾ ਪੈਂਦਾ? ਕਿ ਇੱਕ ਵਾਰੀ ਆ ਕੇ ਇਹਦਾ ਕੀ ਹਿਸਾਬ ਹੁੰਦਾ? ਤੁਹਾਨੂੰ ਪਰ ਆਵਰ ਹੁੰਦਾ ਜਾਂ ਸੈਸ਼ਨ ਹੁੰਦੇ ਆ? ਇਹਦਾ ਕੀ ਪ੍ਰੋਸੀਜਰ ਹੁੰਦਾ? ਸੈਸ਼ਨ ਪਰ ਆਵਰ ਹੁੰਦੇ ਨੇ ਤਕਰੀਬਨ। ਹੁਣ ਲੋਕ ਆਉਂਦੇ ਜਾਂਦੇ ਆ ਆਪਦੀ ਮਰਜ਼ੀ ਨਾਲ, ਜਿਵੇਂ ਹੁਣ ਜੇ ਉਸ ਤਰ੍ਹਾਂ ਕਿ ਉਹ 5 ਸੈਸ਼ਨ ਨਾਲ ਉਹ ਠੀਕ ਹੋ ਗਏ, ਉਹਨਾਂ ਦੀ ਚੋਇਸ ਆ। ਜੇ ਹੋਰ 10 ਸੈਸ਼ਨ 20 ਸੈਸ਼ਨ ਤੋਂ ਉਹ ਕਰਨਾ ਚਾਹੁੰਦੇ ਨੇ, ਉਹ ਵੀ ਕਰ ਸਕਦੇ ਆ। ਕੋਈ ਲੋਕ ਇਹੋ ਜਿਹੇ ਹੈਗੇ ਨੇ ਕਿ ਜਿਵੇਂ ਆਪਦੀ ਜੇ ਕੋਈ ਪ੍ਰੋਬਲਮ ਤਾਂ ਬਾਹਲੀ ਹੁੰਦੀ ਨਹੀਂ, ਪਰ ਆਪਦੀ ਦਿਲ ਦੀ ਗੱਲ ਜਿਹੜੇ ਹੁੰਦੇ ਉਹ ਕਰ ਨਹੀਂ ਸਕਦੇ, ਉਹ ਆਪ ਕਰਨ ਦੇ ਕਾਉਂਸਲਰ ਨਾਲ ਕਰਦੇ ਹਫ਼ਤੇ ਬਾਅਦ ਔਨ ਗੋਇੰਗ। ਜਿਵੇਂ 20-30 ਸੈਸ਼ਨ, ਕਦੇ 2-3 ਸਾਲ ਲੋਕ ਉਹ ਲਗਾਤਾਰ ਹਫ਼ਤੇ ਬਾਅਦ ਕਾਉਂਸਲਰ ਮਿਲਦੇ ਆ, ਉਹ ਆਉਂਦੇ ਰਹਿੰਦੇ ਜੀ। ਕੋਈ ਸਲਾਹ, ਕੋਈ ਨੁਕਤਾ ਘਰ ਜਿਹੜੇ ਇਹਦੇ ਤੋਂ ਬਚ ਸਕਣ? ਵੈਸੇ ਤਾਂ ਤੁਹਾਡੇ ਕੋਲ ਆ ਕੇ ਹੀ ਗੱਲ ਹੋ ਸਕਦੀ ਹੈ, ਪਰ ਇਨ ਜਨਰਲ ਸਾਰਿਆਂ ਦੇ ਲਈ ਕੋਈ ਸਾਂਝੀ ਗੱਲ? ਮੇਨ ਗੱਲ ਹੈ ਕਿ ਸਾਡੇ ਘਰਾਂ 'ਚ ਜਿਵੇਂ ਸੀਮਾਵਾਂ, ਬਾਉਂਡਰੀ ਘੱਟ ਹੁੰਦੀ ਆ ਨਾ। ਹਰੇਕ ਹੋਣਾ ਚਾਹੁੰਦਾ ਕਿ ਸਾਰੀ ਕੁਛ ਮੈਨੂੰ ਇਨਫੋਰਮੇਸ਼ਨ ਕਰਦੀ ਆਵੇ ਜੀ। ਇਹ ਨਾਲ ਪ੍ਰੋਬਲਮ ਪਾਈ ਜਾਂਦੀ ਹੈ, ਕਿਉਂਕਿ ਹੁਣ ਲੋਕ ਪ੍ਰਾਈਵੇਸੀ ਵੀ ਚਾਹੁੰਦੇ ਨੇ। ਬੱਚੇ ਹੁਣ ਵੱਡੇ ਹੁੰਦੇ, ਉਹ ਵੀ ਆਪਦੀ ਪ੍ਰਾਈਵੇਸੀ ਚਾਹੁੰਦੇ, ਆਪਦੀ ਜਗ੍ਹਾ ਚਾਹੁੰਦੇ ਨੇ, ਰਾਈਟ। ਉਹਨਾਂ ਨਾਲ ਬਹੁਤ ਪ੍ਰੋਬਲਮ ਹੁੰਦੀ ਆ ਸਾਡੇ ਪੰਜਾਬੀ ਘਰਾਂ 'ਚ, ਤੇ ਤਾਂ ਹੀ ਫਿਰ ਕਾਉਂਸਲਰ ਨੂੰ ਮਿਲਦੇ ਆ, ਕਿਉਂਕਿ ਜਿਹੜੀ ਦਿਲ ਦੀ ਗੱਲ ਕਰਦੇ ਆ ਉਹ ਕਦੇ ਕਰ ਨਹੀਂ ਸਕਦੇ, ਡਰ ਕਰਕੇ ਜਾਂ ਕੁਛ ਹੋਰ ਕਰਕੇ, ਤਾਂ ਹੀ ਕਾਉਂਸਲਰ ਮਿਲਦੇ ਆ ਜੀ। ਤੇ ਜਿਹੜੇ ਇੱਕ ਸਾਡੇ ਪਹਿਲੀ ਪੀੜ੍ਹੀ ਇੱਥੇ ਆਉਂਦੀ ਹੈ, ਜਿਹੜੇ ਪੰਜਾਬ 'ਚ ਜਾਂ ਇੰਡੀਆ ਦੇ ਵਿੱਚ ਉਹਨਾਂ ਦਾ ਬਰਥ ਹੁੰਦਾ, ਫਿਰ ਇੱਥੇ ਉਹ ਆਉਂਦੇ ਆ, ਉਹਨਾਂ ਦੀਆਂ ਵੀ ਕੁਛ ਯੂਨੀਕ ਪ੍ਰੋਬਲਮਸ ਹੁੰਦੀਆਂ ਜਾਂ ਬਾਕੀਆਂ ਵਾਂਗ ਹੀ ਹੁੰਦਾ? ਉਹਨਾਂ ਦੀ ਪ੍ਰੋਬਲਮ ਹੁੰਦੀ, ਉਹਦੀ ਮੇਨ ਪ੍ਰੋਬਲਮ ਹੁੰਦੀ ਸਟ੍ਰੈਸ, ਕਿਉਂਕਿ ਉਹ ਹੁਣ ਇੱਥੇ ਆਉਂਦੇ ਆ, ਉਹ ਨਵੇਂ ਆਉਂਦੇ ਆ, ਉਹਨਾਂ ਨੂੰ ਹੁਣ ਸੈਟਲ ਹੋਣਾ ਪੈਂਦਾ, ਕੰਮ ਲੱਭਣਾ ਪੈਂਦਾ। ਫਿਰ ਉਹਨਾਂ ਨੂੰ ਉਹ ਜਿਹੜੇ ਆਪਦੀ ਮੈਂਟਲ ਹੈਲਥ ਉਹ ਥੋੜ੍ਹੀ ਇਗਨੋਰ ਕਰ ਦਿੰਦੇ ਆ, ਕਿਉਂਕਿ ਉਹਨੂੰ ਪਤਾ ਕਿ ਅਸੀਂ ਹੁਣ ਸੈਟਲ ਹੋਣਾ, ਸਾਡੇ ਬਹੁਤ ਕੰਮ ਕਰ, ਅਸੀਂ ਜ਼ਮੀਨ ਇਕੱਠੀ ਕਰਨੀ ਹੈ ਜਾਂ ਕੁਛ ਕਰਨਾ, ਉਹ ਫਿਰ ਉਹ ਸਟ੍ਰੈਸ ਜ਼ਿਆਦਾ ਵੱਧਦਾ ਜੀ ਉਹਦੇ ਕਰਕੇ। ਤੇ ਇਹਦਾ ਸਹੀ ਇਨਫੋਰਮੇਸ਼ਨ ਲੋਕਾਂ ਤੱਕ ਵੀ ਇੱਕ ਤਰੀਕਾ ਹੁੰਦਾ ਕਿ ਕੋਵਿਡ ਬਾਰੇ ਲੋਕਾਂ ਨੂੰ ਗੱਲ ਨਹੀਂ ਕਲੀਅਰ ਕਿ ਅਸਲ ਦੇ ਵਿੱਚ ਹੈ ਕੀ ਹੈ, ਤੇ ਉਹ ਡਰ ਜ਼ਿਆਦਾ ਪੈਦਾ ਹੋ ਗਿਆ, ਉਹਦੇ ਨਾਲ ਮੈਂਟਲ ਪ੍ਰੋਬਲਮਸ ਆ ਰਹੀਆਂ? ਹਾਂਜੀ, ਰਿਸੋਰਸ ਹੈਗੇ ਨੇ ਸੀ, ਗਵਰਨਮੈਂਟ ਰਿਸੋਰਸ ਹੈਗੇ ਨੇ ਪੰਜਾਬੀ ਵਿੱਚ ਤੇ ਇੰਗਲਿਸ਼ ਵਿੱਚ, ਉਸ ਲੋਕ ਪੜ੍ਹ ਸਕਦੇ ਆ। ਐਸੇ ਗਵਰਨਮੈਂਟ ਆਫ ਕੈਨੇਡਾ ਸਾਈਟ ਹੈਗੀ ਆ, ਉੱਥੇ ਸਭ ਕੁਛ ਇਨਫੋਰਮੇਸ਼ਨ ਹੁੰਦੀ ਆ। ਜਿਹੜੇ ਗਲਤ ਆ, ਜਿਹੜੇ ਸਹੀ ਇਨਫੋਰਮੇਸ਼ਨ ਉਹ ਲੋਕਾਂ ਨੂੰ ਦੱਸਦੇ ਆ ਕੀ ਗਲਤ ਆ ਕੀ ਸਹੀ ਆ ਕੋਵਿਡ ਬਾਰੇ ਤੇ ਮੈਂਟਲ ਹੈਲਥ ਬਾਰੇ। ਜਿੱਦਾਂ ਅਸੀਂ ਆਪਣਾ ਫਿਜ਼ੀਕਲ ਹੈਲਥ ਨੂੰ ਠੀਕ ਠਾਕ ਰੱਖਣ ਦੇ ਲਈ ਸੈਰ ਕਰਦੇ ਹਾਂ, ਜਿਮ ਜਾਂਦੇ ਹਾਂ,
ਜਾਂ ਯੋਗਾ ਕਰਦੇ ਹਾਂ, ਹਾਂਜੀ ਮੈਂਟਲ ਹੈਲਥ ਲਈ ਕੋਈ ਬੰਦਾ ਆਪਣੇ ਆਪ ਕਰ ਸਕੇ ਜਿਹਨੂੰ ਹਜੇ ਹੋਇਆ ਨਹੀਂ ਇਹ ਡਿਪਰੈਸ਼ਨ ਐਂਗਜ਼ਾਇਟੀ ਪਰ ਉਹ ਬਚ ਜਾਵੇ? ਹਾਂਜੀ ਮੇਨ ਗੱਲ ਤੁਸੀਂ ਸੈਲਫ ਕੇਅਰ ਕਰੋ, ਆਪਦੀ ਦੇਖਭਾਲ ਕਰਨੀ, ਆਪਦੀ ਹੈਲਥ ਦਾ ਆਪਦਾ ਦੇਖਣਾ, ਆਪਦਾ ਸੈਲਫ ਕੇਅਰ ਕਰਨਾ, ਜਿਵੇਂ ਆਪਦਾ ਖਾਣ ਪੀਣ ਸੀ ਉਹ ਸਹੀ ਰੱਖਣੀ, ਆਪਦੀ ਨੀਂਦ ਦਾ ਉਹ ਮਾਨੀਟਰ ਕਰਨੀ, ਇਹਦੇ ਕੁਛ ਵਧੀਆ ਹੁੰਦਾ ਜੀ। ਨੀਂਦ ਕਿੰਨੀ ਕੁ ਹੋਣੀ ਚਾਹੀਦੀ ਹੈ ਜੀ? ਡਿਪੈਂਡਿੰਗ ਉਹਦੇ ਏਜ 'ਤੇ। ਹੁਣ ਜੇ ਆਮ ਬੰਦੇ ਨੂੰ ਜਿਹੜੀ 7-8 ਘੰਟੇ ਠੀਕ ਹੁੰਦੀ ਹੈ, ਬੱਚਿਆਂ ਵਾਸਤੇ ਜੇ ਟੀਨੇਜਰ ਹੁੰਦੇ ਨੇ ਜਾਂ ਉਹ ਤੋਂ ਛੋਟੇ ਤਕਰੀਬਨ 9 ਘੰਟੇ ਰਾਤ। ਸਾਊਥ ਏਸ਼ੀਅਨ ਕਮਿਊਨਿਟੀ ਦੀਆਂ ਕੋਈ ਯੂਨੀਕ ਪ੍ਰੋਬਲਮਸ ਹੁੰਦੀਆਂ ਇਹ ਮਾਨਸਿਕ ਬਾਕੀਆਂ ਨਾਲੋਂ? ਇਹ ਬਾਕੀ ਸਾਰੀ ਸੇਮ ਪ੍ਰੋਬਲਮ ਹੁੰਦੀ ਹੈ ਐਂਗਜ਼ਾਇਟੀ ਸਪੈਸ਼ਲ, ਪਰ ਜਿਹੜੀ ਸਾਊਥ ਏਸ਼ੀਅਨ ਪ੍ਰੋਬਲਮ ਹੁੰਦੀ ਹੈ ਉਹ ਜਿਵੇਂ ਸਾਡੇ ਜਿਹੜੇ ਘਰੇਲੂ ਪ੍ਰੋਬਲਮ ਹੁੰਦੀ ਹੈ ਕਿ ਸਰ ਇਕੱਠੇ ਰਹਿੰਦੇ ਹਾਂ, ਕਦੇ ਕਦੇ ਅਸੀਂ ਸਾਡੀ 3 ਪੀੜ੍ਹੀਆਂ ਘਰੇ ਹੁੰਦੀ ਹੈ, ਇੱਕ ਹੈ ਨਾ, ਬਜ਼ੁਰਗ ਹੁੰਦੇ ਨੇ, ਬੱਚੇ ਹੁੰਦੇ ਨੇ, ਮਾਂ ਬਾਪ ਹੁੰਦੇ ਨੇ, ਚਾਚੇ ਤਾਏ ਹੁੰਦੇ ਘਰੇ ਸਾਰੇ, ਉਹ ਨਾ ਉਹਦੇ ਕਰਕੇ ਵੀ ਉਹ ਤਾਂ ਹੀ ਸਾਡੀ ਪ੍ਰੋਬਲਮ ਜਿਹੜੀ ਯੂਨੀਕ ਹੈਗੀ ਹੈ ਬਾਕੀ ਕਲਚਰਾਂ ਤੋਂ। ਹਾਂਜੀ। ਇੰਟਰਨੈਸ਼ਨਲ ਸਟੂਡੈਂਟਸ ਲਈ ਕੀ ਸਲਾਹ ਹੈ, ਉਹਨਾਂ ਨੂੰ ਕੋਈ ਖਾਸ ਸੁਝਾਅ ਦਓਗੇ ਜਿਹੜਾ ਉਹ ਇਸ ਚੀਜ਼ ਤੋਂ ਬਚ ਸਕਣ? ਹਾਂਜੀ, ਟੇਕ ਕੇਅਰ ਆਫ ਯੋਰਸੈਲਫ, ਆਪਦੀ ਸੀ ਦੇਖਭਾਲ ਕਰੋ ਪੂਰੀ, ਸਹੀ ਖਾਓ ਪੀਓ ਅਤੇ ਕਿਸੇ ਨਾਲ ਗੱਲ ਕਰ ਲਓ ਕਾਉਂਸਲਰ ਨਾਲ। ਅਤੇ ਤੁਹਾਡੇ ਸਕੂਲ 'ਚ ਉਹ ਯੂਨੀਵਰਸਿਟੀ ਕਾਲਜ ਵਿੱਚ ਕਾਉਂਸਲਰ ਹੁੰਦੇ ਨੇ, ਉਹ ਸਰਵਿਸ ਫ੍ਰੀ ਕਰ ਦਿੰਦੇ ਆ, ਉਹ ਵੀ ਅਸੀਂ ਮਿਲਿਓ ਗੱਲ ਕਰੋ ਨਾਲ ਜਿਸ ਵੇਲੇ ਕੋਈ ਪ੍ਰੋਬਲਮ ਹੈਗੀ। ਇਹਨੂੰ ਜੈਂਡਰ ਬੇਸ 'ਤੇ ਕੈਟਾਗਰਾਈਜ਼ ਕੀਤਾ ਜਾ ਸਕਦਾ ਕਿ ਜਿਹੜੀਆਂ ਔਰਤਾਂ ਦੀਆਂ ਪ੍ਰੋਬਲਮਸ ਹੋਰ ਹੁੰਦੀਆਂ ਜਾਂ ਉਹਨਾਂ 'ਚ ਜ਼ਿਆਦਾ ਹੁੰਦੀਆਂ ਜਾਂ ਮੇਲ ਦੇ ਵਿੱਚ ਘੱਟ ਵੱਧ ਹੁੰਦੀਆਂ ਜਾਂ ਦੋਨੇ ਸੇਮ ਤਕਰੀਬਨ ਜੀ? ਤੇ ਜਿਹੜੀਆਂ ਔਰਤਾਂ ਘਰ ਦੇ ਵਿੱਚ ਕੰਮ ਕਰਦੀਆਂ ਸਾਰਾ ਦਿਨ ਸਵੇਰ ਤੋਂ ਸ਼ਾਮ ਤੱਕ ਬੱਚੇ ਸਾਂਭਦੀਆਂ ਜਾਂ ਘਰ ਦਾ ਕੰਮ ਉਹਨਾਂ ਦੀ ਜ਼ਿੰਮੇਵਾਰੀ ਹੁੰਦੀ ਹੈ, ਕੀ ਉਹਨਾਂ ਨੂੰ ਕੋਈ ਇੱਦਾਂ ਦੀ ਸਲਾਹ ਹੈਗੀ ਵੀ ਉਹਨਾਂ ਨੂੰ ਘਰ 'ਚੋਂ ਬਾਹਰ ਨਿਕਲਣਾ ਚਾਹੀਦਾ ਜਾਂ ਜੇ ਡਿਪਰੈਸ਼ਨ ਦੇ ਵਿੱਚ ਆ ਤਾਂ ਜ਼ਿਆਦਾ ਨਿਕਲਣਾ ਚਾਹੀਦਾ? ਜ਼ਿਆਦਾ ਘੱਟ ਤਾਂ ਗੱਲ ਤਾਂ ਨਹੀਂ ਹੈਗੀ ਸੀ, ਪਰ ਜੇ ਉਹਨਾਂ ਨੂੰ ਫਿਰ ਆਪਦੇ ਵੀ ਸੈਲਫ ਕੇਅਰ ਚਾਹੀਦੀ, ਕਿਉਂਕਿ ਸਾਡੀ ਕਮਿਊਨਿਟੀ 'ਚ ਪ੍ਰੋਬਲਮ ਹੈ ਕਿ ਅਸੀਂ ਸੋਚਦੇ ਹਾਂ ਕਿ ਜੇ ਮਾਵਾਂ ਹੁਣ ਸਾਰਿਆਂ ਵਾਸਤੇ ਰੋਟੀ ਪਕਾਵੇ, ਇਹ ਕਰੇ, ਉਹ ਫਿਰ ਉਹ ਸਹੀ ਕੰਮ ਕਰਦੀ ਹੈ, ਉਹ ਵੀ ਕੰਮ ਕਰਨਾ ਪੈਂਦਾ ਪਰ ਆਪਦਾ ਵੀ ਖਿਆਲ ਕਰਨਾ ਪੈਂਦਾ। ਹੁਣ ਜੇ ਉਹ ਅੱਧਾ ਘੰਟਾ ਬਾਹਰ ਸੈਰ ਕਰ ਸਕਦੇ ਨੇ ਜਾਂ ਪਾਰਕ ਜਾ ਸਕਦੇ ਆ, ਸਪੈਂਡਿੰਗ ਟਾਈਮ ਵਿਦ ਨੇਚਰ, ਕੁਦਰਤ ਨਾਲ ਟਾਈਮ ਸਪੈਂਡ ਕਰਨਾ, ਉਹ ਵੀ ਵਧੀਆ ਹੁੰਦਾ ਉਹਨਾਂ ਵਾਸਤੇ। ਐਕਸਰਸਾਈਜ਼ ਜਿਵੇਂ ਗੋਇੰਗ ਫॉर ਅ ਵਾਕ ਵੀ ਵਧੀਆ ਰਹਿੰਦਾ ਜੀ। ਮੌਸਮ ਦਾ ਕੋਈ ਨਾ ਮਾਨਸਿਕ ਪ੍ਰੋਬਲਮ ਨਾਲ ਸੰਬੰਧ ਹੈ? ਹਾਂਜੀ, ਇੱਕ ਹੈਗੀ ਹੈ ਉਹ, ਇਹਨੂੰ ਕਹਿੰਦੇ ਸੀਜ਼ਨਲ ਅਫੈਕਟਿਵ ਡਿਸਆਰਡਰ SAD, ਜੋ ਸਾਨੂੰ ਘੱਟ ਵਿਟਾਮਿਨ D ਮਿਲਦੀ ਆ ਸੂਰਜ ਤੋਂ, ਫਿਰ ਉਹ ਵੀ ਪ੍ਰੋਬਲਮ ਹੋ ਸਕਦੀ ਆ। ਉਹ ਡਿਪਰੈਸ਼ਨ ਵਾਂਗੂ ਥੋੜ੍ਹੀ ਜਿਹੀ ਉਹ ਮਿਲਾਪ ਹੈਗਾ ਜੀ। ਤੇ ਲਾਈਟ ਨਾਲ ਵੀ ਇਹਦਾ ਕੋਈ ਸੰਬੰਧ ਹੈ ਜੀ? ਹਾਂਜੀ, ਲਾਈਟ ਨਾਲ ਹੈਗੀ ਹੈ, ਜਿਵੇਂ ਘੱਟ ਸਨਲਾਈਟ ਨਾਲ ਉਹਦੀ ਪ੍ਰੋਬਲਮ ਹੋ ਜਾਂਦੀ ਹੈ ਕਿਉਂਕਿ ਵਿਟਾਮਿਨ D ਫਿਰ ਘੱਟ ਮਿਲਦੀ ਹੈ। ਕਈ ਲੋਕ ਕਹਿੰਦੇ ਇੱਕ ਆਰਟੀਫਿਸ਼ੀਅਲ ਲਾਈਟ ਕੋਈ ਇਦਾਂ ਦੀ ਮਿਲ ਜਾਂਦੀ ਜਿਹਦੇ ਨਾਲ ਡਿਪਰੈਸ਼ਨ ਘਟ ਜਾਂਦਾ, ਕੁਛ ਇਦਾਂ ਵੀ ਹੁੰਦਾ ਜੀ ਕਿ UV ਲਾਈਟ ਹੁੰਦੀ ਆ, ਇਟ ਕੈਨ ਹੈਲਪ ਵਿਦ ਲਿਟਲ ਬਿਟ। ਜਿਹੜੀ ਨੈਚੁਰਲ ਲਾਈਟ ਹੁੰਦੀ ਆ ਸਭ ਤੋਂ ਵਧੀਆ ਉਹ ਹੁੰਦੀ ਆ, ਉਹਦੇ ਦਿਮਾਗ ਵਾਸਤੇ ਹੁੰਦੀ ਹੈ ਵਧੀਆ ਜੀ। ਵਿਜੇ ਸਿੰਘ ਮਾਨ ਜੀ, ਆਖਰ ਦੇ ਵਿੱਚ ਸਾਡੇ ਚੈਨਲ ਪੰਜਾਬੀ ਦੇ ਦਰਸ਼ਕਾਂ ਲਈ ਕੋਈ ਸੰਦੇਸ਼ ਤੇ ਜੇ ਕੰਟੈਕਟ ਕਰਨਾ ਹੋਵੇ ਤੁਹਾਡੇ ਨਾਲ ਕਿੱਦਾਂ ਕੀਤਾ ਜਾ ਸਕੇ? ਮੇਰੀ ਵੈਬਸਾਈਟ ਹੈਗੀ ਜੀ ਮੇਰੀ, ਇਟਸ ਕਾਲਡ mancounselingandconsulting.com, ਤੁਸੀਂ ਉਹਦੇ ਲੱਭ ਸਕਦੇ ਹੋ। ਬਾਕੀ ਤਾਂ ਤੁਸੀਂ ਆਪਦਾ ਪੂਰਾ ਖਿਆਲ ਕਰੋ, ਜਿਹੜੇ ਕਾਉਂਸਲਰ ਡਾਕਟਰ ਹੈਗੇ ਨੇ ਉਹ ਤੁਹਾਨੂੰ ਸਿਖਾ ਸਕਦੇ, ਤੁਹਾਨੂੰ ਸਮਝਾ ਸਕਦੇ ਆ ਵੀ ਜਿਹੜਾ ਤੁਹਾਡੀ ਸੋਚ, ਤੁਹਾਡੇ ਵਿਚਾਰ, ਤੁਹਾਡੀ ਆਦਤਾਂ ਤੁਹਾਨੂੰ ਤੁਹਾਨੂੰ ਚੇਂਜ ਕਰਨੀਆਂ ਪੈਂਦੀਆਂ। ਆਪਣੇ ਹੱਥੇ ਆਪ ਹੀ ਕਾਰਡ ਸਵਾਰੇ ਹੈ ਨਾ ਅਸੀਂ ਕਰ ਸਕਦੇ ਹਾਂ। ਅਤੇ ਬਾਕੀ ਜਿਹੜੇ ਸਾਡੇ BC ਸਰਕਾਰ ਦੇ ਅਸੂਲ ਹੈਗੇ ਨੇ, ਅਸੀਂ ਪਲੀਜ਼ ਫੋਲੋ ਕਰੋ, ਜਿੰਨੀ ਛੇਤੀ ਅਸੀਂ ਫੋਲੋ ਕਰੋਗੇ ਉਨੀ ਛੇਤੀ ਸਾਡੀ ਪ੍ਰੋਬਲਮ ਜਿਹੜੀ ਸੋਲਵ ਹੋ ਜਾਊਗੀ ਕੋਵਿਡ ਜੀ। ਵਿਜੇ ਸਿੰਘ ਮਾਨ ਜੀ, ਬਹੁਤ ਬਹੁਤ ਸ਼ੁਕਰੀਆ, ਤੁਸੀਂ ਪ੍ਰੋਗਰਾਮ 'ਚ ਆਏ, ਥੈਂਕ ਯੂ ਵੈਰੀ ਮਚ। ਥੈਂਕ ਯੂ ਦੋਸਤੋ, ਅਸੀਂ ਇਹਨਾਂ ਦੇ ਨਾਲ ਗੱਲਬਾਤ ਕੀਤੀ। ਵਿਜੇ ਸਿੰਘ ਮਾਨ ਜਿਹੜੇ ਕਾਉਂਸਲਰ ਨੇ, ਉਹਨਾਂ ਨੇ ਬਹੁਤ ਹੀ ਚੰਗੇ ਤਰੀਕੇ ਦੇ ਨਾਲ ਸਾਨੂੰ ਬਹੁਤ ਸਾਰੇ ਸਵਾਲਾਂ ਦੇ ਜਵਾਬ ਦਿੱਤੇ। ਜਿਹੜੀਆਂ ਸਾਡੀਆਂ ਮਾਨਸਿਕ ਸਮੱਸਿਆਵਾਂ ਨੇ, ਖਾਸ ਕਰ ਇਸ ਕੋਵਿਡ-19 ਦੌਰਾਨ ਸਾਡੇ ਸਾਹਮਣੇ ਆ ਰਹੀਆਂ ਨੇ, ਉਹਨਾਂ ਤੋਂ ਕਿੱਦਾਂ ਬਚਿਆ ਜਾ ਸਕਦਾ, ਜੇ ਉਹਦੀ ਪਕੜ ਦੇ ਵਿੱਚ ਆ ਗਏ ਹੋ ਤਾਂ ਉਹਦਾ ਇਲਾਜ ਕੀ ਹੈ। ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ ਬਹੁਤ ਸਵਾਗਤ। ਦੋਸਤੋ, ਅੱਜ ਅਸੀਂ ਪ੍ਰੋਗਰਾਮ ਦੇ ਇਸ ਹਿੱਸੇ ਵਿੱਚ ਗੱਲਬਾਤ ਕਰਨੀ ਆ ਸਰਦਾਰ ਗੁਰਕੀਰਤ ਸਿੰਘ ਹੋਣਾ ਦੇ ਨਾਲ। ਮਸਲਾ ਸਾਡੇ ਕੋਲ ਕੋਵਿਡ-19 ਦਾ ਅੰਤਰਰਾਸ਼ਟਰੀ ਸਟੂਡੈਂਟਾਂ ਦੇ ਉੱਤੇ ਕੀ ਅਸਰ ਪਿਆ, ਖਾਸ ਕਰ ਉਹਨਾਂ ਦੀ ਮਾਨਸਿਕ ਸਿਹਤ ਦੇ ਉੱਤੇ ਕੀ ਅਸਰ ਪਿਆ। ਅਤੇ ਇਸ ਸਮੇਂ ਦੇ ਵਿੱਚ ਕੁਝ ਖਬਰਾਂ ਇਹੋ ਜਿਹੀਆਂ ਵੀ ਆਈਆਂ ਕਿ ਕੋਵਿਡ-19 ਦੌਰਾਨ ਉਨੀਆਂ ਮੌਤਾਂ ਕੋਵਿਡ-19 ਦੇ ਨਾਲ ਨਹੀਂ ਹੋਈਆਂ ਜਿੰਨੀਆਂ ਮੌਤਾਂ ਓਵਰਡੋਜ਼ ਦੇ ਨਾਲ ਹੋ ਗਈਆਂ, ਡਰੱਗ ਓਵਰਡੋਜ਼ ਦੇ ਨਾਲ ਹੋ ਗਈਆਂ। ਸੋ ਇਹਨਾਂ ਵੱਖ-ਵੱਖ ਮੁੱਦਿਆਂ ਦੇ ਉੱਤੇ ਅਸੀਂ ਬਹੁਤ ਲੰਬੀ ਗੱਲਬਾਤ ਕੀਤੀ ਹੈ ਪਿਛਲੇ ਸਮੇਂ ਦੇ ਵਿੱਚ। ਗੁਰਕੀਰਤ ਸਿੰਘ ਹੋਣਾ ਨਾਲ ਪ੍ਰੋਗਰਾਮ ਦੇ ਇਸ ਹਿੱਸੇ ਵਿੱਚ ਆਪਾਂ ਗੱਲਬਾਤ ਕਰਦੇ ਹਾਂ ਕਿ ਇਹ ਡਰੱਗ ਓਵਰਡੋਜ਼ ਅਤੇ ਕੋਵਿਡ-19 ਦਾ ਆਪਸ 'ਚ ਕੀ ਸੰਬੰਧ ਆ, ਜਾਂ ਡਰੱਗ ਓਵਰਡੋਜ਼ ਵੈਸੇ ਸਾਡੇ ਸਮਾਜ ਦੇ ਵਿੱਚ ਕਿਸ ਤਰ੍ਹਾਂ ਖਤਰਨਾਕ ਹੋ ਰਹੀ ਹੈ। ਅਤੇ ਦੂਜੀ ਗੱਲ, ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਨੇ, ਗੁਰਕੀਰਤ ਸਿੰਘ ਹੋਣੀ ਉਹਨਾਂ ਵੱਖ-ਵੱਖ ਆਰਗੇਨਾਈਜੇਸ਼ਨਸ ਦੇ ਨਾਲ ਕੰਮ ਕਰਦੇ ਆ ਕਿ ਉਹਨਾਂ ਦੀਆਂ ਖਾਸ ਸਮੱਸਿਆਵਾਂ ਕੀ ਆ ਜਾਂ ਉਹ ਇਹਨੂੰ ਕਿਸ ਤਰ੍ਹਾਂ
ਹੈਂਡਲ ਕਰ ਰਿਹਾ। ਗੁਰਪ੍ਰੀਤ ਸਿੰਘ ਜੀ, ਬਹੁਤ-ਬਹੁਤ ਸਵਾਗਤ ਹੈ, ਜੀ ਆਇਆਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਸਭ ਅਕਾਲ ਤੋਂ ਜੀ। ਪਹਿਲਾਂ ਚੈਨਲ ਪੰਜਾਬੀ ਦਾ ਅਤੇ ਪੋਇਟਿਕ ਜਸਟਿਸ ਫਾਊਂਡੇਸ਼ਨ ਤੇ ਸਾਊਥ ਏਸ਼ੀਅਨ ਮੈਂਟਲ ਹੈਲਥ ਲਾਈਨਸ ਦਾ ਬਹੁਤ-ਬਹੁਤ ਸ਼ੁਕਰੀਆ, ਜਿਨ੍ਹਾਂ ਦੀ ਬਦੌਲਤ ਅੱਜ ਇੱਥੇ ਦਾਸ ਨੂੰ ਮੌਕਾ ਮਿਲਿਆ। ਜੀ ਗੁਰਪ੍ਰੀਤ ਸਿੰਘ ਜੀ, ਥੋੜ੍ਹਾ ਜਿਹਾ ਪਹਿਲਾਂ ਆਪਣੇ ਬਾਰੇ ਦੱਸਿਓ ਕਿ ਤੁਸੀਂ ਕਿਹਨਾਂ ਆਰਗੇਨਾਈਜੇਸ਼ਨ ਦੇ ਨਾਲ ਕਿੱਦਾਂ ਕੰਮ ਕਰਦੇ ਆ, ਤੇ ਫਿਰ ਆਪਾਂ ਗੱਲਬਾਤ ਸ਼ੁਰੂ ਕਰਦੇ ਹਾਂ। ਹਾਂਜੀ, ਮੈਂ ਜੀ ਇੱਥੇ ਕੈਨੇਡਾ 'ਚ 2015 'ਚ ਅੰਤਰਰਾਸ਼ਟਰੀ ਵਿਦਿਆਰਥੀ ਵਜੋਂ ਆਇਆ ਸੀ ਜੀ। ਤੇ ਉਸ ਤੋਂ ਬਾਅਦ ਇੱਥੇ ਜਦੋਂ ਆਪਾਂ ਵਿਚਰੇ ਸੋ ਵੇਖਿਆ ਕਿ ਬੜੀਆਂ ਇਹੋ ਜਿਹੀਆਂ ਚੀਜ਼ਾਂ ਸੀਗੀਆਂ ਜਿਨ੍ਹਾਂ ਦੇ ਉੱਤੇ ਕੰਮ ਕਰਨ ਦੀ ਲੋੜ ਸੀ। ਸੋ ਮੈਂ ਸਾਊਥ ਏਸ਼ੀਅਨ ਮੈਂਟਲ ਹੈਲਥ ਅਲਾਈਅੰਸ ਵੱਲੋਂ ਪਿਛਲੇ ਸਾਲ ਇੱਕ ਰਿਟਰੀਟ ਕਰਾਈ ਗਈ ਸੀ। ਅੱਛਾ ਸੋ ਜੀ। ਉਹਦੇ ਵਿੱਚ 50 ਦੇ ਕਰੀਬ ਮੈਂਟਲ ਹੈਲਥ ਅੰਬੈਸਡਰ ਤਿਆਰ ਕੀਤੇ ਗਏ ਸਨ, ਜਿਨ੍ਹਾਂ ਨੂੰ ਮੈਂਟਲ ਹੈਲਥ ਦੀ ਪੂਰੀ ਟ੍ਰੇਨਿੰਗ, ਫਿਰ ਉਹਦੇ ਨਾਲ ਵੱਖਰੀਆਂ ਵੱਖਰੀਆਂ ਵਰਕਸ਼ਾਪਸ ਉਹਦੇ ਨਾਲ ਤਿਆਰ ਕਰਕੇ ਆਪਣੇ ਸਰੀ ਤੇ ਐਬਸਫੋਰਡ ਦੇ ਇਲਾਕਿਆਂ ਦੇ ਵਿੱਚ ਮਤਲਬ ਕਿ ਮੈਂਟਲ ਹੈਲਥ ਬਾਰੇ ਪ੍ਰਚਾਰ ਕਰਨ ਬਾਰੇ ਮਤਲਬ ਕਿ ਭੇਜਿਆ ਗਿਆ ਸੀ। ਸੋ ਉੱਥੋਂ ਬੜਾ ਕੁਝ ਸਿੱਖਿਆ। ਫਿਰ ਉਹਦੇ ਨਾਲ ਇੱਕ ਹੋਰ ਸੰਸਥਾ ਵਨ ਵੌਇਸ ਕੈਨੇਡਾ, ਜਿਹੜੀ ਇੰਟਰਨੈਸ਼ਨਲ ਸਟੂਡੈਂਟਸ ਦੀਆਂ ਸਮੱਸਿਆਵਾਂ ਦੇ ਲਈ ਬਣਾਈ ਗਈ ਸੀ, ਕਿ ਉਹਦੇ ਨਾਲ ਐਜ਼ ਅ ਕਮਿਊਨਿਟੀ ਆਊਟਰੀਚ ਡਾਇਰੈਕਟਰ ਵਜੋਂ ਦਾ ਸੇਵਾ ਕਰਦਾ ਹੈਗਾ ਹੈ। ਸੋ ਉੱਥੇ ਜਦੋਂ ਆਪਾਂ ਇਹ ਵਾਲੀ ਸੇਵਾ ਸ਼ੁਰੂ ਕੀਤੀ ਤਾਂ ਪਤਾ ਲੱਗਾ ਕਿ ਆਪਣੀ ਕਮਿਊਨਿਟੀ ਦੇ ਵਿੱਚ ਮਾਨਸਿਕ ਰੋਗਾਂ ਦੀ ਬੜੀ ਮਤਲਬ ਕਿ ਇੱਕ ਬਹੁਤ ਤਰੀਕਿਆਂ ਦੇ ਨਾਲ ਮਤਲਬ ਅਣਗੌਲਿਆ ਕੀਤਾ ਜਾਂਦਾ ਮਾਨਸਿਕ ਰੋਗਾਂ ਨੂੰ। ਭਾਵੇਂ ਉਹ ਤੁਸੀਂ ਲਾ ਲਓ ਇੱਥੋਂ ਦੀ ਜਨਰਲ ਪਾਪੂਲੇਸ਼ਨ ਹੈਗੀ ਆ, ਤੇ ਭਾਵੇਂ ਜਿਹੜੇ ਆਪਣੇ ਪ੍ਰਵਾਸੀ ਵੀਰ ਹੁੰਦੇ ਹੈਗੇ ਪੜ੍ਹਨ ਦੇ ਤੌਰ ਤੇ ਜਾਂ ਦੂਜੇ ਮਤਲਬ ਕੰਮ ਕਰਨ ਦੇ ਤੌਰ ਤੇ ਹੁੰਦੇ ਹੈਗੇ ਆ। ਸੋ ਜਦੋਂ ਕੋਵਿਡ-19 ਸ਼ੁਰੂ ਹੁੰਦਾ ਹੈਗਾ ਹੈ, ਉਸ ਤੋਂ ਪਹਿਲਾਂ ਅਖੀਰਲੇ ਸਾਲ ਦਸੰਬਰ ਦੇ ਮਹੀਨੇ 'ਚ ਆਪਾਂ ਨੂੰ ਕੋਈ ਪਤਾ ਵੀ ਨਹੀਂ ਸੀਗਾ ਕਿ ਕੈਨੇਡਾ ਦੇ ਵਿੱਚ ਵੀ ਇੰਨੀ ਜ਼ਿਆਦਾ ਮਤਲਬ ਕਿ ਤਬਾਹੀ ਇਹ ਚੀਜ਼ ਕਰ ਸਕਦੀ ਹੈਗੀ, ਆਰਥਿਕ ਪੱਖੋਂ ਵੀ, ਮਾਨਸਿਕ ਸਿਹਤ ਪੱਖੋਂ ਵੀ, ਤੇ ਹੋਰ ਦੂਜੇ ਤਰੀਕਿਆਂ ਨਾਲ ਵੀ। ਸੋ ਜਦੋਂ ਕੋਵਿਡ-19 ਸ਼ੁਰੂ ਹੋਇਆ ਹੈ, ਉਦੋਂ ਸਭ ਤੋਂ ਜ਼ਿਆਦਾ ਮੈਨੂੰ ਲੱਗਦਾ ਜਿਹੜਾ ਪ੍ਰਭਾਵ ਇਸ ਦਾ ਪਿਆ, ਉਹਦਾ ਪਿਆ ਪ੍ਰਭਾਵ ਇੰਟਰਨੈਸ਼ਨਲ ਸਟੂਡੈਂਟਸ ਦੇ ਉੱਤੇ ਤੇ ਬਜ਼ੁਰਗਾਂ ਦੇ ਉੱਤੇ। ਇਹ ਦੋ ਸ਼੍ਰੇਣੀਆਂ ਇਹੋ ਜਿਹੀਆਂ ਜਿਨ੍ਹਾਂ ਨੂੰ ਸਭ ਤੋਂ ਜ਼ਿਆਦਾ ਮਾਰ ਸਹਿਣੀ ਪਈ ਆ ਕੋਵਿਡ-19 ਦੀ। ਸੋ ਕੋਵਿਡ-19 ਦੇ ਨਾਲ ਹੋਇਆ ਕਿ ਇੱਕਦਮ ਕੰਮ ਬੰਦ ਹੋ ਗਏ, ਬੱਚੇ ਘਰਾਂ 'ਚ ਬਹਿ ਗਏ। ਫਿਰ ਉਹਦੇ ਨਾਲ ਕੰਮ ਨਹੀਂ ਸੀ ਲੱਭਦਾ। ਸੋ ਕਈਆਂ ਨੂੰ ਸਰਬ ਮਿਲ ਗਈ, ਪਰ ਕਈ ਨਿਆਣੇ ਇਹੋ ਜਿਹੇ ਸੀਗੇ ਜਿਹੜੇ ਹਾਲੇ ਨਵੇਂ ਆਏ ਸੀ, ਜਿਹੜੇ ਮਤਲਬ ਕਿ ਉਹ ਜਿਹੜਾ ਉਹਨਾਂ ਦਾ ਮਿਨੀਮਮ ਕ੍ਰਾਈਟੇਰੀਆ ਸੀ ਉਹਨੂੰ ਪੂਰਾ ਨਹੀਂ ਸੀ ਕਰਦੇ, ਤੇ ਉਹਨਾਂ ਨੂੰ ਸਰਬ ਨਹੀਂ ਮਿਲੀ। ਸੋ ਆਰਥਿਕ ਪੱਖੋਂ ਬਹੁਤ ਔਕੜਾਂ ਦਾ ਸਾਹਮਣਾ ਕਰਨਾ ਪਿਆ। ਉਹਦੇ ਨਾਲ ਇੱਕਦਮ ਜਿਹੜੀ ਪੜ੍ਹਾਈ ਪਹਿਲਾਂ ਇਨ ਕੈਂਪਸ ਚੱਲਦੀ ਸੀਗੀ, ਉਹ ਔਨਲਾਈਨ ਸ਼ੁਰੂ ਹੋ ਗਈ, ਤੇ ਬਹੁਤੇ ਸਾਰੇ ਵਿਦਿਆਰਥੀ ਔਨਲਾਈਨ ਪੜ੍ਹਾਈ ਲਈ ਤਿਆਰ ਹੀ ਨਹੀਂ ਸਨ। ਸੋ ਇਹ ਦੋ ਔਕੜਾਂ ਦੇ ਕਰਕੇ ਸਿੱਧਾ ਉਹਨਾਂ ਦੇ ਉੱਤੇ, ਉਹਨਾਂ ਦੀ ਮਾਨਸਿਕ ਸਿਹਤ ਦੇ ਉੱਤੇ ਅਸਰ ਪੈਣਾ ਸ਼ੁਰੂ ਹੋ ਗਿਆ, ਜਿਵੇਂ ਐਨਜ਼ਾਈਟੀ, ਡਿਪਰੈਸ਼ਨ। ਫਿਰ ਇਸੇ ਤਰੀਕੇ ਦੇ ਨਾਲ ਨੀਂਦ ਨਾ ਆਉਣਾ, ਇਹ ਵੀ ਇੱਕ ਮਾਨਸਿਕ ਰੋਗ ਬਣ ਜਾਂਦਾ ਅੱਗੇ ਜਾ ਕੇ, ਕਿਉਂਕਿ ਜਦੋਂ ਆਪਾਂ ਨੂੰ ਜ਼ਿਆਦਾ ਚਿੰਤਾ ਰਹਿੰਦੀ ਸਾਰੀਆਂ ਵੱਖਰੀਆਂ ਚੀਜ਼ਾਂ ਦੀ, ਤੇ ਆਪਾਂ ਚੈਨ ਨਾਲ ਸੌਂ ਵੀ ਨਹੀਂ ਸਕਦੇ ਹੈਗੇ। ਸੋ ਇਸ ਦੇ ਵਿੱਚੋਂ ਨਿਕਲ ਕੇ ਜਿਹੜੀਆਂ ਚੀਜ਼ਾਂ ਸਾਹਮਣੇ ਆਈਆਂ ਕਿ ਇੱਕ ਤੇ ਕੰਮ ਦੀ ਘਾਟ ਹੋਣ ਕਰਕੇ, ਫੀਸ ਦੀ ਚਿੰਤਾ, ਆਪਣਾ ਰੋਜ਼ਮਿਆਰ ਦਾ ਮਤਲਬ ਜਿਹੜੀ ਗਰੋਸਰੀ ਲਿਆਉਣੀ ਉਹਦੇ ਲਈ ਵੀ ਪੈਸੇ ਚਾਹੀਦੇ ਹੈਗੇ ਆ। ਫਿਰ ਜਿਹੜੇ ਬੱਚਿਆਂ ਦੇ GIC ਅਕਾਊਂਟ 'ਚ $10,000 ਜਮ੍ਹਾਂ ਹੁੰਦਾ, ਉਹਨਾਂ 'ਤੇ ਮਸਾਂ ਕਿਰਾਇਆ ਹੀ ਨਿਕਲਦਾ ਹੈਗਾ, ਜਿੰਨੀ ਆਪਾਂ ਨੂੰ ਪਤਾ ਕਿ ਬੇਸਮੈਂਟਾਂ ਦੇ ਰੈਂਟ ਜਿੰਨੇ ਮਤਲਬ ਕਿ ਅੱਪ ਜਾ ਚੁੱਕੇ ਹੈਗੇ ਆ। ਸੋ ਇਹ ਕੁਝ ਔਕੜਾਂ ਬੱਚਿਆਂ ਨੇ ਮਤਲਬ ਸਹਾਰੀਆਂ ਹੈਗੀਆਂ ਪਿਛਲੇ ਤੁਸੀਂ ਲਾ ਲਓ 8-9 ਮਹੀਨਿਆਂ ਤੋਂ। ਤੇ ਹੁਣ ਜਦੋਂ ਦੂਜੀ ਵੇਵ ਆਉਂਦੀ ਪਈ ਆ, ਮੈਂ ਤਾਂ ਕਦੀ ਸੋਚਦਾ ਨਾ ਕਿ ਹੁਣ ਦੂਜੀ ਵੇਵ 'ਚੋਂ ਪਤਾ ਨਹੀਂ ਕੌਣ ਸਾਬਤ ਨਿਕਲ ਕੇ ਬਚੂਗਾ ਇੱਥੋਂ। ਵਾਕਈ ਜਿਸ ਤਰੀਕੇ ਦੇ ਨਾਲ ਕ੍ਰਾਈਸਿਸ ਆ, ਜਾਂ ਜਿਸ ਤਰੀਕੇ ਦੇ ਨਾਲ ਜਿਹੜੇ ਕੇਸ ਵੀ ਆ ਰਹੇ ਆ, ਇਹ ਇੱਕ ਖਤਰਨਾਕ ਚੀਜ਼ ਆ। ਔਰ ਦੂਜੇ ਸੰਕਟ, ਆਰਥਿਕ ਸੰਕਟ ਇਹਦੇ ਨਾਲ ਕੁਦਰਤੀ ਆ ਪੈਣੇ ਹੋਣੇ ਆ, ਔਰ ਆਸ ਕਰਦੇ ਆ ਵੀ ਸਾਰੇ ਠੀਕ ਠਾਕ ਹੀ ਇਹਦੇ ਵਿੱਚੋਂ ਬਾਹਰ ਆਉਣ। ਇੱਥੇ ਖਾਸ ਤੌਰ 'ਤੇ ਸਟੂਡੈਂਟਸ ਨੂੰ ਕੀ ਪ੍ਰੋਬਲਮ ਹੁੰਦੀ ਸੀ? ਆਰਥਿਕ ਸਮੱਸਿਆ ਤਾਂ ਉਹਨਾਂ ਦੀ ਹੋ ਗਈ, ਮਾਨਸਿਕ ਤੌਰ 'ਤੇ ਕੀ ਕਰਦੇ ਸੀ? ਉਹ ਉਦਾਸ ਰਹਿੰਦੇ ਸੀ ਜਾਂ ਸਮੱਸਿਆ ਕੀ ਸੀਗੀ ਐਕਚੁਅਲੀ? ਹੁਣ ਜਿਵੇਂ ਇੱਕਦਮ ਜਦੋਂ ਲੋਕਡਾਊਨ ਹੋ ਗਿਆ, ਘਰਾਂ 'ਚ ਆਪਾਂ ਸਾਰੇ ਵੱਜ ਗਏ, ਬਿਲਕੁਲ ਬਾਹਰ ਨਹੀਂ ਕਿਤੇ ਜਾ ਸਕਦੇ, ਗੁਰਦੁਆਰੇ ਸਾਹਿਬ ਨਹੀਂ ਜਾ ਸਕਦੇ, ਜਾਂ ਤੁਸੀਂ ਲਾ ਲਓ ਕਿਤੇ ਘੁੰਮਣ ਫਿਰਨ ਨਹੀਂ ਜਾ ਸਕਦੇ। ਸੋ ਉਹਦੇ ਨਾਲ ਹੁੰਦਾ ਕੀ ਆ ਕਿ ਜਦੋਂ ਬੰਦਾ ਇਕੱਲਾ ਘਰੇ ਰਹਿ ਜਾਂਦਾ ਹੈਗਾ ਨਾ, ਤੇ ਉਦੋਂ ਮਤਲਬ ਕਿ ਵੱਖਰੇ ਬੰਦੇ ਦੇ ਮਨ ਦੇ ਵਿੱਚ ਖਿਆਲ ਘੁੰਮਣੇ ਸ਼ੁਰੂ ਹੋ ਜਾਂਦੇ, ਜਿਹੜੇ ਕਦੀ ਉਹਨੇ ਸੋਚੇ ਵੀ ਨਹੀਂ ਹੁੰਦੇ। ਫਿਰ ਇੱਕ ਹੋਰ ਬੜੀ ਵੱਡੀ ਚਿੰਤਾ ਸਤਾਉਂਦੀ ਬੰਦੇ ਨੂੰ ਕਿ ਇਹ ਇਕੱਲੀ ਕੈਨੇਡਾ 'ਚ ਹੀ ਨਹੀਂ ਮਹਾਂਮਾਰੀ, ਇਹ ਇੰਡੀਆ 'ਚ ਵੀ ਫੈਲੀ ਆ, ਕਿ ਮੇਰਾ ਪਿੱਛੇ ਪਰਿਵਾਰ ਦੇ ਜੀਅ ਕਿੱਦਾਂ ਹੈਗੇ ਆ, ਉੱਥੇ ਉਹਨਾਂ ਦੀ ਦੇਖਭਾਲ ਚੰਗੀ ਤਰ੍ਹਾਂ ਹੁੰਦੀ ਪਈ ਆ, ਜੇ ਉੱਥੇ ਕਿਸੇ ਨੂੰ ਕਰੋਨਾ ਨਿਕਲ ਆਇਆ ਜਾਂ ਕੁਛ ਇੱਦਾਂ ਹੋ ਗਿਆ ਤੇ ਉਹਨਾਂ ਦੀ ਦੇਖਭਾਲ ਕੌਣ ਕਰੂਗਾ। ਸੋ ਬੜੇ ਵੱਖਰੇ ਮਸਲੇ ਜਿਹੜੇ ਉੱਭਰ ਕੇ ਸਾਹਮਣੇ ਆਏ ਹੈਗੇ। ਉਹਨਾਂ ਨੂੰ ਆਪਣੀ ਨਹੀਂ ਇਕੱਲੀ ਚਿੰਤਾ ਹੁੰਦੀ, ਪਿੱਛੇ ਉਹਨਾਂ ਦੇ ਭੈਣ ਭਰਾ, ਮਾਤਾ ਪਿਤਾ ਜਿਹੜੇ ਪੰਜਾਬ ਦੇ ਵਿੱਚ ਵੱਸਦੇ ਹੈਗੇ, ਉਹਨਾਂ ਦੀ
ਦੀ ਵੀ ਉਹਨਾਂ ਨੂੰ ਬਰਾਬਰ ਚਿੰਤਾ ਹੁੰਦੀ ਹੈਗੀ ਆ। ਸੋ ਉਹਦੇ ਨਾਲ ਜਦੋਂ ਹੁਣ ਮੈਂ ਆਪਣੀ ਐਗਜ਼ਾਮਪਲ ਲੈ ਲੈਣਾ, ਮੈਂ ਹੁਣ ਰੀਸੈਂਟਲੀ ਪੜ੍ਹਾਈ ਸ਼ੁਰੂ ਕੀਤੀ UBC ਦੇ ਵਿੱਚ ਦੁਬਾਰਾ, ਤੇ ਜਦੋਂ 3 ਸਾਲ ਪਹਿਲਾਂ ਮੈਂ ਪੜ੍ਹਾਈ ਕਰਦਾ ਹੁੰਦਾ ਸੀ, ਉਦੋਂ ਕੈਂਪਸ ਦੇ ਵਿੱਚ ਜਾਣਾ, ਦੋਸਤਾਂ ਮਿੱਤਰਾਂ ਨਾਲ ਗੱਲਾਂ ਬਾਤਾਂ ਕਰਨੀਆਂ, ਇੰਸਟਰਕਟਰਸ ਟੀਚਰਾਂ ਦੇ ਨਾਲ ਘੁਲਣਾ ਮਿਲਣਾ, ਉਹਨਾਂ ਕੋਲੋਂ ਸਵਾਲ ਪੁੱਛਣੇ, ਜਵਾਬ ਲੈਣੇ। ਸੋ ਉਹ ਇੱਕ ਬੜਾ ਵਧੀਆ ਮਾਹੌਲ ਸੀਗਾ ਪੜ੍ਹਨ ਦਾ। ਪਰ ਹੁਣ ਜਦੋਂ ਆਪਾਂ ਘਰੇ ਹੁੰਦੇ ਹਾਂ, ਮੰਜੇ ਤੋਂ ਉੱਠ ਕੇ ਲੈਪਟਾਪ ਔਨ ਕੀਤਾ, ਤੁਹਾਡੀ ਕਲਾਸ ਸ਼ੁਰੂ ਹੋ ਗਈ, ਉਹ ਇੱਕ ਮਾਹੌਲ ਨਹੀਂ ਮਿਲਦਾ ਪੜ੍ਹਨ ਵਾਲਾ ਵੀ, ਫਿਰ ਇੱਕ ਉਹ ਇਨਵਾਇਰਨਮੈਂਟ ਨਹੀਂ ਮਿਲਦੀ ਜਿਹਦੇ ਵਿੱਚ ਆਪਾਂ ਚੰਗੇ ਤਰੀਕੇ ਦੇ ਨਾਲ ਆਪਣੀ ਪੜ੍ਹਾਈ ਪੱਖੋਂ ਵਿਕਾਸ ਕਰ ਸਕਦੇ ਹਾਂ। ਸੋ ਉਹਦੇ ਨਾਲ ਕੀ ਹੁੰਦਾ, ਆਟੋਮੈਟਿਕਲੀ ਗ੍ਰੇਡ ਘਟਣੇ ਸ਼ੁਰੂ ਹੋ ਜਾਂਦੇ ਹੈਗੇ। ਜਦੋਂ ਹੁਣ ਨੰਬਰ ਘਟਣੇ ਸ਼ੁਰੂ ਹੋ ਗਏ ਬੱਚਿਆਂ ਦੇ, ਇੱਕ ਉਹ ਵੀ ਸਮੱਸਿਆ ਨਵੀਂ ਖੜੀ ਹੋ ਜਾਂਦੀ ਹੈ ਕਿ ਜੇ ਕੋਰਸ ਪਾਸ ਨਾ ਕੀਤੇ ਤਾਂ ਹੋ ਸਕਦਾ ਵਰਕ ਪਰਮਿਟ ਨਾ ਮਿਲੇ, ਜੇ ਕੋਰਸ ਪਾਸ ਨਾ ਜਾਂ ਉਨੀ GPA ਨਾ ਆਈ ਤੇ ਉਹ ਡਿਗਰੀ ਲੇਟ ਹੋ ਜਾਣੀ ਹੈਗੀ ਆ, ਹੈ ਨਾ। ਸੋ ਇਹ ਵੱਖਰੀਆਂ ਚੀਜ਼ਾਂ ਸਾਰੀਆਂ ਕੋਵਿਡ 'ਚੋਂ ਨਿਕਲ ਕੇ ਬਾਹਰ ਆਈਆਂ, ਜਿਹੜੀਆਂ ਪਹਿਲਾਂ ਆਪਾਂ ਕਦੀ ਸੋਚੀਆਂ ਵੀ ਨਹੀਂ ਸੀ। ਉਹਨਾਂ ਨੂੰ ਹੈਂਡਲ ਕਿੱਦਾਂ ਕਰਦੇ, ਸਮਝਾਉਣੇ ਕਿੱਦਾਂ, ਜਾਂ ਤਰੀਕਾ ਕੀ ਆ ਉਹਨਾਂ ਨੂੰ ਇਹਦੇ ਵਿੱਚੋਂ ਕੱਢਣ ਦਾ ਯਤਨ ਕਿੱਦਾਂ ਕੀਤੇ ਜਾਂਦੇ ਆ? ਸੋ ਸਭ ਤੋਂ ਪਹਿਲੀ ਗੱਲ ਕਿ ਆਪਾਂ ਸਾਰਿਆਂ ਨੂੰ ਇੱਕ ਚੀਜ਼ ਦਾ ਖਾਸਾ ਧਿਆਨ ਰੱਖਣਾ ਚਾਹੀਦਾ ਵਾ ਕਿ ਜਦੋਂ ਆਪਾਂ ਇਕੱਲਾ ਫੀਲ ਕਰਦੇ ਹੈਗੇ ਆ, ਜਾਂ ਮਤਲਬ ਕਿ ਆਪਾਂ ਸੋਸ਼ਲੀ ਆਈਸੋਲੇਟ ਮਹਿਸੂਸ ਕਰਦੇ ਹੈਗੇ ਆ, ਕੋਸ਼ਿਸ਼ ਕਰੀਏ ਕਿ ਆਪਾਂ ਆਪਣੇ ਕੋਲ ਹੁਣ ਸਪੈਨਿਸ਼ ਫਲੂ ਜਦੋਂ ਆਇਆ ਸੀ ਅੱਜ ਤੋਂ 100 ਸਾਲ ਪਹਿਲਾਂ, ਉਦੋਂ ਆਪਣੇ ਕੋਲ ਫੇਸ ਟਾਈਮ ਨਹੀਂ ਸੀ, ਉਦੋਂ ਆਪਣੇ ਕੋਲ ਜ਼ੂਮ ਨਹੀਂ ਸੀਗਾ, ਉਦੋਂ ਆਪਣੇ ਕੋਲ ਸਾਰੀ ਟੈਕਨੋਲੋਜੀ ਨਹੀਂ ਸੀ। ਪਰ ਅੱਜ ਕੋਵਿਡ ਦੇ ਵਿੱਚ ਇੱਕ ਗੱਲ ਵਧੀਆ ਕਿ ਆਪਣੇ ਕੋਲ ਟੈਕਨੋਲੋਜੀ ਆ, ਤੇ ਆਪਾਂ ਨੂੰ ਉਸ ਟੈਕਨੋਲੋਜੀ ਦਾ ਚੰਗੇ ਤਰੀਕੇ ਨਾਲ ਪੂਰਾ ਲਾਹਾ ਲੈਣਾ ਚਾਹੀਦਾ ਹੈ। ਰੋਜ਼ ਆਪਣੇ ਪਿੰਡ ਫੋਨ ਕਰੋ, ਪੁੱਛੋ ਉੱਥੇ ਸਾਰਿਆਂ ਨੂੰ ਕਿਵੇਂ, ਸਾਰਿਆਂ ਦੇ ਹਾਲ ਚਾਲ ਠੀਕ ਠਾਕ ਨੇ। ਫਿਰ ਆਪਣੇ ਦੋਸਤਾਂ ਮਿੱਤਰਾਂ ਨੂੰ, ਜਿਵੇਂ ਜਦੋਂ ਨਵਾਂ ਕੋਵਿਡ ਸ਼ੁਰੂ ਹੋਇਆ, ਮੈਨੂੰ ਯਾਦ ਆ ਅਸੀਂ 10th ਕਲਾਸ ਜਿਹਨਾਂ ਸਾਰਿਆਂ ਕੀਤੀ ਸੀਗੀ, ਸੋ ਸਾਰਿਆਂ ਨੇ ਮਤਲਬ ਕਿ ਸ਼ਾਮਾਂ ਨੂੰ ਵਿਹਲੇ ਹੁੰਦੇ ਸੀ, ਸੋ ਬਹਿ ਕੇ ਤੇ ਮਤਲਬ ਇੱਕ ਦੂਜੇ ਨਾਲ ਗੱਲਾਂ ਬਾਤਾਂ ਕਰਨੀਆਂ। ਮਤਲਬ ਇੱਕ ਚੰਗੇ ਪੱਖੋਂ ਗੱਲ ਇਹ ਵੀ ਸੀਗੀ ਕਿ ਜੋ ਮੰਨ ਲਓ ਕੋਈ ਪੇਂਟਿੰਗ ਕਰਨਾ ਚਾਹੁੰਦਾ ਸੀ ਜਾਂ ਕੋਈ ਕਿਤਾਬ ਲਿਖਣਾ ਚਾਹੁੰਦਾ ਸੀ, ਉਹਨੂੰ ਸਮਾਂ ਨਹੀਂ ਮਿਲਦਾ ਪਿਆ। ਇੱਕ ਬੜਾ ਵਧੀਆ ਟਾਈਮ ਸੀ ਜਿਹਦੇ ਵਿੱਚ ਅਸੀਂ ਦੱਸਿਆ ਕਿ ਤੁਸੀਂ ਆਪਣੀਆਂ ਇਹੋ ਜਿਹੀ ਜਿਹੜੀਆਂ ਰੁਚੀਆਂ ਹੈਗੀਆਂ ਵਾ ਉਹਨਾਂ ਨੂੰ ਉਭਾਰ ਕੇ ਬਾਹਰ ਲਿਆ ਸਕਦੇ ਜੇ। ਮਿਸਾਲ ਦੇ ਵਜੋਂ ਮੇਰਾ ਇੱਕ ਦੋਸਤ ਹੈਗਾ ਗੁਰਸਿਮਰਤ ਸਿੰਘ ਜੀ, ਉਸਨੇ ਕਦੀ ਪੇਂਟਿੰਗ ਨਹੀਂ ਕੀਤੀ, ਪਰ ਉਹਨੂੰ ਪੇਂਟਿੰਗ ਦਾ ਸ਼ੌਂਕ ਬਹੁਤ ਸੀ। ਸੋ ਇਸ ਦੌਰਾਨ ਜਦੋਂ ਮਤਲਬ ਕਿ ਉਹਨੂੰ ਸਕੂਲ ਤੋਂ ਥੋੜ੍ਹੀ ਜਿਹੀ ਵੇਲ ਮਿਲੀ, ਕੰਮ ਤੋਂ ਵੇਲ ਮਿਲੀ, ਉਹਨੇ ਆਪਣੀ ਪੇਂਟਿੰਗ ਸ਼ੁਰੂ ਕਰ ਦਿੱਤੀ, ਤੇ ਹੁਣ ਉਹਨੇ ਮਤਲਬ ਕਿ ਵੱਖਰੇ ਪ੍ਰਕਾਰ ਦੀਆਂ ਜਿਹੜੀਆਂ ਪੇਂਟਿੰਗਸ ਹੁੰਦੀਆਂ ਉਹਨੇ ਬਣਾ ਕੇ ਪੂਰੀ ਉਹਨੇ ਘਰੇ ਆਪਣੀ ਇੱਕ ਗੈਲਰੀ ਬਣਾਈ ਹੋਈ ਆ। ਸੋ ਇੱਕ ਮੌਕਾ ਵੀ ਸੀ ਤੇ ਇੱਕ ਤਰੀਕੇ ਦੇ ਨਾਲ ਸੱਟ ਵੀ ਵੱਜੀ ਆ, ਦੋਵੇਂ ਚੀਜ਼ਾਂ ਸੀਗੀਆਂ। ਇਸ ਨੂੰ ਤੇ ਕ੍ਰਾਈਸਿਸ ਕਹਿੰਦੇ ਹੈਗੇ ਆ ਜਾਪਾਨੀ ਲੈਂਗੁਏਜ ਦੇ ਵਿੱਚ। ਕ੍ਰਾਈਸਿਸ ਦਾ ਮਤਲਬ ਹੁੰਦਾ ਵਾ ਤੁਹਾਡੇ ਕੋਲ ਮੌਕਾ ਵੀ ਆ ਤੇ ਤੁਹਾਡੇ ਖਤਰਾ ਵੀ ਆ। ਸੋ ਇਹ ਆਪਣੇ ਤੇ ਹੈਗੀ, ਆਪਾਂ ਉਸ ਖਤਰੇ ਨੂੰ ਮੌਕੇ ਦੇ ਵਿੱਚ ਕਿੱਦਾਂ ਤਬਦੀਲ ਕਰ ਸਕਦੇ ਹੈਗੇ। ਤੇ ਇਹਦਾ ਕਿੰਨਾ ਕੁ ਅਸਰ ਪਿਆ ਬੱਚਿਆਂ ਦੇ ਉੱਤੇ? ਕਿਉਂਕਿ ਦੂਜਾ ਪਾਸਾ ਇਹ ਸੀ ਵੀ ਜਿਹੜਾ ਉਹਨਾਂ ਦਾ PR ਹੋਣ ਦੇ ਲਈ ਸਰਕਾਰ ਨੇ ਕੁਛ ਨਿਯਮ ਕਹਿੰਦੇ ਆ ਵੀ ਢਿੱਲੇ ਕਰ ਦਿੱਤੇ ਜਾਂ ਕਰ ਦੇਣੇ ਆ, ਕੁਛ ਵਿੱਚ ਫਸੇ ਸੀ, ਇਹਦੇ ਨਾਲ ਕੁਛ ਉਹਨਾਂ ਨੂੰ ਹੈਲਪ ਹੋਈ ਜਾਂ ਜਿਹੜੀ ਬਾਕੀਆਂ ਨੂੰ ਮਦਦ ਮਿਲੀ ਸੀ ਆਰਥਿਕ, ਉਹ ਸਟੂਡੈਂਟਸ ਨੂੰ ਮਿਲੀ, ਜਿਹਦੇ ਨਾਲ ਕਿ ਉਹਨਾਂ ਦੀ ਮਾਨਸਿਕ ਸਿਹਤ ਵੀ ਠੀਕ ਹੋ ਸਕਦੀ? ਸੋ ਤੁਸੀਂ ਬੜਾ ਵਧੀਆ ਮੁੱਦਾ ਉਭਾਰਿਆ PR ਦਾ। ਸੋ PR ਦੇ ਵਿੱਚ ਇੱਦਾਂ ਹੋਇਆ ਕਿ ਮੋਸਟਲੀ ਹੁਣ ਜਿਹੜਾ ਬੱਚਾ ਇੰਡੀਆ ਤੋਂ ਬਾਹਰ ਵੀ ਕਰਕੇ ਆਉਂਦਾ ਹੈਗਾ ਵਾ, ਉਹਦੇ ਪੁਆਇੰਟ PCP NP 'ਚ ਪੂਰੇ ਨਹੀਂ ਹੁੰਦੇ ਹੈਗੇ, ਸੋ ਉਹਨਾਂ ਨੂੰ LMI ਦੇ ਰਾਹ ਥਾਣੀ ਜਾਣਾ ਹੀ ਪੈਂਦਾ। ਪਰ ਹੋਇਆ ਕਿ ਜ਼ਿਆਦਾ ਰੈਸਟੋਰੈਂਟ, ਸਬਵੇ, ਬਰਗਰ ਕਿੰਗ, ਇਹੋ ਜਿਹੇ ਜਿਹੜੇ ਛੋਟੇ ਰੈਸਟੋਰੈਂਟ ਸੀ ਉਹ ਬੰਦ ਹੋ ਗਏ। ਉਹਦੇ ਨਾਲ ਜਿਨ੍ਹਾਂ ਬੱਚਿਆਂ ਦੀ ਉੱਥੇ ਫਾਈਲਾਂ ਲੱਗਣੀਆਂ ਸੀ ਉਹਨਾਂ ਦਾ ਕੰਮ ਲੰਘ ਗਿਆ। ਫਿਰ ਇਸੇ ਤਰੀਕੇ ਹੋਰ ਵੀ ਕਈ ਇਹੋ ਜਿਹੇ ਅਦਾਰੇ ਜਿਨ੍ਹਾਂ ਨੂੰ ਬੰਦ ਹੋਣਾ ਪਿਆ, ਉਹਦੇ ਨਾਲ ਜਿਨ੍ਹਾਂ ਬੱਚਿਆਂ ਦੀ ਉੱਥੋਂ ਫਾਈਲਾਂ ਲੱਗਣੀਆਂ ਸੀਗੀਆਂ ਉਹਨਾਂ 'ਤੇ ਵੀ ਬਹੁਤ ਜ਼ਿਆਦਾ ਪ੍ਰਭਾਵ ਪਿਆ। ਤੇ ਇਹਦੇ ਨਾਲ ਫਿਰ ਓਬਵੀਅਸਲੀ ਉਹਨਾਂ ਨੂੰ ਚਿੰਤਾ ਹੋਊਗੀ, ਉਹਨਾਂ ਨੂੰ ਮਤਲਬ ਕਿ ਇੱਕ ਤਰੀਕੇ ਦਾ ਮਤਲਬ ਖਤਰਾ ਮਹਿਸੂਸ ਹੁੰਦਾ ਵਾ ਕਿ ਹੁਣ ਅੱਗੇ ਜਾ ਕੇ ਕਦੋਂ ਸਾਰਾ ਕੁਝ ਸਹੀ ਹੋਊਗਾ, ਕਦੋਂ ਦੁਬਾਰਾ ਮਤਲਬ ਫਾਈਲਾਂ ਖੁੱਲ੍ਹਣਗੀਆਂ। ਤੇ ਜੇ ਕਹੀਏ ਕਿ ਆਪਾਂ ਸਰਕਾਰ ਵੱਲੋਂ ਨਿਯਮ ਕੋਈ ਢਿੱਲੇ ਕੀਤੇ ਗਏ ਆ, ਮੈਂ ਸਮਝਦਾ ਕਿ ਕੋਈ ਬਹੁਤੀ ਜ਼ਿਆਦਾ ਵੱਡੀ ਰਾਹਤ ਨਹੀਂ ਮਿਲੀ ਸਟੂਡੈਂਟਸ ਨੂੰ ਇਸ ਦੇ ਵਿੱਚੋਂ, ਕਿਉਂਕਿ ਸਰਬ ਲਈ ਵੀ ਉਹ ਬੱਚੇ ਹੀ ਕੁਆਲੀਫਾਈ ਹੋਏ ਆ ਜਿਹੜੇ ਮਤਲਬ ਕਿ ਉਹ ਕ੍ਰਾਈਟੇਰੀਆ ਨੂੰ ਮੀਟ ਕਰਦੇ ਸੀਗੇ, ਜਿਹੜੇ ਪੁਰਾਣੇ ਆਏ ਸੀਗੇ, ਜਿਨ੍ਹਾਂ ਦਾ ਜੇ ਮੈਂ ਗਲਤ ਨਾ ਹੋਵਾਂ ਤੇ $5000 ਤੋਂ ਉੱਪਰ ਦਾ ਜਿੰਨਾ ਸੀਗਾ ਇਨਕਮ ਸੀਗੀ। ਪਰ ਕੁਝ ਬੱਚੇ ਜਿਵੇਂ ਮੰਨ ਲਓ ਕਿ ਪਿਛਲੇ ਸਾਲ ਸਤੰਬਰ ਬੈਚ ਆਏ ਆ, ਉਹਨਾਂ ਦੀ ਤੇ ਉਹਨੇ ਇਨਕਮ ਬਣਨੀ ਨਹੀਂ। ਸੋ ਉਹ ਵਾਲੇ ਬੈਚ ਦੇ ਜਿਹੜੇ ਬੱਚੇ ਸੀਗੇ, ਜਾਂ 1 ਸਾਲ ਪਹਿਲਾਂ ਜਨਵਰੀ 'ਚ ਵੀ ਜਿਹੜੇ ਆਏ ਜਿਹਨਾਂ ਕੰਮ ਘੱਟ ਕੀਤਾ ਹੋਊਗਾ, ਜਾਂ ਹੋ ਸਕਦਾ ਕੰਮ ਉਹਨਾਂ ਨੂੰ ਮਿਲਿਆ ਨਾ ਹੋਊਗਾ, ਜਿਹੜੇ ਛੋਟੇ ਟਾਊਨਾਂ 'ਚ ਸਟੂਡੈਂਟ ਰਹਿੰਦੇ ਹੈਗੇ ਆ, ਉੱਥੇ ਕੋਈ ਕੰਮ ਜ਼ਿਆਦਾ ਨਹੀਂ ਹੈਗਾ, ਸੋ ਉਹ ਬੜੇ ਵੱਡੇ ਪੱਧਰ 'ਤੇ ਪ੍ਰਭਾਵਿਤ ਹੋਏ ਇਸ ਚੀਜ਼ ਦੇ ਨਾਲ। ਸੋ ਇਸ ਚੀਜ਼ ਨੂੰ ਨਜਿੱਠਣ ਲਈ ਵਨ ਵੌਇਸ ਕੈਨੇਡਾ ਵੱਲੋਂ, ਸਮਾਂ ਵੱਲੋਂ ਤੇ ਗੁਰੂ ਨਾਨਕ ਫ੍ਰੀ ਕਿਚਨ ਵੱਲੋਂ ਕੁਝ ਉਪਰਾਲੇ ਕੀਤੇ ਗਏ ਸਨ ਪਿਛਲੇ ਸਮੇਂ ਦੌਰਾਨ। ਜਿਵੇਂ ਗੁਰੂ ਨਾਨਕ ਸਾਹਿਬ ਗੁਰਦੁਆਰਾ ਸਾਹਿਬ ਵਿਖੇ ਜੂਨ ਮਹੀਨੇ ਤੋਂ ਲੈ ਕੇ ਸਤੰਬਰ ਮਹੀਨੇ ਤੱਕ ਹਰ ਐਤਵਾਰ ਫੂਡ ਬੈਂਕ ਚਲਾਇਆ ਜਾਂਦਾ ਸੀ।
ਜੀ। ਜਿਹਦੇ ਵਿੱਚ ਸਟੂਡੈਂਟਸ ਲਈ ਮਤਲਬ ਕਿ ਗਰੋਸਰੀ ਦਾ ਸਮਾਨ, ਆਟਾ, ਦਾਲਾਂ, ਸਬਜ਼ੀਆਂ, ਫਿਰ ਖੰਡ ਜਾਂ ਮਤਲਬ ਜੋ ਵੀ ਆਪਾਂ ਰਸੋਈ ਚੀਜ਼ਾਂ ਵਰਤਦੇ ਹੈਗੇ ਆ ਉਹ ਸਾਰੀਆਂ ਮੁਹੱਈਆ ਕਰਾਈਆਂ ਜਾਂਦੀਆਂ ਸਨ। ਤੇ ਇੱਕ ਹੋਰ ਵੀ ਬੜੀ ਵਧੀਆ ਚੀਜ਼ ਵੇਖਣ ਨੂੰ ਸਾਹਮਣੇ ਆਈ ਕਿ ਆਪਣੇ ਗੁਰਦੁਆਰੇ ਸਾਹਿਬਾਂ ਨੇ ਬਹੁਤ ਸੋਹਣਾ ਸਾਥ ਦਿੱਤਾ ਬੱਚਿਆਂ ਦਾ ਇਸ ਸਮੇਂ ਦੌਰਾਨ ਜੀ। ਕਿ ਲੰਗਰ ਪਾਣੀ ਦੀ ਸੇਵਾ ਉਹਨਾਂ ਨੇ ਪੂਰੀ ਮਤਲਬ ਕਿ ਤਨਦੇਹੀ ਨਾਲ ਕੀਤੀ। ਤੇ ਅੱਜ ਵੀ ਹੁਣ ਵੀ ਜੇ ਕਿਸੇ ਵੀ ਸਟੂਡੈਂਟ ਨੂੰ ਕੋਈ ਗਰੋਸਰੀ ਦਾ ਸਮਾਨ ਜਾਂ ਕੁਛ ਇੱਦਾਂ ਹੈਲਪ ਚਾਹੀਦੀ ਹੈਗੀ ਆ, ਗੁਰੂ ਨਾਨਕ ਸਿੱਖ ਗੁਰਦੁਆਰਾ ਜਾਂ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਉੱਥੇ ਪ੍ਰੋਗਰਾਮ ਚੱਲਦੇ ਹੈਗੇ ਜਿੱਥੋਂ ਜਾ ਕੇ ਪ੍ਰਾਪਤ ਕਰ ਸਕਦੇ ਆ। ਇੱਕ ਹੋਰ ਇਹਦੇ ਨਾਲ ਹੀ ਸਮੱਸਿਆ ਆਈ ਜਿਹੜੀ ਓਵਰਡੋਜ਼ ਦੀ ਕ੍ਰਾਈਸਿਸ ਸੀਗਾ ਸਾਡੇ ਕੋਲ, ਡਰੱਗ ਓਵਰਡੋਜ਼ ਦੇ ਨਾਲ ਬਹੁਤ ਸਾਰੀਆਂ ਮੌਤਾਂ ਹੋ ਗਈਆਂ। ਇਹਦੇ ਬਾਰੇ ਤੁਸੀਂ ਕੀ ਸੋਚਦੇ ਹੋ, ਇਹਨੂੰ ਕਿੱਦਾਂ ਹੈਂਡਲ ਕੀਤਾ ਜੀ? ਡਰੱਗ ਓਵਰਡੋਜ਼ ਦੀ ਮੈਂ ਹੁਣੇ ਰੀਸੈਂਟਲੀ ਇੱਕ ਖਬਰ ਸੁਣ ਕੇ ਉਹਨਾਂ ਪਿਆ ਕਿ ਪਿਛਲੇ 12 ਘੰਟਿਆਂ ਦੇ ਵਿੱਚ 3 ਮੌਤਾਂ ਸਰੀ ਦੇ ਵਿੱਚ ਓਵਰਡੋਜ਼ ਨਾਲ ਹੋਈਆਂ ਪਿਛਲੇ 12 ਘੰਟਿਆਂ ਦੇ ਵਿੱਚ। ਤੇ ਜੇ ਆਪਾਂ ਓਵਰਡੋਜ਼ ਦਾ ਅੰਕੜਾ ਮਾਰਚ ਮਹੀਨੇ ਤੋਂ ਫਰੋਲਣਾ ਸ਼ੁਰੂ ਕਰੀਏ ਤੇ ਕਮ ਸੋ ਕਮ ਵੀ 1000 ਬੰਦੇ ਦੀ ਮੌਤ BC ਦੇ ਵਿੱਚ, 1000 ਤੋਂ ਵੱਧ ਹੀ ਹੋਣਗੇ ਅੰਕੜੇ। ਸੋ ਕਮ ਵੀ 1200 ਦੇ ਕਰੀਬ ਬੰਦਿਆਂ ਦੀ ਮੌਤ ਓਵਰਡੋਜ਼ ਨਾਲ ਹੋਈ ਆ। ਕਿਉਂਕਿ ਹੋਇਆ ਕਿ ਹੁਣ ਜਦੋਂ ਪੈਂਡੈਮਿਕ ਇੱਕਦਮ ਸ਼ੁਰੂ ਹੋਈ, ਜਿਹੜੀ ਇੱਕ ਪਿੱਛੋਂ ਨਸ਼ੇ ਦੀ ਚੇਨ ਸੀਗੀ ਉਹ ਟੁੱਟ ਗਈ। ਉਹਦੇ ਨਾਲ ਕੀ ਹੋਇਆ ਕਿ ਜਿਹੜੇ ਹਾਰੀ ਸਾਰੀ ਜਾਂ ਜਿਨ੍ਹਾਂ ਨੂੰ ਆਪਾਂ ਕਹਿ ਦਿੰਦੇ ਕਿ ਜਿਹੜੇ ਪ੍ਰੋਫੈਸ਼ਨਲੀ ਟ੍ਰੇਨਡ ਕੈਮਿਸਟ ਨਹੀਂ ਹੈਗੇ, ਉਹ ਆਪਣੀਆਂ ਗਰਾਜਾਂ ਦੇ ਵਿੱਚ ਜਾਂ ਆਪਣੇ ਮਤਲਬ ਕਿ ਘਰਾਂ ਦੇ ਵਿੱਚ ਡਰੱਗ ਬਣਾਉਣੀ ਉਹਨਾਂ ਸ਼ੁਰੂ ਕਰਤੀ। ਤੇ ਇੱਕ ਡਰੱਗ ਦੀ ਕਿਸਮ ਆਉਂਦੀ ਪਈ ਆ ਜਿਹੜੀ ਇੰਨੀ ਕਿ ਜ਼ਿਆਦਾ ਘਾਤਕ ਹੈ ਕਿ ਇੱਕ ਹਾਥੀ ਨੂੰ ਵੀ ਥੱਲੇ ਸੁੱਟ ਸਕਦੀ ਆ। ਉਹਦਾ ਨਾਮ ਹੈ ਫੈਂਟਨਲ। ਅੱਛਾ ਜੀ। ਉਹ ਫੈਂਟਨਲ ਹੈਰੋਇਨ 'ਚ ਮਿਕਸ ਹੋ ਕੇ ਆਉਂਦੀ ਆ, ਕੋਕੇਨ 'ਚ ਮਿਕਸ ਹੋ ਕੇ ਆਉਂਦੀ ਆ। ਤੁਸੀਂ ਕੋਈ ਨਸ਼ੇ ਦਾ ਨਾਂ ਲਓ, ਤੁਹਾਨੂੰ ਨਹੀਂ ਪਤਾ ਉਹ ਚਿੱਟਾ ਪਾਊਡਰ ਆ, ਭਾਵੇਂ ਉਹ ਫੈਂਟਨਲ ਹੋਵੇ, ਭਾਵੇਂ ਉਹ ਹੈਰੋਇਨ ਹੋਵੇ, ਭਾਵੇਂ ਉਹ ਕੋਕੇਨ ਹੋਵੇ, ਆਪਾਂ ਉਹਨੂੰ ਵੇਖ ਕੇ ਦੱਸ ਨਹੀਂ ਸਕਦੇ ਹੈਗੇ। ਤੇ ਫੈਂਟਨਲ ਇੰਨੀ ਕਿ ਜ਼ਿਆਦਾ ਮਾਰੂ ਆ, ਜੇ ਕੋਈ ਬੰਦਾ ਹੈਰੋਇਨ ਦਾ ਨਸ਼ਾ ਕਰਦਾ ਵਾ, ਫੈਂਟਨਲ 15 ਗੁਣਾ ਜ਼ਿਆਦਾ ਤੇਜ਼ ਆ ਉਹਦੇ ਨਾਲ, ਹੈਰੋਇਨ ਤੋਂ ਵੀ। ਹੈਰੋਇਨ ਤੋਂ। ਤੇ ਜ਼ਿਆਦਾ ਲੋਕਾਂ ਦੀਆਂ ਮੌਤਾਂ ਉਹਨਾਂ ਦੀਆਂ ਹੋਈਆਂ ਜਿਹੜੇ ਜਾਂ ਤੇ ਨਸ਼ਾ ਛੱਡਦੇ ਪਏ ਸੀ, ਜਾਂ ਜਿਹੜੇ ਕਦੀ ਕਦਾਈ ਨਸ਼ਾ ਕਰਦੇ ਹੈਗੇ ਆ, ਤੇ ਜਾਂ ਮਤਲਬ ਕਿ ਕਦੀ ਕੀ ਹੁੰਦਾ ਕਿ ਪੂਰਾ ਬੈਚ ਹੀ ਬੜਾ ਟੌਕਸਿਕ ਆ ਜਾਂਦਾ। ਜਿਵੇਂ ਹੁਣ 3 ਮੌਤਾਂ ਸਰੀ ਦੇ ਵਿੱਚ ਹੋਈਆਂ, RCMP ਵੱਲੋਂ ਵਾਰਨਿੰਗ ਆਈ ਆ ਕਿ ਜਿਹੜਾ ਹੁਣ ਨਸ਼ੇ ਦਾ ਇੱਥੇ ਇਲੀਗਲੀ ਬੈਚ ਸਪਲਾਈ ਹੁੰਦਾ ਪਿਆ ਆਪਣੇ ਨੇਬਰਹੁੱਡਸ ਦੇ ਵਿੱਚ, ਉਹਦੇ ਵਿੱਚ ਫੈਂਟਨਲ ਦੀ ਮਾਤਰਾ ਬਹੁਤ ਜ਼ਿਆਦਾ ਆ। BC ਕੋਰਨਰ ਸਰਵਿਸਿਜ਼ ਵੱਲੋਂ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਕਿ ਓਵਰਡੋਜ਼ ਦੀਆਂ ਮੌਤਾਂ ਜਿਹੜੀਆਂ ਹੋਈਆਂ ਉਹਦੇ ਵਿੱਚ ਜਦੋਂ ਉਹਨਾਂ ਨੇ ਉਹਨਾਂ ਦਾ ਪੋਸਟਮਾਰਟਮ ਮੁਲਾਜ਼ਾ ਕੀਤਾ, 80% ਫੈਂਟਨਲ ਪਾਈ ਗਈ ਉਸ ਵਿੱਚ। 80% ਜਿਹੜਾ ਉਹਨਾਂ ਨਸ਼ਾ ਲਿਆ ਸੀ ਉਹ 'ਚ ਫੈਂਟਨਲ ਸੀਗੀ। ਸੋ ਸਰਕਾਰ ਵੱਲੋਂ ਜਾਂ ਮਤਲਬ ਕਿ ਇੱਥੋਂ ਦੇ ਹੈਲਥ ਡਿਪਾਰਟਮੈਂਟ ਵੱਲੋਂ ਮੈਂ ਸਮਝਦਾ ਵਾਂ ਕਿ ਉਸ ਪੱਧਰ ਦੀ ਕਾਰਵਾਈ ਨਹੀਂ ਕੀਤੀ ਜਾਣ ਦੀ ਜਿਸ ਤਰੀਕੇ ਦੇ ਨਾਲ ਲੋਕਾਂ ਨੂੰ ਬਚਾਇਆ ਜਾ ਸਕੇ। ਖਾਸ ਕਰਕੇ ਮੈਂ ਆਪਣੇ ਪੰਜਾਬੀ ਭਾਈਚਾਰੇ ਦੀ ਗੱਲ ਕਰਦਾ ਪਿਆ ਹੈਗਾ ਵਾਂ, ਕਿਉਂਕਿ ਜੇ ਆਪਾਂ ਪੰਜਾਬੀ ਭਾਈਚਾਰੇ ਦੇ ਅੰਕੜੇ ਵੇਖੀਏ 300% ਵਾਧਾ ਹੋਇਆ ਓਵਰਡੋਜ਼ ਦੀਆਂ ਮੌਤਾਂ ਦੇ ਵਿੱਚ ਪਿਛਲੇ 2-3 ਸਾਲਾਂ ਦੇ ਵਿੱਚ। 300%। ਤੇ ਇਹ ਇੱਕ ਕੋਈ ਮਾਮੂਲੀ ਗੱਲ ਨਹੀਂ ਹੈਗੀ, ਬੜੀ ਵੱਡੀ ਗੱਲ ਆ। ਕਿਉਂਕਿ ਪਹਿਲਾਂ ਕਹਿੰਦੇ ਸੀ ਕਿ ਓਪੀਓਇਡ ਓਵਰਡੋਜ਼ ਕ੍ਰਾਈਸਿਸ ਪੰਜਾਬ 'ਚ ਆ, ਪਰ ਮੈਂ ਸਮਝਦਾ ਕਿ ਪੰਜਾਬ ਨਾਲੋਂ ਵੀ ਜ਼ਿਆਦਾ ਘਾਤਕ ਨਸ਼ਾ ਇੱਥੇ ਸਰੀ, ਵੈਨਕੂਵਰ ਤੇ ਐਬਸਫੋਰਡ ਦੇ ਵਿੱਚ ਟ੍ਰਾਂਸਫਰ ਹੁੰਦਾ ਪਿਆ, ਜਿਹੜਾ ਇੰਨੇ ਲੋਕਾਂ ਦੀ ਮੌਤ ਦਾ ਕਾਰਨ ਬਣਦਾ ਪਿਆ। ਸੋ ਇਹਦੇ ਲਈ ਅਸੀਂ ਸੰਸਥਾ ਸ਼ੁਰੂ ਕੀਤੀ ਸੀਗੀ ਸੋਧਾ ਨਾਮ ਦੀ, ਸਟੂਡੈਂਟਸ ਓਵਰਕਮਿੰਗ ਓਪੀਓਇਡ ਯੂਜ਼ ਡਿਸਆਰਡਰ ਐਂਡ ਐਡਿਕਸ਼ਨ। ਸੋ ਇਹ ਸੰਸਥਾ ਸਾਊਥ ਏਸ਼ੀਅਨ ਮੈਂਟਲ ਹੈਲਥ ਅਲਾਈਅੰਸ ਦੇ ਅੰਡਰ ਚੱਲਦੀ ਹੈਗੀ ਆ। ਤੇ ਇਹ ਤਾਂ ਸਾਨੂੰ ਸ਼ੁਰੂ ਕਰਨੀ ਪਈ ਕਿਉਂਕਿ ਅਸੀਂ ਵੇਖਿਆ ਕਿ ਆਪਣੀ ਭਾਸ਼ਾ ਦੇ ਵਿੱਚ ਤੇ ਆਪਣੇ ਤਰੀਕੇ ਦੇ ਨਾਲ ਆਪਣੀ ਕਮਿਊਨਿਟੀ ਨੂੰ ਦੱਸਣ ਲਈ ਇੱਥੋਂ ਦੇ ਵਿਭਾਗਾਂ ਵੱਲੋਂ ਵੱਡਾ ਕੰਮ ਨਹੀਂ ਕੋਈ ਕੀਤਾ ਜਾ ਰਿਹਾ। ਸੋ ਅਸੀਂ ਗੁਰਦੁਆਰੇ ਸਾਹਿਬ, ਪਾਰਕ ਜਾਂ ਹੋਰ ਜਿੱਥੇ ਵੀ ਕਮਿਊਨਿਟੀ ਗੈਦਰਿੰਗਸ ਹੁੰਦੀਆਂ ਹੈਗੀਆਂ ਵਾ, ਉੱਥੇ ਜਾ ਕੇ ਅਸੀਂ ਓਵਰਡੋਜ਼ ਬਾਰੇ ਦੱਸਦੇ ਕਿ ਇਹਦੀ ਚਿੰਨ੍ਹ ਕੀ ਆ, ਲੱਛਣ ਕੀ ਆ, ਕਿੱਦਾਂ ਪਛਾਣਿਆ ਜਾਵੇ ਕਿ ਕੋਈ ਇਨਸਾਨ ਓਵਰਡੋਜ਼ ਦੇ ਨਾਲ ਮਰਦਾ ਪਿਆ ਵਾ। ਤੇ ਫਿਰ ਜੇ ਤੁਸੀਂ ਪਛਾਣਨ 'ਚ ਕਾਮਯਾਬ ਹੋ ਜਾਂਦੇ ਜੇ ਤੇ ਉਹਨੂੰ ਫਸਟ ਏਡ ਕਿੱਦਾਂ ਦੇਣੀ ਆ ਕਿ ਐਂਬੂਲੈਂਸ ਆਉਣ ਤੋਂ ਪਹਿਲਾਂ ਉਹ ਬੰਦੇ ਨੂੰ ਆਪਾਂ ਜਿੰਦਾ ਰੱਖ ਸਕੀਏ। ਤੇ ਉਹਦੇ ਕੁਝ ਬੜੇ ਹੀ ਸਧਾਰਨ ਜੇ ਚਿੰਨ੍ਹ ਹੈਗੇ ਆ ਓਵਰਡੋਜ਼ ਪਛਾਣਨ ਦੇ ਕਿ ਜੇ ਤੁਹਾਨੂੰ ਲੱਗਦਾ ਕਿ ਤੁਹਾਡੇ ਸਰਕਲ ਦੇ ਵਿੱਚ ਕੋਈ ਡਰੱਗ ਲੈਂਦਾ ਹੈਗਾ ਵਾ, ਜਾਂ ਬਹੁਤੇ ਲੋਕੀ ਦੱਸਦੇ ਨਹੀਂ, ਇਕੱਲੇਪਨ ਦੇ ਵਿੱਚ ਨਸ਼ਾ ਕਰਦੇ ਹੈਗੇ ਆ, ਜਿਹਦੇ ਕਰਕੇ ਜਦੋਂ ਉਹ ਬੇਹੋਸ਼ ਹੋ ਕੇ ਡਿੱਗ ਪੈਂਦੇ ਤਾਂ ਉਹਨਾਂ ਨੂੰ ਬਚਾਉਣ ਲਈ ਕੋਈ ਆ ਨਹੀਂ ਸਕਦਾ ਉੱਥੇ, ਕਿਉਂਕਿ ਉਹ ਇਕੱਲੇ ਹੁੰਦੇ ਘਰ ਦੇ ਵਿੱਚ। ਤੇ ਇਹਦੇ ਚਿੰਨ੍ਹ ਤੇ ਲੱਛਣ ਕੀ ਹੈਗੇ ਓਵਰਡੋਜ਼ ਦੇ? ਸਭ ਤੋਂ ਪਹਿਲਾਂ ਜਦੋਂ ਵੀ ਕਿਸੇ ਨੂੰ ਓਵਰਡੋਜ਼ ਹੁੰਦੀ ਪਈ ਆ ਜੀ, ਉਹਦਾ ਸਾਹ ਲੈਣ ਦੀ ਪ੍ਰਕਿਰਿਆ ਹੌਲੀ ਸਲੋ ਹੋਣੀ ਸ਼ੁਰੂ ਹੋ ਜਾਂਦੀ ਹੈ, ਬਹੁਤ ਘਟਣੀ ਸ਼ੁਰੂ ਹੋ ਜਾਂਦੀ ਸਾਹ ਲੈਣ ਦੀ ਪ੍ਰਕਿਰਿਆ, ਤੇ ਹੌਲੀ ਸਾਹ ਬੰਦ ਹੋ ਜਾਂਦਾ। ਅੱਛਾ ਜੀ। ਸੋ ਮੰਨ ਲਓ ਕਿ ਕੋਈ ਇਨਸਾਨ
ਫਰਸ਼ ਤੇ ਲੰਮਾ ਪਿਆ, ਡਿੱਗਿਆ ਪਿਆ ਵਾ ਤੇ ਉਹ ਬਹੁਤ ਹੌਲੀ ਹੌਲੀ ਸਾਹ ਲੈਂਦਾ ਪਿਆ। ਉਹਦੀ ਜਿਹੜੀ ਛਾਤੀ ਆ ਬੜੀ ਲੇਟ ਉੱਪਰ ਥੱਲੇ ਜਾਂਦੀ ਪਈ ਆ। ਇਹਦਾ ਮਤਲਬ ਕਿ ਉਹਨੂੰ ਓਵਰਡੋਜ਼ ਹੁੰਦੀ ਪਈ ਆ, ਪਹਿਲਾ ਲੱਛਣ ਆ। ਦੂਜਾ, ਉਹਦਾ ਤੁਸੀਂ ਚਮੜੀ ਦਾ ਰੰਗ ਵੇਖੋ। ਚਮੜੀ ਦਾ ਰੰਗ ਵੇਖੋ ਕਿ ਜੇ ਉਹਦੇ ਨੌਂ ਤੇ ਬੁੱਲ ਨੀਲੇ ਪ੍ਰਤੀਤ ਹੁੰਦੇ ਆ, ਚਮੜੀ ਠੰਡੀ ਚਿਪਚਿਪੀ ਜਾਂ ਗਿੱਲੀ ਪ੍ਰਤੀਤ ਹੁੰਦੀ ਆ, ਇਹ ਵੀ ਇੱਕ ਲੱਛਣ ਹੋ ਸਕਦਾ ਓਵਰਡੋਜ਼ ਦਾ। ਫਿਰ ਇਸ ਤੋਂ ਇਲਾਵਾ ਜਿਹੜਾ ਬੰਦੇ ਨੂੰ ਓਵਰਡੋਜ਼ ਹੋਣ ਦੀ, ਆਪਣੇ ਪੰਜਾਬੀ ਭਾਈਚਾਰੇ 'ਚ ਇੱਕ ਬੜੀ ਮਾੜੀ ਆਦਤ ਹੈ ਕਿ ਜਦੋਂ ਕੋਈ ਜ਼ਿਆਦਾ ਨਸ਼ਾ ਕਰ ਲੈਂਦਾ ਨਾ, ਜਿਵੇਂ ਮੰਨ ਲਓ ਜ਼ਿਆਦਾ ਸ਼ਰਾਬ ਪੀ ਲਈ, ਕਹਿੰਦੇ ਇਹਨੂੰ ਸਵਾ ਦਿਓ। ਉਹ ਆਪਾਂ ਓਵਰਡੋਜ਼ ਦੀ ਰੈਸਪੀ ਤਿਆਰ ਕਰਦੇ ਪਏ ਉਸ ਬੰਦੇ ਦੀ। ਅੱਛਾ ਜੀ। ਜਦੋਂ ਕੋਈ ਜ਼ਿਆਦਾ ਕਿਉਂਕਿ ਤਾਈਓ ਬੜੇ ਚਾਂਸ ਇੱਦਾਂ ਦੇ ਹੁੰਦੇ ਜਿਹਦੇ 'ਚ ਆਪਾਂ ਨੂੰ ਸੁਣਨ ਨੂੰ ਮਿਲਦਾ ਕਿ ਸੁੱਤਾ ਹੀ ਸੌਂ ਗਿਆ। ਕਿਉਂਕਿ ਹੁਣ ਉਹ ਬੰਦਾ ਇੱਕ ਤਰੀਕੇ ਨਾਲ ਬੇਹੋਸ਼ੀ ਦੀ ਹਾਲਤ ਵਿੱਚ ਜਾ ਰਿਹਾ ਹੁੰਦਾ। ਹੁਣ ਜਦੋਂ ਮੰਨ ਲਓ ਓਵਰਡੋਜ਼ ਹੋਣ ਡਿਆ ਵਾ, ਹੁਣ ਉਸ ਨੂੰ ਤੇ ਸੁੱਧ ਬੁੱਧ ਹੈ ਨਹੀਂ ਕੋਈ, ਤੇ ਉਹ ਜਿਹੜੇ ਉਹਦੇ ਨਾਲ ਆਲੇ ਦੁਆਲੇ ਫਿਰਦੇ ਪਏ ਉਹ ਹੀ ਪਛਾਣ ਸਕਦੇ ਕਿ ਇਹਨੂੰ ਓਵਰਡੋਜ਼ ਹੁੰਦੀ ਪਈ ਹੈ, ਤੇ ਉਹੀ ਮੌਕੇ ਤੇ ਹਰਕਤ ਕਰਕੇ ਉਹਦੀ ਜਾਨ ਬਚਾ ਸਕਦੇ ਹੈਗੇ ਆ। ਸੋ ਇਸ ਦੇ ਨਾਲ ਇੱਕ ਹੋਰ ਚੀਜ਼ ਹੈਗੀ ਜਿਹੜੀ ਆਪਾਂ ਨੂੰ ਵੇਖਣੀ ਚਾਹੀਦੀ, ਘਰਾੜਿਆਂ ਦੀ ਆਵਾਜ਼ ਆਉਂਦੀ ਹੈ। ਜਿਵੇਂ ਆਪਾਂ ਘਰਾੜੇ ਮਾਰਦੇ ਹੈਗੇ ਨਾ, ਜਿਵੇਂ ਪੂਰਾ ਜਦੋਂ ਬੰਦਾ ਘਰਾੜੇ ਮਾਰਦਾ ਵਾ, ਉਹ ਪੂਰੀ ਇੱਕ ਲੈਅ ਹੁੰਦੀ ਆ। ਪਰ ਜਦੋਂ ਕਿਸੇ ਨੂੰ ਓਵਰਡੋਜ਼ ਹੁੰਦੀ ਆ, ਜਦੋਂ ਸੌ ਰਿਹਾ ਹੁੰਦਾ ਬੰਦਾ, ਉਦੋਂ ਖੜ 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 ਇੱਦਾਂ ਆਵਾਜ਼ ਆਊਗੀ ਜਿਵੇਂ ਉਹਦਾ ਸਾਹ ਰੁਕਦਾ ਹੈਗਾ ਵਾ। ਸੋ ਇਹ ਸਾਰੇ ਲੱਛਣਾਂ ਨੂੰ ਪਛਾਣਨ ਦੀ ਲੋੜ ਹੁੰਦੀ ਹੈ ਉਸ ਟਾਈਮ ਦੇ ਉੱਤੇ। ਸੋ ਹੁਣ ਕਰਨਾ ਕੀ ਆ ਜੀ? ਇਹ ਬੜੀ ਸਿੰਪਲ ਚੀਜ਼ ਆ। 911 ਫੋਨ ਕਰੋ, 911 ਤੇ ਫੋਨ ਕਰਕੇ ਦੱਸੋ ਕਿ ਉਸ ਇਨਸਾਨ ਨੂੰ ਤੁਸੀਂ ਇਸ ਹਾਲਤ 'ਚ ਪਾਇਆ। ਪਰ ਫੋਨ ਕਰਨ ਤੋਂ ਪਹਿਲਾਂ ਇੱਕ ਵਾਰੀ ਉਹਨੂੰ ਉਠਾਉਣ ਦੀ ਕੋਸ਼ਿਸ਼ ਕਰੋ। ਚੁੰਡੀ ਵੱਢ ਕੇ ਵੇਖੋ, ਉਹਦਾ ਨਾਮ ਲੈ ਕੇ ਬੁਲਾਓ, ਜਾਂ ਆਪਣੀ ਮੁੱਠੀਆਂ ਬੰਦ ਕਰਕੇ ਉਹਦੇ ਇੱਥੇ ਰਗੜੋ। ਜਿੰਨਾ ਉਹਨੂੰ ਥੋੜ੍ਹੀ ਜਿਹੀ ਪੀੜ ਹੋਊਗੀ ਤੇ ਜਾਗਣ ਦੀ ਕੋਸ਼ਿਸ਼ ਕਰੂਗਾ। ਪਰ ਜੇ ਉਹ ਨਹੀਂ ਜਾਗਦਾ, 911 ਫੋਨ ਕਰਕੇ ਤੇ ਉਹਨਾਂ ਨੂੰ ਸੁਚੇਤ ਕਰੋ ਤੇ ਆਪਣੇ ਘਰ ਦਾ ਐਡਰੈਸ ਦੱਸੋ ਜਾਂ ਜਿੱਥੇ ਵੀ ਤੁਸੀਂ ਹੈਗੇ ਜੇ। ਤੇ ਜਿੰਨਾ ਚਿਰ ਐਂਬੂਲੈਂਸ ਨਹੀਂ ਆਉਂਦੀ ਹੈਗੀ, ਉਹਨਾਂ ਚਿਰ ਤੁਸੀਂ ਉਸ ਇਨਸਾਨ ਨੂੰ ਮਾਊਥ ਟੂ ਮਾਊਥ ਰੈਸਪੀਰੇਸ਼ਨ ਦੇਣੀ ਹੈ। ਉਹਦਾ ਵੀ ਤਰੀਕਾ ਹੈਗਾ ਇੱਕ, ਕਿ ਆਪਾਂ ਕੋਸ਼ਿਸ਼ ਕਰਨੀ ਆ ਕਿ ਉਹਦਾ ਮੂੰਹ ਖੋਲ੍ਹ ਕੇ ਉਹਦੇ ਮੂੰਹ 'ਚ ਚੈੱਕ ਕਰਨਾ ਕਿ ਕੋਈ ਚੀਜ਼ ਫਸੀ ਨਾ ਹੋਵੇ। ਕਦੀ ਕਦੀ ਕੀ ਹੁੰਦਾ ਕਿ ਬੰਦੇ ਨੇ ਡੈਂਚਰ ਲਾਏ ਹੁੰਦੇ ਆ ਜਾਂ ਦੰਦ, ਉਹ ਪਿੱਛੇ ਡਿੱਗ ਪੈਂਦੇ ਹੈਗੇ। ਜੇ ਉਹ ਡਿੱਗੇ ਹੈਗੇ, ਉਹ ਕੱਢ ਕੇ ਬਾਹਰ ਰੱਖ ਦਿਓ। ਜਾਂ ਜਿਹੜੀ ਜ਼ਬਾਨ ਹੁੰਦੀ ਆ, ਉਹ ਘੁੰਮ ਕੇ ਤਾਲੂ ਨਾਲ ਲੱਗ ਜਾਂਦੀ ਹੈਗੀ ਆ। ਸੋ ਉਹਨਾਂ ਦੀ ਜ਼ਬਾਨ ਸਿੱਧੀ ਕਰ ਦਿਓ ਤੇ ਸਿਰ ਜਿਹੜਾ ਹੈਗਾ ਵਾ ਉੱਪਰ ਨੂੰ ਉਹਦਾ ਰੁਕਣਾ ਚਾਹੀਦਾ ਵਾ ਛੱਤ ਵੱਲ, ਤੇ ਉਸ ਨੂੰ ਲਟਾ ਦਿਓ ਇਨਸਾਨ ਨੂੰ। ਤੇ ਉਸ ਤੋਂ ਬਾਅਦ ਹਰ 5 ਸੈਕਿੰਡ ਬਾਅਦ ਤੁਸੀਂ ਇੱਕ ਫੂਕ ਮਾਰਨੀ, ਵੱਡੀ ਫੂਕ ਮਾਰਨੀ ਉਹਦੇ ਮੂੰਹ ਦੇ ਵਿੱਚ। ਹੁਣ ਜੇ ਮੰਨ ਲਓ ਤੁਹਾਡੇ ਘਰ ਦਾ ਕੋਈ ਪਰਿਵਾਰਕ ਜੀਅ ਆ, ਤਾਂ ਉਹਦਾ ਨੱਕ ਬੰਦ ਕਰਕੇ ਤੇ ਉਹਦੇ ਮੂੰਹ ਦੇ ਵਿੱਚ ਇੱਕ ਲੰਬੀ ਫੂਕ ਮਾਰਨੀ। ਹਰ 5 ਸਕਿੰਟ ਬਾਅਦ ਉਹ ਫੂਕ ਮਾਰੀ ਜਾਣੀ ਹੈ। ਹੁਣ ਆਪਾਂ ਸੋਚਾਂਗੇ ਕਿ ਉਹਦੇ ਮੂੰਹ 'ਚ ਆਪਾਂ ਨੂੰ ਆਕਸੀਜਨ ਕਿਉਂ ਦੇਣੀ ਹੈ? ਕਿਉਂਕਿ ਜਦੋਂ ਓਪੀਓਇਡ ਜ਼ਿਆਦਾ ਲਏ ਜਾਂਦੇ ਆ ਜੀ, ਉਦੋਂ ਕੀ ਹੁੰਦਾ ਕਿ ਉਹ ਆਪਣੇ ਦਿਮਾਗ ਦੇ ਵਿੱਚ ਜਿਹੜੀ ਸਾਹ ਲੈਣ ਦੀ ਪ੍ਰਕਿਰਿਆ ਨੂੰ ਨਿਯੰਤਰਣ ਕਰਨ ਵਾਲਾ ਜਿਹੜਾ ਇੱਕ ਸਥਾਨ ਹੁੰਦਾ ਨਾ, ਤੁਸੀਂ ਸਮਝ ਲਓ ਕਿ ਉੱਥੇ ਜਾ ਕੇ ਬੈਠ ਜਾਂਦਾ ਨਸ਼ਾ, ਤੇ ਬੰਦੇ ਨੂੰ ਭੁੱਲ ਜਾਂਦਾ ਕਿ ਮੈਂ ਸਾਹ ਕਿੱਦਾਂ ਲੈਣਾ। ਸੋ ਇੱਕ ਤਰੀਕੇ ਨਾਲ ਆਪਾਂ ਨੂੰ ਉਹਨੂੰ ਸਾਹ ਦੇਣਾ ਪੈਂਦਾ ਹੈਗਾ। ਤੇ ਇਹਦੇ ਨਾਲ ਹੋਊਗਾ ਕਿ ਉਹਦਾ ਜਿਹੜਾ ਦਿਮਾਗ ਉਹ ਡੈਡ ਨਹੀਂ ਹੋਊਗਾ, ਮਤਲਬ ਬ੍ਰੇਨ ਸੈਲਸ ਉਹ ਡੈਡ ਨਹੀਂ ਹੋਣੇ ਸ਼ੁਰੂ ਹੋ ਜਾਣਗੇ। ਕਿਉਂਕਿ ਜੇ 4 ਮਿੰਟ ਕਿਸੇ ਨੂੰ ਆਕਸੀਜਨ ਨਹੀਂ ਨਾ ਮਿਲਦੀ, ਉਹਦੇ ਦਿਮਾਗ ਦੇ ਸੈੱਲ ਡੈਡ ਹੋ ਜਾਂਦੇ ਤੇ ਉਹ ਬੰਦੇ ਨੂੰ ਆਪਾਂ ਕਦੀ ਵਾਪਸ ਨਹੀਂ ਲਿਆ ਸਕਦੇ। ਸੋ ਇਹ ਕੁਝ ਹਦਾਇਤਾਂ ਹੁੰਦੀਆਂ ਵਾ, ਆਪਾਂ ਨੂੰ ਇਹਨਾਂ ਦਾ ਪਾਲਣ ਕਰਨਾ ਚਾਹੀਦਾ ਜਦੋਂ ਵੀ ਇੱਦਾਂ ਦੀ ਓਵਰਡੋਜ਼ ਦੀ ਸਮੱਸਿਆ ਹੁੰਦੀ ਆ। ਤੇ ਇਹਦੇ ਨਾਲ ਇੱਕ ਇੰਜੈਕਸ਼ਨ ਗਵਰਨਮੈਂਟ ਵੱਲੋਂ ਫ੍ਰੀ ਮਿਲਦਾ ਪਿਆ ਵਾ, ਜਿਹਨੂੰ ਕਹਿੰਦੇ ਨਲੋਕਸੋਨ। ਅੱਛਾ ਜੀ। ਨਲੋਕਸੋਨ ਦੀ ਕਿੱਟ ਕੀ ਕਰਦੀ ਆ? ਇਹ ਇੱਕ ਤਰੀਕੇ ਦੇ ਨਾਲ ਜਿਹੜਾ ਓਪੀਓਇਡ ਦਾ ਨਸ਼ਾ ਸਰੀਰ ਦੇ ਵਿੱਚ ਜਾ ਚੁੱਕਿਆ ਵਾ, ਉਹਨੂੰ ਨਿਊਟਰਲਾਈਜ਼ ਕਰਦੀ ਆ। ਸੋ ਤੁਸੀਂ ਜਿਵੇਂ ਮੰਨ ਲਓ ਕਿ ਇੱਕ ਇਨਸਾਨ ਸਾਹ ਦੇਈ ਜਾ ਰਿਹਾ ਉਸ ਬੰਦੇ ਨੂੰ, ਹੈ ਨਾ, ਤੁਸੀਂ ਦੂਜੇ ਬੰਦੇ ਨੂੰ, ਜੇ ਤੁਹਾਡੇ ਕੋਲ ਕਿੱਟ ਹੈਗੀ ਆ, ਤੁਸੀਂ ਦੂਜੇ ਇਨਸਾਨ ਨੂੰ ਕਹਿ ਸਕਦੇ ਕਿ ਤੂੰ ਇਹਦਾ ਟੀਕਾ ਤਿਆਰ ਕਰ। ਸੋ ਉਹ ਸਾਰੀ ਜਿਹੜੀ ਸਿਖਲਾਈ ਆ, ਟੀਕਾ ਕਿੱਦਾਂ ਲਾਉਣਾ, ਆਕਸੀਜਨ ਕਿੱਦਾਂ ਦੇਣੀ, ਫਸਟ ਏਡ ਕਿੱਦਾਂ ਦੇਣੀ, ਉਹ ਸਾਰੀ ਸਾਡੀ ਸੰਸਥਾ ਵੱਲੋਂ ਆਮ ਭਾਸ਼ਾ ਦੇ ਵਿੱਚ ਆਮ ਸੰਗਤ ਨੂੰ ਸਿਖਾਈ ਜਾਂਦੀ ਹੈਗੀ। ਜੀ ਗੁਰਕੀਰਤ ਸਿੰਘ ਜੀ, ਸ਼ੁਕਰੀਆ ਤੁਸੀਂ ਆਏ, ਸਮਾਂ ਕੱਢਿਆ। ਆਖਰ ਦੇ ਵਿੱਚ ਕੋਈ ਸੁਨੇਹਾ ਸਾਡੇ ਦਰਸ਼ਕਾਂ ਲਈ ਜੀ? ਸੁਨੇਹਾ ਸਭ ਤੋਂ ਪਹਿਲਾਂ ਤਾਂ ਇਹੋ ਹੀ ਦੇਵਾਂਗੇ ਕਿ ਹੁਣ ਜਿਹੜੇ ਸਟੈਟਸ ਆਉਂਦੇ ਪਏ ਓਵਰਡੋਜ਼ ਦੇ, ਇਹਨਾਂ ਨੂੰ ਅਣਗੌਲਿਆ ਨਾ ਕੀਤਾ ਜਾਵੇ। ਕਦੀ ਕਦੀ ਆਪਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਆਪਣਾ ਕੋਈ ਸੱਜਣ ਮਿੱਤਰ ਇਸ ਤਰੀਕੇ ਨਾਲ ਨਸ਼ਾ ਲੈਂਦਾ ਪਿਆ ਵਾ। ਤੇ ਮੈਨੂੰ ਲੱਗਦਾ ਕਿ ਇਹ ਸਟਿਗਮਾ ਜਿਹੜੀ ਮਤਲਬ ਕਿ ਸ਼ਰਮ ਅਤੇ ਲੋਕ ਲਾਜ ਜ਼ਿਆਦਾ ਜੁੜੀ ਨਸ਼ੇ ਦੀ ਸਮੱਸਿਆ ਦੇ ਨਾਲ, ਇਹਨੂੰ ਤੋੜਨ ਦੀ ਲੋੜ ਆ। ਤੇ ਆਪਾਂ ਨੂੰ ਇਸ ਬਾਰੇ ਗੱਲਬਾਤ ਹੋਰ ਕਰਨ ਦੀ ਲੋੜ ਆ, ਤੇ ਪਿਆਰ ਦੇ ਨਾਲ, ਚੰਗੇ ਤਰੀਕੇ ਦੇ ਨਾਲ, ਚੰਗੇ ਵਰਤਾਰੇ ਦੇ ਨਾਲ, ਜਿਹੜਾ ਵੀ ਜੇ ਕੋਈ ਇਸ ਦਲਦਲ 'ਚ ਫਸ ਗਿਆ ਤੇ ਉਹਨੂੰ ਸਮਾਜ ਵੱਲੋਂ ਇੱਕ ਇਕੱਠਾ ਹਮਲਾ ਮਾਰ ਕੇ ਉਹਨਾਂ ਨੂੰ ਕੱਢਣ ਦੀ ਲੋੜ ਆ ਕਿ ਆਪਾਂ ਹੋਰ ਕੀਮਤੀ ਜਾਨਾਂ ਇੱਦਾਂ ਨਾ ਗਵਾ ਸਕੀਏ। ਜੀ ਗੁਰਕੀਰਤ ਸਿੰਘ ਜੀ, ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ ਜੀ। ਥੈਂਕ ਯੂ ਦੋਸਤੋ, ਅਸੀਂ ਗੱਲਬਾਤ ਕੀਤੀ ਗੁਰਕੀਰਤ ਸਿੰਘ ਹੋਣਾ ਦੇ ਨਾਲ। ਇਹਨਾਂ ਨੇ ਬਹੁਤ ਸਾਰੀਆਂ ਗੱਲਾਂ, ਔਰ ਬੜਾ ਹੀ ਸੂਖਮ ਗੱਲਬਾਤ ਆ ਕਿ ਕੋਵਿਡ ਦਾ ਖਾਸ ਤੌਰ 'ਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਉੱਤੇ ਕੀ ਅਸਰ ਪੈ ਰਿਹਾ, ਅਤੇ ਦੂਜੀ ਗੱਲ ਇਹਦਾ
ਓਵਰਡੋਜ਼ ਦੇ ਨਾਲ ਕੀ ਸੰਬੰਧ ਹੈ। ਇਹਨਾਂ ਨੇ ਬੜੇ ਵਿਸਥਾਰ ਦੇ ਵਿੱਚ ਦੱਸਿਆ ਕਿ ਓਵਰਡੋਜ਼ ਤੋਂ ਬਚਿਆ ਕਿੱਦਾਂ ਜਾ ਸਕਦਾ, ਜੇ ਕੋਈ ਇਸ ਸਥਿਤੀ ਵਿੱਚ ਆ ਗਿਆ ਤਾਂ ਉਹਨੂੰ ਬਚਾਉਣਾ ਕਿੱਦਾਂ ਹੈ। ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ। ਕੱਲ੍ਹ ਫਿਰ ਹਾਜ਼ਰ ਹੋਵਾਂਗੇ ਇੱਕ ਨਵੇਂ ਵਿਸ਼ੇ ਨਾਲ, ਇੱਕ ਨਵੀਂ ਗੱਲਬਾਤ ਨਾਲ। ਅਲਵਿਦਾ ਦੋਸਤੋ।